ਹਾਂਜੀ ਸਰੋਤਿਓ, ਸਵਾਗਤ ਹੈ ਜੀ ਤੁਹਾਡਾ ਜਨਮ ਸਾਖੀਆਂ ਦੀ ਪੜਚੋਲ ਦੇ ਭਾਗ ਨੰਬਰ 6 ਦੇ ਵਿੱਚ। ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਨਾਲ ਜਿੰਨੀਆਂ ਕੁ ਕੂੜ ਸਾਖੀਆਂ ਬਹੁਤ ਸਾਰੇ ਤਰੀਕੇ ਨਾਲ ਪ੍ਰਚਲਿਤ ਕੀਤੀਆਂ ਗਈਆਂ, ਉਹਨਾਂ ਦਾ ਵਾਰਤਾ ਅਸੀਂ ਆਪ ਦੇ ਸਨਮੁਖ ਰੱਖਦੇ ਹਾਂ। ਗੁਰਬਾਣੀ ਦੇ ਅਕੋਰਡਿੰਗਲੀ ਇਹਨਾਂ ਦਾ ਤਾਲਮੇਲ ਵੱਜਦਾ ਕਿ ਨਹੀਂ ਵੱਜਦਾ, ਜਾਂ ਕਿਸ ਢੰਗ ਦੇ ਨਾਲ ਕਿਹਨੂੰ ਮੱਦੇ ਨਜ਼ਰ ਰੱਖ ਕੇ ਲਿਖੀਆਂ ਗਈਆਂ, ਕਿ ਇਹਨਾਂ ਨਾਲ ਗੁਰੂ ਪਾਤਸ਼ਾਹ ਜੀ ਦੀ ਪ੍ਰਤਿਭਾ ਦੇ ਵਿੱਚ ਵਾਧਾ ਹੋਇਆ, ਉਹਨਾਂ ਦੀ ਜਿਹੜੀ ਰਿਸਪੈਕਟ ਹੈ ਆਉਣ ਵਾਲੇ ਸਮੇਂ ਦੇ ਵਿੱਚ ਵਧੇਗੀ, ਜਾਂ ਇਹਨਾਂ ਸਾਖੀਆਂ ਨੂੰ ਵੇਖ ਕੇ ਅਸੀਂ ਉਹਨਾਂ ਦਾ ਜਿਹੜਾ ਚਾਨਣ ਮੁਨਾਰਾ ਗੁਰਬਾਣੀ ਦਾ ਸੰਦੇਸ਼ ਸੀ, ਅਸੀਂ ਉਹਨੂੰ ਕਿਤੇ ਦੂਰ ਗਵਾ ਬੈਠੇ ਹਾਂ। ਇਹਦੀ ਗੱਲਬਾਤ ਅਸੀਂ ਅਕਸਰ ਕਰਦੇ ਰਹਿੰਦੇ ਹਾਂ। ਗੁਰੂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਵੀ ਇੱਕ ਗੱਲ ਕਹੀ ਕਿ ਜਪ ਰਾਮ ਨਾਮ ਨਾਨਕ ਨਿਸਤਰੀਐ, ਹੋਰ ਦੁਤੀਆ ਬਿਰਥੀ ਸਾਖੀ। ਜਦੋਂ ਅਸੀਂ ਗਿਆਨ ਦੀ ਗੱਲ ਕਰਾਂਗੇ, ਗਿਆਨ ਦੇ ਰਾਹ ਪੈ ਜਾਵਾਂਗੇ ਤੇ ਸਤਿਗੁਰੂ ਕਹਿਣ ਲੱਗੇ ਸਾਡਾ ਨਿਸਤਾਰਾ ਪੱਕਾ ਹੈ, ਨਹੀਂ ਤਾਂ ਹੋਰ ਦੂਜੀਆਂ ਜਿਹੜੀਆਂ ਸਾਖੀ ਜਿਹੜੀ ਦੂਸਰੀ ਗੱਲ ਹੈਗੀ ਹੈ ਉਹ ਤਾਂ ਬਿਰਥੀ ਹੀ ਕਹੀ ਜਾ ਸਕਦੀ ਹੈ। ਆਓ ਅੱਜ ਦੇ ਐਪੀਸੋਡ ਨੂੰ ਸ਼ੁਰੂ ਕਰੀਏ। ਔਰ ਸਾਡੇ ਨਾਲ ਅੱਜ ਇੱਕ ਵਾਰ ਫਿਰ ਤੋਂ ਇੱਥੇ ਰੂਬਰੂ ਹੋ ਰਹੇ ਨੇ ਸਰਦਾਰ ਇੰਦਰ ਸਿੰਘ ਜੀ ਘੱਗਾ। ਬਾਪੂ ਜੀ ਤੋਂ ਆਪਾਂ ਜਾਣਕਾਰੀ ਅੱਜ ਦੇ ਲਈ ਜਿਹੜੇ ਕੁਝ ਸਵਾਲ ਰੱਖੇ ਗਏ ਅੱਗੇ ਜਨਮ ਸਾਖੀਆਂ ਦੇ ਵਿੱਚੋਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਪਿਛਲੇ ਐਪੀਸੋਡ ਦੇ ਵਿੱਚ ਆਪਾਂ ਜਾਣਿਆ ਕਿ ਨੂਰ ਸ਼ਾਹ ਜਾਦੂਗਰਨੀ ਦਾ ਉਧਾਰ ਕੀਤਾ। ਉਧਾਰ ਕਰਨ ਤੋਂ ਬਾਅਦ ਇੱਕ ਗੱਲ ਹੋਰ ਇੱਥੇ ਜ਼ਰੂਰ ਯਾਦ ਰੱਖਿਓ ਸਰੋਤਿਓ, ਏਦਾਂ ਦੀ ਸ਼ਬਦਾਵਲੀ ਜਿਹੜੀ ਧਾਰਮਿਕ ਸ਼ਬਦਾਵਲੀ ਜਿਹਦਾ ਭਾਰ ਸਾਡੇ ਦਿਮਾਗ ਉੱਪਰ ਅਕਸਰ ਪਾਇਆ ਜਾਂਦਾ ਹੈ। ਆਪਾਂ ਗੱਲ ਸ਼ੁਰੂ ਤੋਂ ਹੀ ਕਰਦੇ ਹਾਂ ਕਿ ਜਿਵੇਂ ਉਧਾਰ ਕਰਨਾ, ਉਧਰੀ ਹੈ, ਗੁਰਬਾਣੀ ਦੇ ਵਿੱਚ ਏਦਾਂ ਦੇ ਸ਼ਬਦ ਬਹੁਤ ਆਉਂਦੇ ਆ। ਇਹ ਆਪਾਂ ਇਹਨੂੰ ਹਮੇਸ਼ਾ ਸਿੰਪਲ ਤਰੀਕੇ ਨਾਲ ਹੀ ਇਹਨੂੰ ਲੈਣਾ। ਜਦੋਂ ਵੀ ਏਦਾਂ ਦੀ ਕੋਈ ਵਰਡਿੰਗ ਆਉਂਦੀ ਹੈ ਵੀ ਗੱਲ ਸਮਝ ਆ ਗਈ, ਅਗਲਾ ਆਪਣੇ ਰਾਹ ਪੈ ਗਿਆ, ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਜਿਉਣ ਲੱਗਾ। ਅੱਜ ਦਾ ਜਿਹੜਾ ਸਵਾਲ ਹੈਗਾ ਉਹ ਵਿਸ਼ੇਸ਼ ਤੌਰ ਤੇ ਗੁਰੂ ਪਾਤਸ਼ਾਹ ਦਾ ਜਾਦੂਗਰਨੀ ਦੇ ਨਾਲ ਮਿਲਣ ਤੋਂ ਬਾਅਦ, ਉਸ ਨੂਰ ਸ਼ਾਹ ਦੇ ਮਿਲਾਪ ਤੋਂ ਬਾਅਦ ਗੁਰੂ ਜੀ ਦਾ ਅੱਗੇ ਜਾਣਾ, ਔਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਦੋਂ ਅੱਗੇ ਪਹੁੰਚਦੇ ਆ ਤਾਂ ਉਹਨਾਂ ਨੂੰ ਕਿਵੇਂ ਕਲਯੁਗ ਦਾ ਮਿਲਾਪ ਕਰਵਾਇਆ ਇਸ ਸਾਖੀਕਾਰ ਨੇ। ਔਰ ਜਨਮ ਸਾਖੀਆਂ ਦੇ ਅਨੁਸਾਰ ਇਹ ਵੀ ਲਿਖਿਆ ਗਿਆ ਕਿ ਉਹ ਵੱਡਾ ਭਿਆਨਕ ਰੂਪ ਧਾਰਨ ਕਰਕੇ ਆਇਆ, ਔਰ ਉਹਨੇ ਆ ਕੇ ਜਿਹੜਾ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ, ਜਿਵੇਂ ਮਰਦਾਨਾ ਜੀ ਤਾਂ ਡਰ ਹੀ ਗਏ ਹੋਣ, ਇੱਕਦਮ ਮਤਲਬ ਉਹ ਭਿਆਨਕ ਰੂਪ ਦਾ ਉਹਨਾਂ ਦੇ ਸਾਹਮਣੇ ਆ ਜਾਣਾ, ਪਰ ਗੁਰੂ ਪਾਤਸ਼ਾਹ ਜੀ ਦਾ ਉਹਦਾ ਉਧਾਰ ਕਰ ਦੇਣਾ, ਉਹਦੇ ਨਾਲ ਗੱਲਬਾਤ ਕਰਨਾ। ਕਿਸ ਤਰੀਕੇ ਦੀ ਚਰਚਾ ਇਹ ਜਨਮ ਸਾਖੀਆਂ ਦੇ ਵਿੱਚ ਊਟ ਪਟਾਂਗ ਜੋ ਲਿਖਿਆ ਹੋਇਆ ਹੈ ਉਹਦੇ ਬਾਰੇ ਆਓ ਆਪਾਂ ਸਤਿਕਾਰਯੋਗ ਬਾਪੂ ਇੰਦਰ ਸਿੰਘ ਜੀ ਘੱਗਾ ਜੀ ਤੋਂ ਇਹਦੀ ਜਾਣਕਾਰੀ ਲਈਏ। ਸਵਾਗਤ ਹੈ ਬਾਪੂ ਜੀ ਤੁਹਾਡਾ ਜੀ। ਫਤਿਹ ਨਾਲ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ, ਇਹ ਜਿਹੜਾ ਕਲਯੁਗ ਦਾ ਭਿਆਨਕ ਰੂਪ ਧਾਰਨ ਕਰਕੇ ਆਉਣਾ ਤੇ ਨਾਲੇ ਨਾਲ ਉਹਦਾ ਉਧਾਰ ਕਰ ਦੇਣਾ, ਔਰ ਉਹ ਕੋਈ ਬੰਦਾ ਸੀ ਜਿਹੜਾ ਵੀ ਪਹਿਲੀ ਗੱਲ ਰੂਪ ਧਾਰਨ ਕਰਕੇ ਆਇਆ ਸੀ, ਬਹੁਰੂਪੀਆ ਸੀ, ਕਿ ਅਸੀਂ ਇਹ ਮੰਨੀਏ ਕਿ ਨਾਲੇ ਕਲਯੁਗ ਤੇ ਸਤਯੁਗ ਦਾ ਇਹ ਸਾਡੇ ਸਿਰ ਇੱਕ ਤਰ੍ਹਾਂ ਦਾ ਭਾਰ ਪਾਇਆ ਹੋਇਆ, ਜਾਂ ਬੰਦੇ ਦੇ ਜਿਹੜੇ ਵਿਚਾਰ ਨੇ ਉਹੀ ਕਿਤੇ ਕਲਯੁਗ ਜਾਂ ਸਤਯੁਗੀ ਹੁੰਦੇ ਆ? ਤਾਂ ਇਹਨਾਂ ਸਾਰੇ ਸ਼ਬਦਾਂ ਦੇ ਵੀ ਅਸੀਂ ਜੇ ਨਿਚੋੜ ਕੱਢੀਏ ਤਾਂ ਉਹ ਕੀ ਆਪ ਜੀ ਇਹਦੇ ਬਾਰੇ ਕਹਿਣਾ ਚਾਹੋਗੇ ਜੀ? ਇੱਥੇ ਕਮਾਲ ਤਾਂ ਇਹ ਹੈ ਕਿ ਗੁਰਬਾਣੀ ਸਤਯੁਗ ਨੂੰ, ਕਲਯੁਗ ਨੂੰ ਪੂਰੀ ਤਰ੍ਹਾਂ ਰੱਦ ਕਰਦੀ ਹੈ। ਆਸਾ ਕੀ ਵਾਰ ਜਿਹੜੀ ਰੋਜ਼ਾਨਾ ਹੀ ਆਪਾਂ ਸੁਣਦੇ ਹਾਂ ਤੇ ਗੁਰਦੁਆਰਿਆਂ 'ਚ ਉਹਦਾ ਕੀਰਤਨ ਹੁੰਦਾ ਹੈ, ਤੇ ਉਹ ਸੁਣਨ ਤੋਂ ਬਾਅਦ ਵੀ ਸਾਨੂੰ ਸਮਝ ਨਹੀਂ ਆ ਰਿਹਾ ਸਤਯੁਗ ਰਥ ਸੰਤੋਖਾ, ਇਸੇ ਤਰ੍ਹਾਂ ਕਲਯੁਗ ਰਥ ਅਗਨ ਕਾ। ਗੁਰੂ ਨਾਨਕ ਸਾਹਿਬ ਨੇ ਇੱਥੇ ਕਿਹਾ ਵੀ ਇਹ ਇੱਕ ਹਾਲਾਤ ਦੀ ਬਣਤਰ ਹੈ ਕਿ ਕਿਹੜੇ ਹਾਲਾਤ ਦੇ ਅਨੁਸਾਰ ਜ਼ਿੰਦਗੀ ਲੋਕਾਂ ਦੀ ਚੱਲ ਰਹੀ ਹੈ। ਜਦੋਂ ਕਲਯੁਗ ਦਾ ਸਮਾਂ ਉਦੋਂ ਸਮਝ ਲਓ ਚਾਰੇ ਪਾਸੇ ਅੱਗ ਹੀ ਫੈਲੀ ਹੋਈ ਹੈ, ਵਿਰੋਧਤਾ ਦੀ, ਇੱਕ ਦੂਜੇ ਨੂੰ ਖਤਮ ਕਰਨ ਦੀ, ਈਰਖਾ ਦੀ, ਸਭ ਕਾਸੇ ਦਾ ਇਹ ਜ਼ਿਕਰ ਹੈ ਕਿ ਭਾਵ ਇਹ ਹਾਲਾਤਾਂ ਨੂੰ ਗੱਲ ਕਹਿੰਦੇ ਹੁੰਦੇ ਨੇ, ਨਾ ਕਿ ਸੱਚਮੁੱਚ ਕਿਤੇ ਕਲਯੁਗ ਜਾਂ ਸਤਯੁਗ ਨਹੀਂ ਹੁੰਦਾ ਜੀ। ਅਗਲੀ ਗੱਲ ਇਹ ਵੀ ਆਉਂਦਾ ਹੈ, ਗੁਰੂ ਨਾਨਕ ਸਾਹਿਬ ਨੇ ਜਦੋਂ ਮਥੁਰਾ ਬਿੰਦਰਾਵਣ ਗਏ, ਉੱਥੇ ਵੀ ਪੁਜਾਰੀ ਬਹੁਤ ਗਲਤ ਮਲਤ ਕੰਮ ਕਰ ਰਹੇ ਸੀ। ਜਦੋਂ ਮਰਦਾਨਾ ਜੀ ਨੇ ਤੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਵੀ ਇੱਥੇ ਧਰਮ ਸਥਾਨਾਂ ਦੇ ਉੱਤੇ ਇੰਨੇ ਬੁਰੇ ਕੰਮ ਹੋ ਰਹੇ ਨੇ, ਤੁਸੀਂ ਕੁਝ ਹੋਸ਼ ਕਰੋ, ਇਹ ਲੋਕਾਂ ਨੂੰ ਕਿਹੜੇ ਰਾਹ ਪਾਈ ਜਾਂਦੇ ਹੋ ਤੁਸੀਂ? ਤੇ ਉਹ ਕਹਿਣ ਲੱਗੇ ਜੀ ਅਸਲ ਦੇ ਵਿੱਚ ਕਲਯੁਗ ਆਇਆ ਹੋਇਆ, ਇੱਥੇ ਉਹ ਕਲਯੁਗ ਦੇ ਕਾਰਨ ਮਾੜੇ ਕੰਮ ਹੋ ਰਹੇ ਨੇ। ਉੱਥੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਸ਼ਬਦ 904 ਪੰਨੇ ਦੇ ਉੱਤੇ
ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਉਚਾਰਨ ਕੀਤਾ, ਉਹ ਧੱਜੀਆਂ ਉਡਾ ਦਿੰਦਾ ਇਹੋ ਜਿਹੀਆਂ ਗੱਲਾਂ ਦੀਆਂ। ਗੁਰੂ ਨਾਨਕ ਸਾਹਿਬ ਤਾਂ ਕਹਿ ਰਹੇ ਨੇ, ਸੋਈ ਚੰਦ ਚੜ੍ਹੈ ਸੇ ਤਾਰੇ, ਸੋਈ ਦਿਨੀਅਰ ਤਪਤ ਰਹੈ, ਸਾ ਧਰਤੀ ਸਾ ਪੌਣ ਝਲਾਰੇ, ਜੀ ਜੁਗ ਖੇਲੇ ਥਾਮ ਕੈਸੇ। ਉਹ ਭਾਈ ਉਹੀ ਚੰਦ ਹੈ, ਉਹੀ ਸੂਰਜ ਹੈ, ਉਹੀ ਧਰਤੀ ਹੈ, ਅੱਗ ਹੈ, ਹਵਾ ਹੈ, ਪਾਣੀ ਹੈ, ਸਾਰਾ ਕੁਝ ਉਹੀ ਚੱਲ ਰਿਹਾ ਹੈ। ਤੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਆਹ ਕਲਯੁਗ ਆ ਗਿਆ ਇੱਥੇ? ਅਸਲ ਦੇ ਵਿੱਚ ਗੁਰੂ ਸਾਹਿਬ ਕਹਿ ਰਹੇ ਨੇ, ਜੀਵਨ ਤਲਬ ਨਿਵਾਰ, ਹੋਵੇ ਪ੍ਰਵਾਣਾ ਕਰੈ ਧਿੰਗਾਣਾ, ਕਲ ਲੱਖਣ ਵਿਚਾਰ। ਉਹ ਮੂਰਖੋ, ਕਲਯੁਗ ਦੇ ਲੱਛਣ ਆ ਨੇ ਵੀ ਜਿਹੜਾ ਮੁਖੀ ਬਣਦਾ ਹੈ, ਸਮਾਜ ਦਾ ਲੀਡਰ, ਆਗੂ ਜਾਂ ਧਰਮ ਮੁਖੀ ਜਾਂ ਰਾਜਮੁਖੀ ਬਣਦਾ, ਉਹੀ ਲੋਕਾਂ ਤੇ ਜ਼ੋਰ ਜ਼ਬਰ ਕਰਦਾ, ਧੱਕਾ ਕਰਦਾ, ਲੁੱਟ ਕੇ ਖਾਂਦਾ। ਕਲਯੁਗ ਤੁਹਾਡੀ ਸੋਚ ਹੈ, ਲੀਡਰਾਂ ਦੀ ਸੋਚ ਹੈ, ਤੇ ਇਹ ਤੁਸੀਂ ਕਹਿ ਰਹੇ ਹੋ ਕਿ ਕਲਯੁਗ ਕਿਤੇ ਆ ਗਿਆ, ਵੀ ਦੱਸੋ ਫਿਰ ਕਿੱਥੇ ਮਹਿਲ ਪਾ ਕੇ ਬੈਠਾ ਹੈ? ਉੱਥੇ ਵੀ ਇਹ ਗੱਲਾਂ ਗੁਰੂ ਨਾਨਕ ਸਾਹਿਬ ਦੀਆਂ ਹੋਈਆਂ ਸੀ ਤੇ ਇੱਥੇ ਵੀ ਇਹਨਾਂ ਨੇ ਮੋੜ ਕੇ ਕਲਯੁਗ ਲੈ ਆਂਦਾ। ਗੱਲ ਇਹ ਹੈ ਕਿ ਇੱਥੇ ਕਲਯੁਗ ਨੇ ਪਹਿਲਾਂ ਤਾਂ ਭਿਆਨਕ ਦੈਂਤ ਦਾ ਰੂਪ ਧਾਰਨ ਕੀਤਾ। ਇਹ ਪਤਾ ਨਹੀਂ ਕਿੱਥੋਂ ਦੈਂਤ ਕਿਤੇ ਬਾਹਰਲੇ ਦੇਸ਼ ਚੋਂ ਲਿਆਉਂਦੇ ਨੇ ਕਿ ਬਾਹਰਲੀ ਦੁਨੀਆ ਚੋਂ ਲਿਆਉਂਦੇ ਨੇ ਜਿਹੜੇ ਸਾਖੀ ਵਾਲੇ ਨੇ। ਇਹ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ, ਜਾਣੀ ਕਿ ਮਦਾਰੀਆਂ ਵਾਲਾ ਤਮਾਸ਼ਾ ਇਹਨਾਂ ਜਨਮ ਸਾਖੀਆਂ 'ਚ ਕੀਤਾ ਹੋਇਆ ਤੇ ਇਹਨਾਂ ਜਨਮ ਸਾਖੀਆਂ ਤੇ ਆਧਾਰ ਤੇ ਹੀ ਸਾਡੇ ਕਥਾਵਾਚਕ ਅੱਗੇ ਕਥਾ ਸੁਣਾਈ ਜਾਂਦੇ ਨੇ ਤੇ ਅੱਗੋਂ ਸਾਡੇ ਸਮਾਜ ਦਾ ਜੋ ਕੁਝ ਹੋਣਾ ਸੀ ਆਪਾਂ ਦੇਖ ਹੀ ਰਹੇ ਹਾਂ ਵੀ ਉਹਦਾ ਨਤੀਜਾ ਜਿਹੜਾ ਨਿਕਲਿਆ। ਅੱਜ ਅਸੀਂ ਬਿਲਕੁਲ ਪੱਥਰ ਯੁੱਗ ਵੱਲ ਪਹੁੰਚ ਗਏ ਹਾਂ। ਸਿੱਖ ਅਖਵਾਉਣ ਵਾਲੇ ਜਿਨ੍ਹਾਂ ਦੀ ਗੁਰਬਾਣੀ ਵਿਗਿਆਨਕ ਢੰਗ ਨੂੰ ਉਭਾਰ ਕੇ ਸਾਡੇ ਜੀਵਨ 'ਚ ਲਾਗੂ ਕਰਨਾ ਚਾਹੁੰਦੀ ਹੈ, ਉਹ ਵਿਗਿਆਨਕ ਆਧਾਰ ਨੂੰ ਪ੍ਰਵਾਨ ਕਰਨ ਦੀ ਥਾਂ ਤੇ ਪਰੰਪਰਾਵਾਦੀ ਪੱਥਰ ਯੁੱਗ ਵਾਲੀਆਂ ਸਾਖੀਆਂ ਕਹਾਣੀਆਂ ਸਾਡੇ ਅੰਦਰ ਪਾ ਦਿੱਤੀਆਂ ਨੇ। ਇੱਥੇ ਕਲਯੁਗ ਪਹਿਲਾਂ ਤਾਂ ਆਇਆ ਬਹੁਤ ਭਿਆਨਕ ਰੂਪ ਧਾਰਨ ਕਰਕੇ ਕਿਸੇ ਦੈਂਤ ਰੂਪ 'ਚ, ਤੇ ਮਰਦਾਨਾ ਜੀ ਤਾਂ ਡਰ ਗਿਆ, ਵਿਚਾਰੇ ਦਾ ਬੁਰਾ ਹਾਲ ਹੋ ਗਿਆ, ਬਾਬਾ ਜੀ ਬਚਾਓ, ਬਾਬਾ ਜੀ ਬਚਾਓ ਲਾਪਿਆ ਕਰਨ। ਫਿਰ ਕੁਝ ਸਮੇਂ ਤੋਂ ਬਾਅਦ ਤੂਫਾਨ ਆਇਆ, ਹਨੇਰੀ ਆਈ ਤੇ ਫਿਰ ਕੁਝ ਸਮੇਂ ਤੋਂ ਬਾਅਦ ਉੱਥੇ ਮੀਂਹ ਪੈਣ ਲੱਗ ਪਿਆ। ਇਹ ਕਹਾਣੀ ਲੰਮੀ ਚੌੜੀ ਜਨਮ ਸਾਖੀ ਵਾਲੇ ਨੇ ਪਾਈ ਹੋਈ ਹੈ ਤੇ ਅਖੀਰ 'ਚ ਗੁਰੂ ਨਾਨਕ ਸਾਹਿਬ ਅਡੋਲ ਬੈਠੇ ਰਹੇ ਤੇ ਫਿਰ ਉਹ ਗੁਰੂ ਨਾਨਕ ਸਾਹਿਬ ਦੀ ਅਡੋਲਤਾ ਵੇਖ ਕੇ ਆਪਣਾ ਰੂਪ ਬਟਾ ਕੇ ਇੱਕ ਸਾਦੇ ਜਿਹੇ ਢੰਗ ਨਾਲ ਗੁਰੂ ਨਾਨਕ ਸਾਹਿਬ ਦੇ ਕੋਲੇ ਆ ਗਿਆ ਕਲਯੁਗ। ਉਹਨੇ ਆਖਿਆ ਕਿ ਮਹਾਰਾਜ, ਮੈਂ ਭਟਕਦਾ ਫਿਰਦਾ, ਕਿਸੇ ਮਹਾਂਪੁਰਖ ਨੇ ਮੇਰਾ ਉਧਾਰ ਨਹੀਂ ਕੀਤਾ, ਤੁਸੀਂ ਮੇਰਾ ਕਲਿਆਣ ਕਰੋ ਤੇ ਮੇਰੀ ਮੁਕਤੀ ਕਰੋ ਤੇ ਦੱਸੋ ਮੇਰਾ ਕੀ ਹੈ। ਗੁਰੂ ਸਾਹਿਬ ਕਹਿੰਦੇ ਵੀ ਤੈਨੂੰ ਗੁਰਦੁਆਰੇ 'ਚ ਧਰਮ ਸਥਾਨ 'ਚ ਤਾਂ ਵੜਨ ਦੀ ਇਜਾਜ਼ਤ ਨਹੀਂ ਮੈਂ ਦੇ ਸਕਦਾ, ਬਾਹਰ ਨਿਕਲ ਜਾ ਤੂੰ ਇੱਥੋਂ। ਉਹ ਕਹਿਣ ਲੱਗਾ ਜੀ ਫਿਰ ਮੈਨੂੰ ਕਦੇ ਤਾਂ ਧਰਮ ਸਥਾਨ 'ਚ ਆਉਣ ਦੀ ਇਜਾਜ਼ਤ ਦੇ ਦਿਓ। ਸਾਖੀਆਂ ਦੇ ਮੁਤਾਬਕ ਸਾਡੇ ਗੁਰਦੁਆਰਿਆਂ 'ਚ ਇਹ ਗੱਲ ਆਮ ਸੁਣਾਈ ਜਾਂਦੀ ਹੈ ਕਿ ਜਿਤਨੀ ਦੇਰ ਤੱਕ ਕੀਰਤਨ ਹੁੰਦਾ ਹੈ, ਕਥਾ ਹੁੰਦੀ ਹੈ, ਹੋਰ ਪ੍ਰੋਗਰਾਮ ਗੁਰਦੁਆਰੇ ਚੱਲਦੇ ਨੇ, ਉਦੋਂ ਕਲਯੁਗ ਬਾਹਰ ਜੁੱਤੀਆਂ ਵਾਲੀ ਥਾਂ ਤੇ ਬੈਠਾ ਰਹਿੰਦਾ ਹੈ ਤੇ ਗੁਰੂ ਨਾਨਕ ਸਾਹਿਬ ਨੇ ਉਹਨੂੰ ਵਰਦਾਨ ਦੇਤਾ ਸੀ ਤੇ ਕਿ ਜਦੋਂ ਕੜਾਹ ਪ੍ਰਸ਼ਾਦ ਵਰਤਣ ਲੱਗੇ ਤੂੰ ਉਦੋਂ ਅੰਦਰ ਆ ਜਾ ਕਰ। ਹੁਣ ਸਾਧ ਸੰਗਤ ਜੀ ਕੜਾਹ ਪ੍ਰਸ਼ਾਦ ਵਰਤਾਉਣ ਲੱਗੇ ਤੇ ਕੜਾਹ ਪ੍ਰਸ਼ਾਦ ਲੈਣ ਲੱਗੇ, ਕੜਮਸ ਤਾਂ ਹੀ ਮਚਦਾ ਹੈ ਕਿ ਹੁਣ ਕਲਯੁਗ ਅੰਦਰ ਆ ਗਿਆ, ਕੋ ਸਤਨਾਮ। ਤੇ ਹੁਣ ਇੱਥੇ ਜਿਹੜਾ ਸ਼ਬਦ ਉਚਾਰਨ ਕੀਤਾ ਹੋਇਆ ਨਾ, ਉਹ ਸ਼ਬਦ ਵੀ ਪੰਜਵੇਂ ਪਾਤਸ਼ਾਹ ਦਾ ਲਿਖਿਆ ਹੋਇਆ ਤੇ ਜੋੜ ਰੱਖਿਆ ਸਾਖੀਕਾਰ ਨੇ ਗੁਰੂ ਨਾਨਕ ਸਾਹਿਬ ਨਾਲ ਜੀ। ਇੱਥੇ ਹੈ ਡਰ ਪੈ ਧਰਤ ਆਕਾਸ਼ ਨਖੱਤਰਾ, ਸਿਰ ਉੱਪਰ ਅਮਰ ਕਰਾਰਾ। ਇਹ ਜਿਹੜਾ ਸ਼ਬਦ ਹੈ 998 ਪੰਨੇ ਤੇ, ਜਿਹਨੂੰ ਸ਼ੱਕ ਹੋਵੇ ਵੇਖ ਲਵੇ। ਸ਼ਬਦ ਸਾਖੀ ਦਿੱਤਾ ਹੋਇਆ ਜਿਹੜਾ ਉਹ ਪੰਜਵੇਂ ਪਾਤਸ਼ਾਹ ਦਾ। ਇਹ ਸਾਖੀਕਾਰ ਨੂੰ ਇਹ ਵੀ ਨਹੀਂ ਪਤਾ ਵਿਚਾਰੇ ਨੂੰ ਕਿ ਪਹਿਲੇ ਪਾਤਸ਼ਾਹ ਦਾ ਸ਼ਬਦ ਹੀ ਦੇ ਦੇਵਾਂ ਜੇ ਕੋਈ ਦੇਣਾ, ਪਰ ਇਹੋ ਜਿਹੀਆਂ ਕਹਾਣੀਆਂ ਥਾਂ ਥਾਂ ਤੇ ਫੈਲੀਆਂ ਪਈਆਂ ਨੇ। ਇੱਥੇ ਗੁਰੂ ਨਾਨਕ ਸਾਹਿਬ ਨੇ ਆਪ ਹੀ ਸਾਖੀਕਾਰ ਦੇ ਮੁਤਾਬਕ ਕਿ ਉਹਨੂੰ ਕਲਯੁਗ ਨੂੰ ਗੁਰਦੁਆਰੇ 'ਚ ਲੰਗਰ ਵੇਲੇ ਅਤੇ ਕੜਾਹ ਪ੍ਰਸ਼ਾਦ ਵਰਤਾਉਣ ਵੇਲੇ ਅੰਦਰ ਆਉਣ ਦੀ ਇਜਾਜ਼ਤ ਦੇ ਦਿੱਤੀ। ਹੁਣ ਇਸੇ ਕਰਕੇ ਲੰਗਰ ਛਕਣ ਵੇਲੇ ਸ਼ਾਂਤੀ ਨਹੀਂ ਰਹਿੰਦੀ ਤੇ ਕੜਾਹ ਪ੍ਰਸ਼ਾਦ ਵਰਤਾਉਣ ਵੇਲੇ ਸ਼ਾਂਤੀ ਨਹੀਂ ਰਹਿੰਦੀ, ਕਿਉਂਕਿ ਅੰਦਰ ਕਲਯੁਗ ਦਾਖਲ ਹੋ ਚੁੱਕਿਆ ਗੁਰਦੁਆਰੇ ਦੇ ਜੀ। ਆਹ ਹਾਲਤ ਹੈ ਸਾਡੀ। ਜਦੋਂ ਬਾਪੂ ਜੀ ਲੋਕ ਆਪਣੇ ਪੇਸ਼ੈਂਸ ਖੋ ਦਿੰਦੇ ਆ ਜਾਂ ਮਤਲਬ ਆਪਣੀ ਤਹਿਜ਼ੀਬ ਭੁੱਲ ਜਾਂਦੇ ਆ, ਤਾਂ ਆਪਣੀ ਅਕਲ ਤੋਂ ਵਾਂਝੇ ਹੋ ਕੇ ਜਦੋਂ ਕੋਈ ਕਾਰਜ ਕਰਦੇ ਆ ਜਾਂ ਸਮਾਜ ਦੇ ਵਿੱਚ ਕੋਈ ਵੀ ਪ੍ਰਸਥਿਤੀ ਏਦਾਂ ਦੀ ਵਰਤਦੀ ਹੈ, ਇਹਨਾਂ ਨੇ ਜਿਵੇਂ ਆਪਣੇ ਗਲੋਂ ਲਾ ਕੇ ਸਿੱਧਾ ਦੂਸਰੇ ਦੇ ਗਲ ਪਾਉਣਾ ਹੁੰਦੀ ਹੈ ਨਾ ਗੱਲ, ਤੇ ਅਕਸਰ ਆਪਾਂ ਉਦੋਂ ਹੀ ਇਹ ਸ਼ਬਦ ਸੁਣਦੇ ਆਂ ਵੀ ਲੈ ਭੈਣੇ ਕਲਯੁਗ ਆ ਗਿਆ, ਜਾਂ ਕੋਈ ਵੀ ਏਦਾਂ ਦੀਆਂ ਗੱਲਾਂ ਕਰਦਾ ਸੁਣਦਾ ਆਪਾਂ ਨੂੰ। ਆਮ ਆਪਾਂ ਅਕਸਰ ਨਾਟਕਾਂ ਦੇ ਵਿੱਚ, ਏਟਕਾਂ ਦੇ ਵਿੱਚ, ਜਿਹੜੇ ਵੀ ਏਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਇਸ ਚੀਜ਼ ਤੋਂ ਸਾਨੂੰ ਜਾਣੂ ਕਰਾਉਂਦੀਆਂ। ਇਸੇ ਤਰ੍ਹਾਂ ਇੱਕ ਸੈਕਿੰਡ, ਆ ਕਿਸਮਤ ਵਗੈਰਾ ਦਾ ਚੱਕਰ ਵੀ ਇਸੇ ਤਰ੍ਹਾਂ ਪਾਇਆ ਵੀ ਮੇਰੀ ਕਿਸਮਤ 'ਚ ਤਾਂ ਇਸ ਤਰ੍ਹਾਂ ਹੀ ਲਿਖਿਆ ਸੀ, ਗਲਤੀ ਆਪਣੇ ਤੋਂ ਹੁੰਦੀ ਹੈ ਤੇ ਮੱਥੇ ਕਿਸਮਤ ਦੇ ਮੜ ਦੇਣੀ ਹੈ। ਬਿਲਕੁਲ ਜੀ, ਬਿਲਕੁਲ। ਬਹੁਤ ਵਧੀਆ ਤਰੀਕੇ ਨਾਲ ਆਪ ਜੀ ਨੇ ਦੱਸਿਆ। ਬਾਪੂ ਜੀ, ਇਹ ਜਿੱਥੇ ਜਿਵੇਂ ਗੱਲ ਕੀਤੀ ਜਾਂਦੀ ਹੈ ਵੀ ਕਿਤੇ ਦੇਸ਼ ਨਾ ਆਇਆ ਸੁਣੀਐ, ਤੀਰਥ ਪਾਸ ਨਾ ਬੈਠਾ,
ਲੋਕ ਤਾਂ ਆਪਣੇ ਇਸ ਕਲਯੁਗੀ ਵਰਤਾਰੇ ਨੂੰ, ਜਾਂ ਤਾਂ ਇਹ ਕਹੀਏ ਵੀ ਜਦੋਂ ਆਪਾਂ ਇਹਦੀ ਫੋਟੋ ਵੀ ਦੇਖਦੇ ਆ ਨਾ, ਇਹਦੀ ਤਾਂ ਵਿਸ਼ੇਸ਼ ਤੌਰ ਤੇ ਫੋਟੋ ਵੀ ਬਣੀ ਹੋਈ ਆ ਕਿ ਜਿਹਦੇ ਵਿੱਚ ਇੱਕ ਭਾਈ ਬਣਾਇਆ ਹੋਇਆ, ਉਹਦੇ 2 ਸਿੰਘ ਜੇ ਵੀ ਲਾਏ ਆ ਔਰ ਉਹਦੇ ਮੱਥੇ ਤੇ ਚਮਕੀਲਾ ਜਿਹਾ ਪੱਟਾ ਬੰਨਿਆ ਹੋਇਆ ਤੇ ਮਰਦਾਨਾ ਗੁਰੂ ਬਾਬੇ ਦੇ ਪਿੱਛੇ ਬੈਠਾ ਹੋਇਆ ਵਿਖਾਇਆ ਉਹਨਾਂ ਨੇ, ਤੇ ਮਤਲਬ ਉਹ ਡਰਿਆ ਹੋਇਆ, ਸਹਿਮਿਆ ਹੋਇਆ ਭਾਈ ਮਰਦਾਨਾ, ਔਰ ਗੁਰੂ ਪਾਤਸ਼ਾਹ ਦੇ ਅੱਗੇ ਕਰਕੇ ਉਹ ਕਹਿੰਦਾ ਵੀ ਬਚਾਓ, ਹਨਾ। ਪਰ ਇਹ ਕਿਸ ਤਰ੍ਹਾਂ ਦਾ ਇੱਕ ਵਾਰਤਾਲਾਪ ਹੈ ਜਿਹੜਾ ਲੋਕਾਂ ਦੇ ਦਿਮਾਗ ਦੇ ਵਿੱਚ ਕਿਵੇਂ ਨਿਕਲ ਸਕਦਾ, ਜਿਹੜਾ ਕਲਯੁਗ ਸ਼ਬਦ ਆ, ਕਿਤੇ ਵੀ ਜਾਈਏ ਆਪਾਂ ਅੱਜ ਵੀ ਜਦੋਂ ਵੀ, ਈਵਨ ਕਿ ਮੈਂ ਲਾਸਟ ਗੱਲ ਕਰਾਂ ਤਾਂ ਇਹ ਸੁਣਨ ਨੂੰ ਮਿਲਦਾ ਕਿ ਜਿਹੜੇ ਗੁਰੂ ਨਾਨਕ ਨੇ ਨਾ, ਉਹ ਕਲਯੁਗ ਦੇ ਅਵਤਾਰ ਨੇ। ਵੇਖੋ, ਇਹ ਜੇ ਕਲਯੁਗ ਸ਼ਬਦ ਆਇਆ ਹੀ ਹੈ ਤੇ ਇਹਨਾਂ ਨੇ ਤਾਂ ਬਖਸ਼ਣਾ ਤੇ ਕੀ ਸੀ, ਗੁਰੂ ਨਾਨਕ ਨੂੰ ਵੀ ਕਲਯੁਗ ਦੇ ਅਵਤਾਰ ਕਹਿ ਕੇ ਇਹਨਾਂ ਨੇ ਹੋਰ ਹੀ ਕੁਛ ਖੜਾ ਕਰ ਦਿੱਤਾ। ਇਹਦੇ ਬਾਰੇ ਆਪ ਜੀ ਦਾ ਕੀ ਕਹਿਣਾ ਹੈ ਜੀ? ਪਹਿਲੀ ਗੱਲ ਤਾਂ ਇਹ ਹੈ ਕਿ ਇਸਲਾਮ ਦੇ ਵਿੱਚ ਯੁੱਗਾਂ ਦੀ ਵੰਡ ਕੋਈ ਨਹੀਂ, ਉਹਨਾਂ ਦੀ ਸ਼ਬਦਾਵਲੀ ਦੇ ਵਿੱਚ ਯੁੱਗ ਨਾਮ ਦੀ ਕੋਈ ਚੀਜ਼ ਨਹੀਂ ਹੈ ਜੀ ਬਾਪੂ। ਤੇ ਇਸੇ ਤਰ੍ਹਾਂ ਈਸਾਈਆਂ ਦੇ ਵਿੱਚ, ਪੱਛਮੀ ਮੁਲਕਾਂ ਦੇ ਵਿੱਚ, ਆਸਟ੍ਰੇਲੀਆ, ਨਿਊਜ਼ੀਲੈਂਡ, ਜਿਹੜੇ ਦੀ ਉਹਨਾਂ ਦੀ ਸੱਭਿਅਤਾ ਹੈ, ਉਹਨਾਂ ਦਾ ਧਰਮ ਹੈ, ਉਹਦੇ ਵਿੱਚ ਕਲਯੁਗ ਸਤਯੁਗ ਨਾਮ ਦਾ ਉੱਕਾ ਹੀ ਕੋਈ ਬੋਲਚਾਲ ਦੇ ਵਿੱਚ ਵਰਤੋਂ ਨਹੀਂ ਹੈ ਜੀ ਬਾਪੂ। ਤੇ ਆਪਾਂ ਕਿਉਂਕਿ ਭਾਰਤੀ ਸੱਭਿਅਤਾ ਦੇ ਵਿੱਚ ਗੁਰੂ ਸਾਹਿਬ ਤੇ ਭਗਤ ਸਾਹਿਬ ਜਨਮੇ ਨੇ, ਇੱਥੇ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਨਰਕ, ਸੁਰਗ, ਧਰਮਰਾਜ, ਜਮਰਾਜ, ਕਲਯੁਗ, ਸਤਯੁਗ, ਇਹ ਦੇਵੀ ਦੇਵਤੇ ਅਵਤਾਰ ਸਾਡੀ ਜ਼ਿੰਦਗੀ ਦੀ ਬੋਲਚਾਲ ਦੇ ਵਿੱਚ, ਸਾਡੇ ਵਰਤੋਂ ਵਿਹਾਰ 'ਚ ਬਹੁਤ ਲੋਕਾਂ ਦੇ ਵਿੱਚ ਇਹ ਪ੍ਰਵਾਨਿਤ ਨੇ ਲੰਮੇ ਸਮੇਂ ਤੋਂ ਪੁਜਾਰੀ ਦੇ ਪ੍ਰਚਾਰ ਕਰਨ ਦੇ ਕਾਰਨ ਜੀ। ਹੁਣ ਜਦੋਂ ਇਹ ਸਾਡੀ ਬੋਲਚਾਲ ਦੇ ਵੀ ਸ਼ਾਮਲ ਹੋ ਗਏ ਤਾਂ ਸਾਡਾ ਜਿਹੜੇ ਅਲੰਕਾਰ ਨੇ, ਗੱਲ ਕਰਨ ਦੇ ਢੰਗ ਨੇ, ਉਹ ਵੀ ਇਹਨਾਂ ਦੇ ਰਾਹੀਂ ਪ੍ਰਗਟ ਕੀਤੇ ਜਾਂਦੇ ਨੇ। ਮੈਂ ਆਪਣੀ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਮੇਰੇ ਬਾਪੂ ਜੀ ਨੇ ਮੇਰੇ ਜਨਮ ਦੇ ਸਮੇਂ ਇੱਕ ਉਹਨਾਂ ਦਾ ਦੋਸਤ ਸੀ ਬ੍ਰਾਹਮਣ, ਆਪ ਬਾਪੂ ਜੀ ਨਾਂ ਨਹੀਂ ਧਰ ਸਕੇ ਮੇਰਾ, ਉਹਨੇ ਪੰਡਿਤ ਜੀ ਨੂੰ ਜਾ ਕੇ ਪੁੱਛਿਆ ਕਿ ਪੰਡਿਤ ਜੀ ਸਾਡੇ ਘਰੇ ਲੜਕਾ ਹੋਇਆ, ਦੱਸੋ ਕੀ ਨਾਂ ਧਰੀਏ ਜੀ। ਪੰਡਿਤ ਜੀ ਨੇ, ਕਿਉਂਕਿ ਉਹ ਤਾਂ ਦੇਵਤਿਆਂ ਦਾ ਪੁਜਾਰੀ ਸੀ, ਉਹਨੇ ਸਿੱਧੇ ਹੀ ਕਹਿੰਦਾ ਲੈ ਇੰਦਰ ਦੇਵਤਾ ਤੁਹਾਡੇ ਘਰੇ ਆ ਗਿਆ, ਇਹਦਾ ਨਾਂ ਇੰਦਰ ਰੱਖ ਦੋ। ਸਿੰਘ ਤਾਂ ਬਾਅਦ ਚ ਵੱਡੇ ਹੋ ਕੇ ਬਣਦਾ ਹੁੰਦਾ, ਨਹੀਂ ਤਾਂ ਬੱਚਿਆਂ ਨੂੰ ਸਿੰਘ ਕੌਣ ਕਹਿੰਦਾ ਜੀ। ਤੇ ਮੇਰਾ ਨਾਮ ਵੀ ਉਸ ਪ੍ਰਭਾਵ ਦੇ ਥੱਲੇ ਇੰਦਰ ਦੇਵਤਾ ਰੱਖ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਮੈਂ ਇੰਦਰ ਸਿੰਘ ਬਣ ਗਿਆ। ਤੇ ਮੈਂ ਬਾਅਦ ਚ ਵੱਡੇ ਹੋ ਕੇ ਇਹ ਵੀ ਕਿਹਾ ਕਿ ਮੈਨੂੰ ਅੱਜ ਤੋਂ ਦੇਵਤਾ ਨਾ ਕਿਹਾ ਕਰੋ, ਮੈਨੂੰ ਇੰਦਰ ਸਿੰਘ ਕਿਹਾ ਕਰੋ। ਮੈਂ ਦੇਵਤੇ ਬਾਰੇ ਜਾਣ ਗਿਆ ਕਿ ਉਹਦੀ ਕੀ ਹੈਸੀਅਤ ਹੈ ਜੀ ਬਾਪੂ। ਤੋ ਇਹ ਜਿਹੜਾ ਸਾਡੀ ਸਭਿਅਤਾ ਦੇ ਵਿੱਚ ਇਹ ਚੀਜ਼ਾਂ ਦਾਖਲ ਹੋ ਜਾਂਦੀਆਂ ਨੇ, ਸਾਡੀ ਸ਼ਬਦਾਵਲੀ ਦੇ ਵਿੱਚ, ਜਿਵੇਂ ਗੁਰੂ ਸਾਹਿਬ ਤਾਂ ਉਹ ਫਲਾਣੇ ਦੇਵਤੇ ਵਰਗੇ ਸੀ, ਉਹਦੇ ਅਵਤਾਰ ਸੀ, ਕਿਉਂਕਿ ਪਹਿਲਾਂ ਤੋਂ ਉਹਨਾਂ ਦੇਵੀ ਦੇਵਤਿਆਂ ਦਾ ਜਿਹੜਾ ਚਿੱਤਰ ਹੈ ਲੋਕਾਂ ਦੇ ਮਨਾਂ 'ਚ ਬਿਠਾਇਆ ਹੁੰਦਾ ਹੈ। ਤੇ ਉਹੀ ਫਿਰ ਨਵੇਂ ਬੰਦੇ ਨੂੰ ਕਹਿਣ, ਜਦੋਂ ਆਪਾਂ ਆਮ ਹੀ ਕਿਸੇ ਨੂੰ ਮਿਲਦੇ ਆ, ਆ ਤਾਂ ਤੂੰ ਤਾਂ ਮੇਰੇ ਵਾਸਤੇ ਨਾ ਭਗਵਾਨ ਬਣ ਕੇ ਪ੍ਰਗਟ ਹੋਇਆ, ਅਵਤਾਰ ਬਣ ਕੇ ਪ੍ਰਗਟ ਹੋਇਆ, ਦੇਵਤਾ ਆ ਗਿਆ ਮੇਰੇ ਵਾਸਤੇ, ਇਹ ਸ਼ਬਦਾਵਲੀ ਸ਼ਾਮਲ ਹੋ ਗਿਆ ਜੀ। ਉਹ ਸ਼ਬਦਾਵਲੀ ਛੱਡਣੀ ਬਹੁਤ ਔਖੀ ਹੈ। ਤੁਸੀਂ ਕਦੇ ਤਜਰਬਾ ਕਰਕੇ ਵੇਖੋ, ਕਬੀਰ ਜੀ ਦੀ ਬਾਣੀ ਤੇ ਨਾਮਦੇਵ ਜੀ ਦੀ ਬਾਣੀ ਹੈ, ਗੁਰੂ ਸਾਹਿਬ ਦੀ ਬਾਣੀ ਹੈ, ਇਹਨਾਂ ਦੀ ਬਾਣੀ 'ਚ ਭਾਰਤੀ ਸਭਿਅਤਾ ਵਾਲੇ ਸ਼ਬਦ ਹੈਗੇ ਹੈ ਜੀ। ਭਾਵੇਂ ਕਿ ਇਹਨਾਂ ਨੇ ਦੇਵੀ ਦੇਵਤਿਆਂ ਆਦਿਕ ਦਾ ਖੰਡਨ ਕੀਤਾ ਹੈ, ਪਰ ਬਾਬਾ ਫਰੀਦ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਉਹਦੇ ਵਿੱਚ ਕਿਸੇ ਦੇਵੀ ਦੇਵਤੇ ਦਾ ਨਾਮੋ ਨਿਸ਼ਾਨ ਨਹੀਂ ਲੱਭੂਗਾ, ਕਿਉਂਕਿ ਉਹਨਾਂ ਦੀ ਪਾਲਣਾ ਪੋਸ਼ਣਾ, ਉਹਨਾਂ ਦੀ ਸਭਿਅਤਾ ਵੱਖਰੀ ਹੈ ਜੀ। ਇਸ ਕਰਕੇ ਵੀ ਜਿਵੇਂ ਆਪਣੇ ਕੁਝ ਸ਼ਬਦ ਨੇ, ਅੰਮ੍ਰਿਤ ਵੇਲਾ ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਜਾਂ ਝਿਮ ਝਿਮ ਬਰਸਾ ਅੰਮ੍ਰਿਤ ਧਾਰਾ, ਇਹ ਪੱਛਮੀ ਸਭਿਅਤਾ ਦੇ ਵਿੱਚ ਇਹਨਾਂ ਚੀਜ਼ਾਂ ਦਾ ਨਾਮੋ ਨਿਸ਼ਾਨ ਹੀ ਨਹੀਂ ਹੈ, ਕਿਉਂਕਿ ਉੱਥੇ ਬਬੀਹੇ ਬੋਲਦੀ ਨਹੀਂ ਹਨ ਜੀ, ਤੇ ਉੱਥੇ ਅੰਮ੍ਰਿਤ ਵੇਲੇ ਦਾ ਨਾਮੋ ਨਿਸ਼ਾਨ ਹੀ ਨਹੀਂ ਕਿਤੇ ਹੈ। ਇਹ ਜਿਹੜੀਆਂ ਚੀਜ਼ਾਂ ਸਾਡੇ ਖਿੱਤੇ 'ਚ ਹੁੰਦੀਆਂ ਨੇ, ਉਹ ਹੌਲੀ ਹੌਲੀ ਸਾਡੀ ਜ਼ਬਾਨ ਦਾ, ਸਾਡੀ ਬੋਲਚਾਲ ਦਾ, ਵਰਤੋਂ ਵਿਹਾਰ ਦਾ ਹਿੱਸਾ ਬਣ ਜਾਂਦੀਆਂ ਨੇ। ਇਹਨਾਂ ਨੂੰ ਗੁਰੂ ਸਾਹਿਬ ਨੇ ਪਖੰਡ ਨੂੰ ਪੂਰੀ ਤਰ੍ਹਾਂ ਦੇਵੀ ਦੇਵਤਿਆਂ ਨੂੰ ਰੱਦ ਕੀਤਾ, ਯੁੱਗਾਂ ਨੂੰ ਰੱਦ ਕੀਤਾ, ਇਹਨਾਂ ਦੀ ਕੋਈ ਹੋਂਦ ਨਹੀਂ ਹੈ। ਤੇ ਇਹਨਾਂ ਤੋਂ ਆਪਾਂ ਜਿਹੜਾ ਇਹਨਾਂ ਦਾ ਪ੍ਰਭਾਵ ਦੱਸਿਆ ਜਾਂਦਾ ਹੈ ਕਿ ਸਤਯੁਗ 'ਚ ਆ ਸੀ, ਕਲਯੁਗ 'ਚ ਆ ਸੀ, ਤ੍ਰੇਤਾ ਦੁਆਪਰ 'ਚ ਆ ਸੀ, ਇਹ ਤਾਂ ਯੁੱਗਾਂ ਦੀ ਜੇ ਉਮਰ ਗਿਣ ਲੱਗ ਪਈਏ, ਇਹ ਵੀ ਹਿਸਾਬ ਕਿਤਾਬ ਤੋਂ ਬਾਹਰ ਹੀ ਕੰਮ ਹੈ। ਜਿੱਡੀ ਗੱਪ ਪੁਜਾਰੀ ਤੋਂ ਮਾਰੀ ਜਾ ਸਕਦੀ ਸੀ, ਓਡੀ ਓਡੀ ਗੱਪ ਇਹਨਾਂ ਯੁੱਗਾਂ ਦੇ ਨਾਲ ਜੋੜ ਕੇ ਮਾਰੀ ਗਈ ਹੈ। ਦੇਵੀ ਦੇਵਤੇ ਯੁੱਗਾਂ ਦੇ ਅਵਤਾਰ ਬਣਾ ਦਿੱਤੇ ਗਏ ਨੇ। ਗੁਰੂ ਸਾਹਿਬ ਦਾ ਸਿੱਧਾ ਇਨਸਾਨੀਅਤ ਨਾਲ ਸੰਬੰਧ ਹੈ ਤੇ ਉਹਨਾਂ ਦਾ ਇਹਨਾਂ ਯੁੱਗਾਂ ਜੱਗਾਂ ਨਾਲ ਕਿਸੇ ਚੀਜ਼ ਨਾਲ ਸੰਬੰਧ ਨਹੀਂ, ਉਹਨੇ ਤਾਂ ਸਗੋਂ ਰੱਦ ਕੀਤਾ ਇਹਨਾਂ ਯੁੱਗਾਂ ਨੂੰ। ਬਿਲਕੁਲ ਜੀ, ਬਹੁਤ ਵਧੀਆ ਗੱਲ ਹੈ। ਇੱਕ ਗੱਲ ਯਾਦ ਰੱਖਿਓ ਸਰੋਤਿਓ, ਜਦ ਨਾ ਅਸੀਂ ਜਨਮ ਤੋਂ ਪਹਿਲਾਂ ਦੀਆਂ ਗੱਲਾਂ ਤੇ ਨਾ ਅਸੀਂ ਮੌਤ ਤੋਂ ਬਾਅਦ ਦੇ ਫੰਡੇ ਜਿਹੜੇ ਆ ਇਹ ਲੈ ਕੇ ਚੱਲਣੇ ਆ। ਆਪਣੀ ਜ਼ਿੰਦਗੀ ਨੂੰ ਜੇਕਰ ਅਸੀਂ ਸਵਾਰਨਾ ਤਾਂ ਆਪਣੇ ਜਿਉਂਦੇ ਜੀ ਆਪਣੀ ਅਕਲ, ਆਪਣੀ ਸਮਝ ਜੀ ਨੂੰ ਅਸੀਂ ਵਿਕਸਿਤ ਕਰਨ ਦੀ ਵਾਰ-ਵਾਰ ਗੱਲ ਕਰਦੇ ਹਾਂ। ਔਰ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਵੀ ਹਰ ਥਾਂ ਤੇ ਜਿਹੜਾ ਵਿਕਾਸ ਨਾਮ ਦੇ ਤਰੀਕੇ ਨਾਲ, ਅਕਲ ਦੇ ਤਰੀਕੇ ਨਾਲ, ਗਿਆਨ ਦੇ ਤਰੀਕੇ ਨਾਲ ਆਪਣੇ ਆਪ ਨੂੰ ਠੀਕ ਕਰਨ ਦਾ ਜੋ ਸਾਨੂੰ ਦੱਸਿਆ ਹੈਗਾ, ਉਹਨੂੰ ਜ਼ਰੂਰ ਯਾਦ ਰੱਖੀਏ। ਕਲਯੁਗ ਨਾਮ ਦੀ ਕੋਈ ਚੀਜ਼ ਨਹੀਂ ਹੈ। ਬਾਬੇ
ਕਬੀਰ ਵਰਗਿਆਂ ਨੇ, ਬਹੁਤ ਸਾਰਿਆਂ ਨੇ, ਇਹ ਸਾਰਿਆਂ ਦਾ ਜਿਹੜਾ ਸਾਨੂੰ ਬੇਸ ਦੱਸ ਕੇ ਕਿ ਪੰਡਤ ਦਾ ਸਭ ਤੋਂ ਸ਼ਾਤਰ ਦਿਮਾਗ ਜਿਹੜਾ ਹੋਣ ਕਰਕੇ ਉਹਨੇ ਲੋਕਾਂ ਦੇ ਜਦੋਂ ਉਹਨਾਂ ਨੂੰ ਡਰਾ ਧਮਕਾ ਕੇ ਜਾਂ ਇਉਂ ਕਹਿ ਲਈਏ ਭੰਬਲ ਭੂਸੇ ਦੇ ਵਿੱਚ ਪਾ ਕੇ ਆਪਣਾ ਉੱਲੂ ਸਿੱਧਾ ਕਰਨਾ ਸੀ, ਤਾਂ ਉਹਨੇ ਏਦਾਂ ਦੀ ਜਿਹੜੀ ਸ਼ਬਦਾਵਲੀ ਹੈਗੀ ਆ ਉਹ ਧਾਰਮਿਕ ਤੌਰ ਤੇ ਸਾਡੇ ਜ਼ਿਹਨ ਦੇ ਵਿੱਚ ਬਿਠਾਈ ਹੋਈ ਹੈ। ਔਰ ਬਾਪੂ ਜੀ ਨੇ ਗੱਲ ਇਸਲਾਮ ਦੀ ਵੀ ਕੀਤੀ ਹੈ, ਤੇ ਮੈਂ ਇਹ ਵੀ ਕਹਿ ਦਿੰਦਾ ਕਿ ਉਹਨਾਂ ਦੇ ਵਿੱਚ ਵੀ ਬੜੇ ਡਰ ਭੈ ਦੇ ਜਦੋਂ, ਕਿਉਂਕਿ ਅਸਲੀ ਤੌਰ ਤੇ ਆਪਾਂ ਇਸਲਾਮਿਕ ਸੱਜਣਾ ਨੂੰ ਮਿਲੀਏ ਤਾਂ ਉਹਨਾਂ ਦੇ ਵਿੱਚ ਅਜਿਹਾ ਕੁਛ ਨਹੀਂ ਮਿਲਦਾ। ਪਰ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਧੂੜ ਜੰਮਦੀ ਰਹਿੰਦੀ ਆ, ਜਿਹਦੀਆਂ ਗਿਆਨ ਵਾਲੀਆਂ ਖਿੜਕੀਆਂ ਬੰਦ ਹੋ ਜਾਣ ਉਹਦੇ ਚ ਜਾਲੇ ਲੱਗਣੇ ਜਿਹੜੇ ਆਮ ਹੋ ਜਾਂਦੇ ਆ, ਏਦਾਂ ਦੀ ਗੱਲ ਹੈਗੀ ਆ ਜਿਹਦੀ ਸਾਫ਼ ਸਫਾਈ ਨਾ ਕੀਤੀ ਗਈ ਹੋਵੇ। ਉਧਰ ਵੀ ਕਿਤੇ ਕੋਈ ਫਰਿਸ਼ਤਾ, ਇਜ਼ਰਾਈਲ ਫਰਿਸ਼ਤਾ ਆ ਜਾਂਦਾ, ਜਿਵੇਂ ਆਪਾਂ ਗੱਲ ਕਰਦੇ ਹਾਂ ਕਹਿ ਕਰਨਾਠੀ, ਅੱਜ ਗੁਰੂ ਬਾਬਾ ਫਰੀਦ ਜੀ ਦੀ ਗੱਲ ਵੀ ਅੱਜ ਆਪਾਂ ਕਰਾਂਗੇ। ਇਹ ਸਾਰੀਆਂ ਗੱਲਾਂ ਦੇ ਵਿੱਚ ਆਪਾਂ ਅੱਗੇ ਆ ਕੇ ਕਰਦੇ ਹਾਂ। ਇਹ ਕੁਛ ਨਾ ਕੁਛ ਮਿਲਦਾ ਰਹਿੰਦਾ ਜਿਹਦੇ ਨਾਲ ਸਾਨੂੰ ਚੇਟਕ ਲੱਗਣੀ ਚਾਹੀਦੀ ਹੈ ਕਿ ਅਸੀਂ ਗਿਆਨ ਲੈ ਕੇ ਅੱਗੇ ਵਧੀਏ। ਹਾਂਜੀ ਬਾਪੂ ਜੀ, ਇੱਥੇ ਗੱਲ ਹੋਈ ਹੈ ਕਲਯੁਗ ਦੀ। ਅਗਲੀ ਗੱਲ ਜੇ ਮੈਂ ਕਰਨੀ ਚਾਹਾਂਗਾ ਜੀ ਕੀਟਨਗਰ ਦੀ। ਪਹਿਲੀ ਗੱਲ ਤੇ ਗੁਰੂ ਸਾਹਿਬ ਨੂੰ ਪਤਾ ਨਹੀਂ ਕਿਹੜੇ ਕਿਹੜੇ ਨਗਰਾਂ ਦੇ ਵਿੱਚ ਇਹ ਸਾਖੀਕਾਰ ਲੈ ਕੇ ਜਾਂਦਾ, ਔਰ ਇਹ ਇੱਕ ਥਾਂ ਤੇ ਤਾਂ ਗੁਰੂ ਸਾਹਿਬ ਨੂੰ ਜਦੋਂ ਕੀੜਨਗਰ ਦੇ ਵਿੱਚ ਲੈ ਜਾਂਦਾ, ਕਹਿੰਦਾ ਲੱਖਾਂ ਦੀ ਫੌਜ ਨੇ ਜਿਹੜਾ ਉਹਨੂੰ ਕੀੜਿਆਂ ਨੇ ਹਰਾ ਦਿੱਤਾ, ਔਰ ਇੱਕ ਨਾਲ ਸ਼ਬਦ ਵੀ ਲਿਖਿਆ ਜਾਂਦਾ ਸ਼ੀਹਾਂ ਬਾਜਾਂ ਚਰਗਾਂ ਕੂਈਆਂ। ਮੈਨੂੰ ਇੱਕ ਹੋਰ ਗੱਲ ਵਿੱਚੋਂ ਸਕਿਪ ਹੋ ਗਈ ਸੀ, ਉਹ ਹੈ ਕਿ ਤੁਹਾਨੂੰ ਵੀ ਪਿਛਲੇ ਦਿਨੀ ਇੱਕ ਵਿਸ਼ੇਸ਼ ਆਪਣਾ ਇਹ ਖਾਲਸਾ ਨਿਊਜ਼ ਵਾਲਿਆਂ ਨੇ ਵੀ ਇਹਦੇ ਬਾਰੇ ਟਿੱਪਣੀ ਕੀਤੀ ਕਿ ਸ਼ਾਇਦ ਹਰਦੇਵ ਜੰਮੂ ਨੇ ਵੀ ਇਸ ਬਾਰੇ ਗੱਲ ਕੀਤੀ ਕਿ ਉਹ ਕਹਿੰਦਾ ਕਿ ਤੁਹਾਡਾ ਤਾਂ ਨਾਮ ਆਪਦਾ ਇਹਦੇ ਤੇ ਹੈਗਾ। ਪਤਾ ਨਹੀਂ ਬਖਸ਼ੀਸ਼ ਸਿੰਘ ਨੇ ਇਹ ਗੱਲ ਲਿਖੀ ਕਿ ਹਰਦੇਵ ਸਿੰਘ ਜੰਮੂ ਨੇ ਕਹੇ ਤੁਸੀਂ ਤਾਂ ਆਪ ਦੇਵਤੇ ਵਾਲਾ ਨਾਮ ਰਖਵਾਇਆ, ਪਹਿਲਾਂ ਤਾਂ ਨਾਮ ਹੀ ਬਦਲ ਲਿਆ ਆਪਣਾ, ਰਖਵਾਇਆ ਹੋਇਆ। ਹਾਂ, ਤੁਸੀਂ ਅੱਜ ਸ਼ੁਕਰ ਹੈ ਵੀ ਕਲੀਅਰ ਕੀਤਾ ਉਹਨੂੰ। ਤੇ ਮੈਂ ਇਹ ਵੀ ਚਾਹਾਂਗਾ ਕਿ ਹਰਦੇਵ ਸਿੰਘ ਜੰਮੂ ਜੀ ਤੁਸੀਂ ਇਸ ਗੱਲ ਨੂੰ ਜ਼ਰੂਰ ਨਾਲ ਬੰਨ ਲਿਓ, ਕਿਉਂਕਿ ਤੁਸੀਂ ਤਾਂ ਆਪਦੇ ਆਪ ਨੂੰ ਬਹੁਤ ਮੁਹਾਰਤ ਰੱਖਣ ਵਾਲੇ ਵਿਦਵਾਨ ਸਾਬਿਤ ਕਰਦੇ ਹੋ, ਔਰ ਤਰ੍ਹਾਂ ਤਰ੍ਹਾਂ ਦੇ ਲੇਖ ਲਿਖ ਕੇ ਜਿਹੜੇ ਉਹ ਆਪਣੇ ਆਪ ਨੂੰ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹੋ। ਆਹ ਗੱਲ ਜ਼ਰੂਰ ਯਾਦ ਰੱਖ ਲਿਆ ਕਰੋ, ਨਹੀਂ ਤਾਂ ਏਦਾਂ ਜੇ ਨਾਮ ਆਪਾਂ ਵੇਖਣ ਲੱਗ ਜਾਈਏ ਤਾਂ ਅਸੀਂ ਕਰਮ ਨਾਮ ਦੇ ਵਿੱਚ ਬਿਲੀਵ ਕਰਦੇ ਹਾਂ। ਸਾਡਾ ਕੰਮ ਹੀ ਜਿਵੇਂ ਤਰਖਾਣ ਤਰ ਦਾ ਕੰਮ, ਲੱਕੜ ਦਾ ਕੰਮ ਕਰਦੇ ਸੀ, ਤਰਖਾਣ ਪੈ ਗਏ, ਏਦਾਂ ਸਾਨੂੰ ਕੋਈ ਫਰਕ ਨਹੀਂ ਪੈਣ ਲੱਗਾ। ਅਸੀਂ ਜੇ ਦੇਵਤਿਆਂ ਦੇ ਨਾਮ ਤੇ ਆਪਦਾ ਨਾਮ ਰੱਖ ਕੇ ਵੀ ਉਹਨਾਂ ਦੀ ਮਤਲਬ ਕੁੱਲ ਨਾਸ਼ ਕਰਨ ਵਾਲਾ ਕੰਮ ਕਰਨ ਰਹੇ ਹਾਂ, ਸਾਨੂੰ ਕੋਈ ਇਹਦੇ ਨਾਲ ਪ੍ਰੋਬਲਮ ਨਹੀਂ ਹੈ। ਇਸ ਕਰਕੇ ਉਹਨਾਂ ਨੂੰ ਜ਼ਰੂਰ ਨੋਟ ਕਰ ਲੈਣਾ ਚਾਹੀਦਾ। ਹਾਂ, ਇੱਕ ਨਾ ਇੱਥੇ ਹਰਦੇਵ ਸਿੰਘ ਬਾਰੇ ਵੀ ਟਿੱਪਣੀ ਕੀਤੀ ਸੀ ਫੇਸਬੁੱਕ ਤੇ ਬਹੁਤ ਸਾਰੇ ਭੈਣ ਭਾਈਆਂ ਨੇ, ਕਹਿੰਦੇ ਹਰੀ ਅਤੇ ਦੇਵ, ਇਹਦਾ ਨਾਮ ਤਾਂ ਦੋ ਦੇਵਤਿਆਂ ਨਾਲ ਜੁੜਿਆ ਹੋਇਆ, ਪਹਿਲਾਂ ਆਪਣੇ ਨਾਮ ਦਾ ਤਾਂ ਸੋਧ ਕਰ ਲਵੇ ਇਹ। ਸਹੀ ਹੈ ਬਾਪੂ ਜੀ, ਕਿਉਂਕਿ ਬੰਦੇ ਨੂੰ ਆਪਣੇ ਪਹਿਲਾਂ ਕਹਿੰਦੇ ਨਾ ਪੀੜੀ ਹੇਠ ਸੋਟੀ ਮਾਰ ਲੈਣੀ ਚਾਹੀਦੀ ਹੈ, ਤੇ ਇਹ ਜ਼ਰੂਰ ਉਹਨਾਂ ਨੂੰ ਖਿਆਲ ਰੱਖਣਾ ਚਾਹੀਦਾ ਸੀ ਵੀ ਤੂੰ ਤਾਂ ਪਹਿਲਾਂ ਹੀ ਭਰਾਵਾ ਹਰੀ ਤੇ ਦੇਵ ਆ, ਤੇ ਜੇ ਤੂੰ ਤਾਂ ਖੁਦ ਹੀ ਆਪਦੇ ਆਪ ਨੂੰ ਦੇਵ ਖਵਾਈ ਬੈਠਾ ਤੇ ਫਿਰ ਤੇਰਾ ਕੀ ਕੀਤਾ ਜਾ ਸਕਦਾ। ਉਹ ਬਹੁਤ ਚੱਜੀ ਸੀ, ਉਹ ਮੈਂ ਵੀ ਪੜ੍ਹੀ ਹੈ ਜੀ। ਅੱਗੇ ਮੈਂ ਗੱਲ ਕਰਨੀ ਚਾਹੂੰਗਾ ਬਾਪੂ ਜੀ ਕੀੜਨਗਰ ਦੀ। ਪਹਿਲੀ ਗੱਲ ਤੇ ਕੋਈ ਨਗਰ ਹੁੰਦਾ ਹੈ ਜਾਂ ਇੱਥੇ ਦੇਖਿਆ ਜਾ ਸਕਦਾ ਜਿਹੜਾ ਕੀੜਨਗਰ ਹੋਵੇ। ਦੂਜੀ ਗੱਲ ਜਿਹੜੀ ਹੈਗੀ ਆ ਵੀ ਉਹਨੇ ਫੌਜਾਂ ਨੂੰ ਹਰਾ ਦਿੱਤਾ, ਤੇ ਉਹਦੇ ਨਾਲ ਸ਼ਬਦ ਵੀ ਜਿਹੜਾ ਜੋੜਿਆ ਗਿਆ ਸ਼ੀਹਾਂ ਬਾਜਾਂ ਚਰਗਾਂ ਕੂਈਆਂ ਇਹਨਾਂ ਖਵਾਲੇ ਘਾਹ। ਇਹਦੇ ਬਾਰੇ ਆਪ ਜੀ ਕੀ ਟਿੱਪਣੀ ਕਰੋਗੇ? ਇੱਥੇ ਨਾ ਅਸਲ ਦੇ ਵਿੱਚ ਤਾਂ ਗੁਰੂ ਨਾਨਕ ਸਾਹਿਬ ਨੇ ਇਹ ਲੰਮਾ ਸ਼ਬਦ ਉਚਾਰਨ ਕੀਤਾ ਹੋਇਆ 144 ਪੰਨੇ ਦੇ ਉੱਤੇ ਸੁਭਾਏਮਾਨ ਹੈ ਜੀ। ਹੁਣ ਕੀਟਨਗਰ ਕਿਤੇ ਵੀ ਨਹੀਂ ਹੁੰਦਾ, ਪਰ ਸਾਖੀਕਾਰ ਨੇ ਸ਼ਬਦ ਤਾਂ ਪੜ੍ਹ ਲਿਆ, ਪਰ ਉਹਨੂੰ ਇਹ ਨਹੀਂ ਪਤਾ ਇਹਦੀ ਭਾਵਨਾ ਕੀ ਹੈ ਤੇ ਕਿਉਂ ਉਚਾਰਨ ਕੀਤਾ ਗਿਆ। ਉਹਨੇ ਆਪਣੀ ਕਲਪਨਾ ਕਰਕੇ ਵਿਚਾਰੇ ਨੇ ਕੀਟਨਗਰ ਵੀ ਮਿਥ ਲਿਆ, ਤੇ ਕੀਟਨਗਰ ਨੂੰ ਜਿੱਤਣ ਵਾਲੇ ਰਾਜੇ ਵੀ ਮਿਥ ਲਏ, ਤੇ ਫਿਰ ਰਾਜਿਆਂ ਨੂੰ ਹਰਾਉਣ ਵਾਲੀਆਂ ਅੱਗੋਂ ਕੀੜੀਆਂ ਦੀ ਫੌਜ ਵੀ ਮਿਥ ਲਈ, ਤੇ ਕੀੜੀਆਂ ਦੀ ਜਿਹੜੇ ਮਾਲਕ ਸੀ, ਕੀੜੀਆਂ ਦੀ ਰਾਣੀ ਸੀ, ਉਹਨੇ ਇੰਨੇ ਖਾਣੇ ਲਿਆ ਕੇ ਫੌਜਾਂ ਦੇ ਮੂਹਰੇ ਰੱਖ ਦਿੱਤੇ, ਹੱਦ ਹੋ ਗਈ ਹੈ। ਕਹਾਣੀ ਇਹ ਬਣਾਈ ਗਈ ਕਿ ਇੱਕ ਰਾਜਾ ਉੱਥੋਂ ਦੀ ਲੰਘ ਰਿਹਾ ਸੀ, ਕੀੜੀਆਂ ਨੇ ਦੀ ਰਾਣੀ ਸੀ ਜਿਹੜੀ ਉਹਦੇ ਕੋਲੇ ਆ ਗਈ, ਤੂੰ ਸਾਡੇ ਕੋਲੇ ਖਾਣਾ ਖਾਓ, ਇੱਥੇ ਠਹਿਰ ਜਾਓ। ਉਹਨੇ ਜਿੱਦ ਕੀਤੀ, ਅਸੀਂ ਤੁਹਾਡੇ ਕੀੜੀਆਂ ਮਕੌੜੀਆਂ ਦਾ ਖਾਣਾ ਨਹੀਂ ਖਾਣਾ, ਤੁਹਾਡੇ ਕੋਲੇ ਕੀ ਚੀਜ਼ ਹੈ? ਤੇ ਉਹਨਾਂ ਨੇ ਜੀ ਕੀੜੀਆਂ ਦੀ ਫੌਜ ਆਪਣੀ ਲੁਕੀ ਹੋਈ ਅੰਦਰੋਂ ਕੱਢੀ ਤੇ ਸਾਰਿਆਂ ਨੂੰ ਡੰਗ ਮਾਰੇ, ਤੇ ਉਹ ਕੀੜੀਆਂ ਦੇ ਜ਼ਹਿਰ ਨਾਲ ਸਾਰੀ ਦੀ ਸਾਰੀ ਫੌਜ ਉੱਥੇ ਲੰਮੀ ਪੈ ਗਈ, ਮਰ ਗਈ। ਤੇ ਕੁਝ ਸਮੇਂ ਤੋਂ ਬਾਅਦ ਫਿਰ ਇੱਕ ਹੋਰ ਰਾਜਾ ਆਇਆ, ਕੀੜੀਆਂ ਨੇ ਉਹਨਾਂ ਨੂੰ ਵੀ ਖਾਣਾ ਖਾਣ ਦੀ ਬੇਨਤੀ ਕੀਤੀ, ਉਹ ਵੀ ਜਿੱਦ ਕਰਨ ਲੱਗੇ। ਫਿਰ ਉਹਨਾਂ ਕੀੜੀਆਂ ਨੇ ਉਹਨਾਂ ਨੂੰ ਦਿਖਾਇਆ ਕਿ ਆਹ ਦੇਖ ਲਓ, ਪਹਿਲਾਂ ਇੰਨੇ ਮਰੇ ਪਏ ਨੇ ਤੇ ਤੁਹਾਡਾ ਵੀ ਇਹੀ ਹਾਲ ਹੋਊਗਾ, ਨਹੀਂ ਤਾਂ ਸਾਡਾ ਕਹਿਣਾ ਮੰਨ ਲਓ।
ਉਹ ਕਹਿਣ ਲੱਗੇ ਚੰਗਾ ਤੁਹਾਡੇ ਕੋਲ ਇਹਨਾਂ ਨੂੰ ਜਿਉਂਦੇ ਕਰਨ ਦੀ ਤਾਕਤ ਵੀ ਹੈਗੀ ਹੈ। ਉਹ ਕੀੜੀ ਕਹਿੰਦੀ ਹਾਂ ਹੈਗੀ ਹੈ। ਕਹਿੰਦਾ ਫਿਰ ਜਿਉਂਦੇ ਕਰਕੇ ਵਿਖਾਓ। ਉਹਨਾਂ ਨੇ ਫੇਰ ਕੀੜੀਆਂ ਨੇ ਅੰਦਰੋਂ ਆਪਣੇ ਅੰਮ੍ਰਿਤ ਪੈਦਾ ਕੀਤਾ ਤੇ ਉਹਨਾਂ ਦਾ ਜਾ ਕੇ ਥਾਂ ਥਾਂ ਤੇ ਜਿੱਥੇ ਜ਼ਹਿਰੀਲੇ ਡੰਗ ਮਾਰੇ ਸੀ ਫਿਰ ਦੂਜੇ ਅੰਮ੍ਰਿਤ ਵਾਲੇ ਦੰਦੀਆਂ ਵੱਢ ਲਈਆਂ ਤੇ ਫਿਰ ਸਾਰੀ ਫੌਜ ਜਿਉਂਦੀ ਹੋ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਇਹ ਕਹਾਣੀਆਂ ਇਹਨਾਂ ਨੇ ਇੱਥੇ ਪਾਈਆਂ ਹੋਈਆਂ ਨੇ। ਤੇ ਇਹ ਨਵਾਂ ਰਾਜਾ ਜਿਹੜਾ ਫਿਰ ਆਇਆ ਸੀ ਇਹ ਝੁੱਕ ਗਿਆ। ਇਹਨਾਂ ਨੇ ਫਿਰ ਜਦੋਂ ਉੱਥੇ ਖਾਣੇ ਖਵਾਏ ਕੀੜੀਆਂ ਨੇ ਹੱਦ ਹੀ ਹੋ ਗਈ, ਹੈਰਾਨ ਹੋ ਗਏ, ਇੰਨੇ ਤਰ੍ਹਾਂ ਦੇ ਖਾਣੇ ਖਵਾਏ, ਇਹ ਨਿਹਾਲ ਹੋ ਗਏ। ਅਸਲ ਦੇ ਵਿੱਚ ਸਾਡੇ ਜਿਹੜੇ ਸਾਖੀ ਨੂੰ ਪੜ੍ਹ ਕੇ ਭਰਾ ਇਸ ਸ਼ਬਦ ਦੇ ਅਰਥ ਵੀ ਆਪਣੀ ਮਨਮਰਜ਼ੀ ਦੇ ਬੇਤੁਕੇ ਕਰ ਰਹੇ ਨੇ। ਨਾ ਤਾਂ ਕਿਤੇ ਕੀੜੀਆਂ ਇਸ ਤਰ੍ਹਾਂ ਕਰ ਸਕਦੀਆਂ ਨੇ ਤੇ ਨਾ ਕੀੜੀਆਂ ਦਾ ਕੋਈ ਕਿਤੇ ਦੇਸ਼ ਹੈ ਤੇ ਨਾ ਕੋਈ ਰਾਜਾ ਕੀੜੀਆਂ ਤੋਂ ਹਾਰ ਸਕਦਾ। ਇਹੋ ਜਿਹਾ ਕੁਝ ਵੀ ਨਹੀਂ ਹੈ, ਕੇਵਲ ਸ਼ਬਦਾਵਲੀ ਹੈ। ਉਹ ਸ਼ਬਦਾਵਲੀ ਇਹਨਾਂ ਨੂੰ ਸਮਝ ਨਹੀਂ ਆਈ। ਭਾਵ ਤਾਂ ਇਹ ਹੈ ਕਿ ਕੀੜਾ ਥਾਪ ਦੇ ਪਾਤਸ਼ਾਹੀ ਤੋਂ ਭਾਵ ਹੈ ਗੁਰੂ ਨਾਨਕ ਸਾਹਿਬ ਇੱਥੇ ਆਏ ਸੀ ਕੀੜਿਆਂ ਮਕੌੜਿਆਂ ਵਰਗੇ ਨਾ ਬੇਅਕਲ ਅਤੇ ਘੱਟ ਤਾਕਤ ਵਾਲੇ ਹਾਰੇ ਹੋਏ ਗੁਲਾਮ ਲੋਕ ਉਹਨਾਂ ਨੂੰ ਬਾਦਸ਼ਾਹਤ ਦੇਣ ਦਾ ਇੱਕ ਗੁਰੂ ਸਾਹਿਬ ਦਾ ਬੇਅੰਤ ਉੱਚਾ ਉਪਰਾਲਾ ਸੀ ਕਿ ਮੈਂ ਤੁਹਾਨੂੰ ਹਿੰਮਤੀ, ਉਦਮੀ, ਏਕਤਾ ਦੇ ਸੂਤਰ ਵਿੱਚ ਪਰੋਏ ਜਾਣ ਵਾਲੇ ਅਕਲਮੰਦ ਬਣਾਵਾਂਗਾ। ਤੁਸੀਂ ਅੱਜ ਜਿਹੜੇ ਕੀੜਿਆਂ ਮਕੌੜਿਆਂ ਵਰਗੀ ਜ਼ਿੰਦਗੀ ਜਿਉ ਰਹੇ ਹੋ ਮੈਂ ਤੁਹਾਨੂੰ ਬਾਦਸ਼ਾਹ ਬਣਾ ਦੇਵਾਂਗਾ। ਤੇ ਪਹਿਲੇ ਬਾਦਸ਼ਾਹਾਂ ਨੂੰ ਤੁਸੀਂ ਜੇ ਸੰਭਲ ਕੇ ਚੱਲੋ, ਕਿਸੇ ਨਿਯਮ ਦੇ ਵਿੱਚ ਚੱਲੋ ਤਾਂ ਪਹਿਲੇ ਬਾਦਸ਼ਾਹ ਨੂੰ ਗੱਦੀਆਂ ਤੋਂ ਤੁਸੀਂ ਉਤਾਰਨ ਦੇ ਸਮਰੱਥ ਹੋ ਸਕਦੇ ਹੋ। ਭਾਵਨਾ ਤਾਂ ਇਹ ਸੀ ਤੇ ਸਾਡੇ ਭਰਾਵਾਂ ਨੇ ਇਹਨੂੰ ਸਾਖੀ ਨੂੰ ਅੱਖਰੀ ਅਰਥ ਕਰਕੇ ਲੋਕਾਂ 'ਚ ਪ੍ਰਚਾਰ ਦਿੱਤਾ ਤੇ ਲੋਕੀ ਵਿਚਾਰੇ ਇਹ ਮੰਨਣ ਲੱਗ ਪਏ ਕਿ ਜੀ ਰੱਬ ਤਾਂ ਜਿਵੇਂ ਚਾਹੇ ਫਿਰ ਉਸ ਤਰ੍ਹਾਂ ਹੀ ਕਰ ਸਕਦਾ, ਕਿ ਰੱਬ ਦਾ ਦਿਮਾਗ ਖਰਾਬ ਹੋਇਆ, ਪੁੱਠੇ ਕੰਮ ਕਰੀ ਜਾਂਦਾ ਉਹ ਤੇ ਰੱਬ ਤਾਂ ਕਹਿੰਦੇ ਜੀ ਧਰਤੀ ਨੂੰ ਪੁੱਠੀ ਕਰ ਦਿੰਦਾ ਹੈ। ਰੱਬ ਤਾਂ ਜਿਹੜਾ ਕੀੜਿਆਂ ਨੂੰ ਬਾਦਸ਼ਾਹ ਬਣਾ ਦਿੰਦਾ ਉਹ ਤਾਂ ਘਾਹ ਖਾਣ ਵਾਲਿਆਂ ਨੂੰ ਮਾंस ਖਵਾ ਦਿੰਦਾ ਤੇ ਮਾंस ਖਾਣ ਵਾਲਿਆਂ ਨੂੰ ਘਾਹ ਖਵਾ ਦਿੰਦਾ। ਇਹ ਸਾਰਾ ਕੁਝ ਤਾਂ ਜੇ ਆਪਾਂ ਨੇ ਨਿਯਮ ਦੇ ਵਿੱਚ ਹੀ ਦੇਖਣਾ ਨਾ, ਸਾਡੇ ਕੋਲੇ ਸਾਡੇ ਘਰਾਂ 'ਚ ਕੁੱਤੇ ਪਾਲੇ ਹੋਏ ਨੇ। ਕੁੱਤਾ ਅਸਲ ਦੇ ਵਿੱਚ ਮਾਸਾਹਾਰੀ ਜਾਨਵਰ ਹੈ ਪਰ ਇਹਨੇ ਸਮਝੌਤਾ ਕਰ ਲਿਆ ਜਿਉਂਦਾ ਰਹਿਣ ਵਾਸਤੇ। ਕੁੱਤਾ ਅੱਜ ਅੰਨਦਾਣਾ ਵੀ ਖਾ ਲੈਂਦਾ, ਦੁੱਧ ਵੀ ਪੀ ਲੈਂਦਾ, ਜੇ ਮਾंस ਮਿਲ ਜਾਵੇ ਤਾਂ ਉਹ ਵੀ ਭੱਜ ਕੇ ਖੁਸ਼ੀ ਨਾਲ ਖਾ ਲੈਂਦਾ ਜੀ। ਤੋ ਇਹ ਜਿਹੜੇ ਆਪਣੀ ਜ਼ਿੰਦਗੀ ਨਾਲ ਸਮਝੌਤਾ ਕਰਕੇ ਜਿਉਣ ਦਾ ਕੁੱਤੇ ਦਾ, ਬਿੱਲੀ ਦਾ ਇੱਕ ਢੰਗ ਹੈ ਕਿ ਇਹ ਮਾंस ਵੀ ਖਾ ਲੈਂਦੇ ਨੇ ਤੇ ਰੋਟੀ ਦੁੱਧ ਵਗੈਰਾ ਵੀ ਖਾ ਪੀ ਲੈਂਦੇ ਨੇ। ਇਹਨਾਂ ਨੇ ਮਨੁੱਖ ਨਾਲ ਸਮਝੌਤਾ ਕਰ ਲਿਆ। ਤੋ ਉਂਝ ਇਹ ਤਾਂ ਸਾਡੇ ਸਾਹਮਣੇ ਸਾਰਾ ਕੁਝ ਮੌਜੂਦ ਹੈ ਪਰ ਰੱਬ ਨੇ ਇਹਦੇ ਪਿੱਛੇ ਕੋਈ ਜਾਦੂਗਰੀ ਨਹੀਂ ਕੀਤੀ ਕਿ ਮੈਂ ਹੁਣ ਬਿੱਲੀ ਨੂੰ ਤੇ ਕੁੱਤੇ ਨੂੰ ਤਾਂ ਮਾਸਾਹਾਰੀ ਤੋਂ ਘਾਹ ਖਾਣ ਵਾਲਾ ਬਣਾ ਦਿਆਂਗਾ ਤੇ ਬਾਕੀਆਂ ਨੂੰ ਜਿਹੜੇ ਘਾਹ ਖਾਣ ਵਾਲੇ ਉਹਨਾਂ ਨੂੰ ਮਾਸਾਹਾਰੀ ਬਣਾ ਦਿਆਂਗਾ। ਇਹੋ ਜਿਹਾ ਰੱਬ ਜਾਦੂਗਰੀ ਕੋਈ ਨਹੀਂ ਕਰਦਾ। ਇਹ ਉਹਦੇ ਨਿਯਮ ਨੇ, ਉਹਦੇ ਵਿੱਚ ਹੁੰਦਾ ਹੈ। ਆਪਾਂ ਇਹਦੇ ਵਿੱਚ ਜਿਹੜਾ ਸਿੰਘਾਂ, ਬਾਜਾਂ, ਚਰਗਾਂ, ਕੁਈਆਂ ਇਹਨਾਂ ਖਵਾਲੇ ਘਾਹ, ਹੁਣ ਜਿਹੜੇ ਜਨਤਾ ਨੂੰ ਲੁੱਟ ਕੇ ਖਾ ਰਹੇ ਨੇ, ਆਪਾਂ ਰੋਜ਼ ਕਹਿੰਦੇ ਆ ਕਿ ਲੋਕਾਂ ਦਾ ਖੂਨ ਪੀ ਰਿਹਾ ਫਲਾਣਾ ਬੰਦਾ, ਤਾਂ ਹੁਣ ਖੂਨ ਸੱਚਮੁੱਚ ਥੋੜਾ ਪੀਂਦਾ ਉਹ ਖੂਨ ਤਾਂ ਜੋਕਾਂ ਪੀਂਦੀਆਂ ਨੇ ਜਾਂ ਸ਼ਿਕਾਰੀ ਜਾਨਵਰ ਖੂਨ ਪੀ ਜਾਂਦੇ ਨੇ, ਮਾंस ਖਾ ਜਾਂਦੇ ਨੇ। ਹੁਣ ਬੰਦਾ ਤਾਂ ਬੰਦੇ ਦਾ ਖੂਨ ਨਹੀਂ ਪੀਂਦਾ। ਇੱਥੇ ਭਾਵ ਹੈ ਉਹਨਾਂ ਦਾ ਹੱਕ ਖੋਹ ਕੇ ਖਾ ਰਹੇ ਨੇ, ਉਹਨਾਂ ਨੂੰ ਦੁਖੀ ਕਰ ਰਹੇ ਨੇ। ਇੱਥੇ ਸਿੰਘਾਂ, ਬਾਜਾਂ, ਚਰਗਾਂ, ਕੁਈਆਂ ਇਹਨਾਂ ਖਵਾਲੇ ਘਾਹ ਜਿਹੜੇ ਲੋਕਾਂ ਦੇ ਦੁਸ਼ਮਣ ਬਣੇ ਨੇ ਉਹਨਾਂ ਨੂੰ ਇਸ ਦੁਸ਼ਮਣੀ ਤੋਂ, ਪਾਪ ਕਰਮ ਤੋਂ ਰੋਕਿਆ ਜਾ ਸਕਦਾ ਹੈ ਜੀ। ਘਾਹ ਖਾਨ ਤਿੰਨ ਮਾਸ ਖਵਾਲੇ ਇਹ ਚਲਾਏ ਰਾਹ। ਇਹ ਸੰਸਾਰ ਦੇ ਲੋਕੋ ਭਾਈ, ਜੇ ਤੁਸੀਂ ਏਕਤਾ ਦੇ ਸੂਤਰ ਵਿੱਚ ਪਰੋਏ ਜਾਓ ਤਾਂ ਜਿਹੜੇ ਤੁਸੀਂ ਬਹੁਤ ਨੀਵੇਂ ਦਰਜੇ ਦੇ ਲੋਕੋ, ਤੁਸੀਂ ਵੀ ਇੱਕ ਤਰ੍ਹਾਂ ਦੇ ਵੱਡੇ ਸ਼ਿਕਾਰ ਕਰਨ ਦੇ ਸਮਰੱਥ ਬਣ ਸਕਦੇ ਹੋ। ਜਿਨ੍ਹਾਂ ਨੂੰ ਤੁਸੀਂ ਅੱਜ ਤਾਕਤਵਰ ਗਿਣਦੇ ਹੋ ਤੁਸੀਂ ਵੀ ਉਹਨਾਂ ਵਰਗੇ ਤਾਕਤਵਰ ਬਣ ਸਕਦੇ ਹੋ ਜੀ। ਨਦੀਆਂ ਵਿੱਚ ਟਿੱਬੇ ਦਖਾਲੇ ਥਲੀ ਕਰੇ ਅਸਗਾ। ਇਹ ਏਡੀ ਉੱਪਰਲੀ ਥੱਲੇ ਹੋ ਸਕਦੀ ਹੈ, ਪਰਲੋ ਆ ਸਕਦੀ ਹੈ ਕਿ ਜਿਵੇਂ ਆਪਾਂ ਕਹਿ ਦਈਏ ਵੀ ਨਦੀ ਤਾਂ ਟਿੱਬੇ ਤੇ ਚੜ ਗਈ, ਭਾਵ ਕਿ ਅਣਹੋਣੀ ਗੱਲ ਹੋਣੀ ਹੋ ਗਈ। ਤੁਸੀਂ ਇਸ ਅਣਹੋਣੀ ਨੂੰ ਹੋਣੀ ਕਰ ਸਕਦੇ ਹੋ ਜੇ ਤੁਸੀਂ ਇਸ ਨਿਯਮ ਨੂੰ ਸਮਝ ਲਓ ਤਾਂ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆ। ਤੇ ਜਿਹੜੀਆਂ ਵੱਡੀਆਂ ਫੌਜਾਂ ਤੁਹਾਨੂੰ ਬਰਬਾਦ ਕਰ ਰਹੀਆਂ ਨੇ, ਜੇ ਤੁਸੀਂ ਆਪ ਉੱਠ ਪਹੁੰਚ ਸਿਆਣੇ ਬਣ ਜਾਓ ਤਾਂ ਤੁਸੀਂ ਇਹਨਾਂ ਦੀਆਂ ਜੜ੍ਹਾਂ ਪੁੱਟ ਸਕਦੇ ਹੋ, ਇਹਨਾਂ ਨੂੰ ਸਾੜ ਕੇ ਸੁਆਹ ਕਰ ਸਕਦੇ ਹੋ। ਭਾਵੇਂ ਸਮਾਂ ਲੱਗਿਆ। ਇੱਥੋਂ ਦੀਆਂ ਫੌਜਾਂ ਨੂੰ ਪਹਿਲਾਂ ਜਿਹੜੀਆਂ ਭਾਰਤ ਦੀਆਂ ਫੌਜਾਂ ਸੀ, ਮੁਸਲਮਾਨਾਂ ਨੇ ਬਾਹਰੋਂ ਆ ਕੇ ਇੱਥੋਂ ਵਾਲਿਆਂ ਨੂੰ ਤਬਾਹ ਕਰ ਦਿੱਤਾ। ਇੱਥੋਂ ਫਿਰ ਸਿੱਖ ਉੱਠੇ, ਹੌਲੀ ਹੌਲੀ ਸਮਾਂ ਪਾ ਕੇ ਉਹਨਾਂ ਨੇ ਇੱਥੇ ਮੁਗਲਾਂ ਦੀਆਂ ਫੌਜਾਂ ਨੂੰ ਤਬਾਹ ਕਰ ਦਿੱਤਾ, ਆਪਣਾ ਰਾਜ ਸਥਾਪਿਤ ਕਰ ਲਿਆ। ਉਦੋਂ ਬਾਅਦ ਇੱਥੇ ਅੰਗਰੇਜ਼ ਉੱਠੇ ਤੇ ਇੱਥੋਂ ਦੀਆਂ ਫੌਜਾਂ ਨੂੰ ਨੇਸਤੋ ਨਬੂਦ ਅੰਗਰੇਜ਼ਾਂ ਨੇ ਕਰ ਦਿੱਤਾ, ਉਹਨਾਂ ਨੇ ਆਪਣਾ ਰਾਜ ਕਾਇਮ ਕਰ ਲਿਆ। ਇਹ ਜਿਹੜੇ ਇਨਸਾਨ ਕੋਲੇ, ਜਿਹੜੀ ਜਥੇਬੰਦੀ ਕੋਲੇ ਤਾਕਤ ਹੁੰਦੀ ਹੈ, ਸਿਆਣਪ ਹੁੰਦੀ ਹੈ, ਉਹ ਆਪਣਾ ਰਾਜ ਪਾੜ ਸਥਾਪਿਤ ਕਰ ਲੈਂਦਾ ਹੈ। ਜਾਦੂਗਰੀ, ਕਰਾਮਾਤੀ ਸ਼ਕਤੀ ਜਿਵੇਂ ਕਿ ਪ੍ਰਚਾਰੀ ਗਈ ਹੈ, ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ, ਨਾ ਗੁਰੂ ਸਾਹਿਬ ਇਹਨੂੰ ਪ੍ਰਵਾਨ ਕਰਦੇ ਨੇ।
ਹਾਂਜੀ, ਬਹੁਤ ਵਧੀਆ ਗੱਲ ਹੈ ਜੀ। ਨਾਲੇ ਇੱਕ ਇਹਦੇ ਹੋਰ ਵੀ ਬਾਪੂ ਜੀ ਅਸੀਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦੇ ਹਾਂ ਕਿ ਜਦੋਂ ਮੰਨ ਲਓ ਜਾਗਰੂਕ ਪ੍ਰਚਾਰਕਾਂ ਨੇ ਕੁਝ, ਜਿਵੇਂ ਪੰਥਪ੍ਰੀਤ ਸਿੰਘ ਨੇ ਵੀ ਕਈ ਵਾਰੀ ਉਹਨਾਂ ਤੋਂ ਇਹਨਾਂ ਚੀਜ਼ਾਂ ਦੇ ਅਰਥ ਪੁੱਛੀਏ ਨਾ, ਵੀ ਛੀਹਾਂ ਬਾਜਾਂ ਚਰਗਾਂ ਕੁਈਆਂ ਇਹਨਾਂ ਖਵਾਲੇ ਕਾ, ਤਾਂ ਉਹ ਕਹਿੰਦੇ ਵੀ ਜਿਹੜਾ ਰੱਬ ਹੈ ਨਾ, ਰੱਬ ਮਤਲਬ ਉਹ ਇਹ ਸਭ ਕਰਾ ਸਕਦਾ, ਠੀਕ ਹੈ। ਮਾਸ ਖਾਣ ਮਤਲਬ ਜਿਹੜੇ ਹੈਗੇ ਆ ਉਹਨਾਂ ਨੂੰ ਘਾਹ ਖਾਣ ਲਾ ਸਕਦਾ ਹੈ। ਉਹ ਤਾਂ ਕਹਿੰਦੇ ਨਜ਼ਰੋਂ ਪੱਠੀ ਜੇਕਰ ਸੁਲਤਾਨਾ ਘਾਹ ਕਰਾਏਂਦਾ, ਲੈ ਹੋਰ ਕੀ ਤੇ ਕਹਿੰਦੇ ਤੁਸੀਂ ਪੁੱਛਦੇ ਹੋ, ਉਹ ਤਾਂ ਸੁਲਤਾਨਾ ਨੂੰ ਘਾਹ ਕਰ ਸਕਦਾ। ਮਤਲਬ ਰੱਬ ਦੀ ਨਜ਼ਰ ਪੁੱਠੀ ਵੀ ਹੁੰਦੀ ਹੈ ਪਹਿਲੀ ਗੱਲ, ਮਤਲਬ ਜਦੋਂ ਪੱਠੀ ਲਿਖਿਆ ਗਿਆ ਨਜ਼ਰੋਂ ਪੱਠੀ ਜੇ ਕਰੇ, ਹਨਾ। ਦੂਸਰੀ ਗੱਲ ਇੱਥੇ ਇਹ ਵੀ ਲਿਖੀ ਗਈ ਕਿ ਇਹ ਤਾਂ ਰੱਬ ਦੀ ਤਾਕਤ ਹੈ, ਰੱਬ ਦੀ ਸ਼ਕਤੀ ਹੈ। ਇਹ ਸਾਰੇ ਦੇ ਵਿੱਚ ਕੀ ਜਿਹੜਾ ਇੱਕ ਗੁੰਝਲਦਾਰ ਜਿਹੜਾ ਕੰਪਲੈਕਸ ਬਣਿਆ ਹੋਇਆ, ਕਿਰਪਾ ਕਰਕੇ ਉਹਨੂੰ ਵੀ ਤੁਸੀਂ ਥੋੜਾ ਜਿਹਾ ਸੁਲਝਾ ਦਿਓ ਜੀ। ਇੱਥੇ ਨਾ ਰੱਬ ਆਪਣੇ ਨਿਯਮ ਤੋਂ ਬਾਹਰ ਜਾ ਕੇ ਕੋਈ ਕੰਮ ਨਹੀਂ ਕਰਦਾ, ਜਿਵੇਂ ਕਿ ਪ੍ਰਚਾਰਿਆ ਗਿਆ। ਹੁਣ ਇਹ ਤਾਂ ਹੁਣ ਤਾਜ਼ੀ ਘਟਨਾ ਕੱਲ ਹੀ ਅਖਬਾਰ ਦੇ ਵਿੱਚ ਮੈਂ ਪੜ੍ਹੀ ਹੈ, ਉਜੈਨ ਦੇ ਇੱਕ ਮੰਦਿਰ ਦੇ ਵਿੱਚ ਜਿਹੜਾ ਕਿੰਨੀ ਦੇਰ ਤੋਂ ਇਹਦੇ ਲਾਕਡਾਊਨ ਕਰਕੇ ਮੰਦਿਰ ਬੰਦ ਪਏ ਨੇ ਸਾਰੇ, ਤੇ ਉਸ ਮੰਦਿਰ ਦੇ ਵਿੱਚ ਦੇਵੀ ਮਾਤਾ ਦਾ ਮੂਰਤੀ ਲੱਗੀ ਹੋਈ ਹੈ ਤੇ ਉਹਨੂੰ ਲੋਕੀ ਸ਼ਰਾਬ ਭੇਟਾ ਕਰਦੇ ਨੇ ਦੇਵੀ ਨੂੰ ਜੀ। ਤੇ ਲੰਮੇ ਸਮੇਂ ਤੋਂ ਸ਼ਰਾਬ ਉੱਥੇ ਭੇਟਾ ਨਹੀਂ ਚੜੀ, ਤਾਲੇ ਲੱਗੇ ਹੋਏ ਸੀ। ਤੇ ਉੱਥੇ ਆਲੇ ਦੁਆਲੇ ਦੇ ਲੋਕਾਂ ਨੇ ਇਹ ਪ੍ਰਚਾਰ ਦਿੱਤਾ, ਜਾਂ ਪੁਜਾਰੀਆਂ ਨੇ ਪ੍ਰਚਾਰ ਦਿੱਤਾ ਕਿ ਐਤਕੀ ਕਰੋਨਾ ਇੰਨਾ ਤਾਂ ਫੈਲਿਆ ਕਿਉਂਕਿ ਦੇਵੀ ਮਾਤਾ ਦੀ ਪੂਜਾ ਨਹੀਂ ਹੋਈ ਹੈ ਤੇ ਇਹਦੀ ਪੂਜਾ ਕਰੋ। ਤਾਂ ਉਥੋਂ ਯੂਪੀ ਦੇ ਉਜੈਨ ਕਿਹੜੇ ਸੂਬੇ 'ਚ ਹੈ, ਤੇ ਉਥੋਂ ਦੇ ਮੰਤਰੀ ਤੇ MLA ਇਕੱਠੇ ਹੋ ਕੇ ਸ਼ਰਾਬ ਦੀਆਂ ਪੇਟੀਆਂ ਲੈ ਕੇ ਦੇਵੀ ਮਾਤਾ ਨੂੰ ਸ਼ਰਾਬ ਦਾ ਭੋਗ ਲਗਵਾ ਕੇ ਭੇਟਾ ਕਰਕੇ ਉਹਦੇ ਮੰਦਿਰ ਦੇ ਦਰਵਾਜ਼ੇ ਖੋਲ ਕੇ ਆਪ ਟੱਲੀਆਂ ਖੜਕਾ ਕੇ ਆਏ ਨੇ। ਹੁਣ ਇਹਦੇ ਪਿਛੋਕੜ ਦੇ ਵਿੱਚ ਅਸਲ ਦੇ ਵਿੱਚ ਦੇਵੀ ਤਾਂ ਇਹ ਪੱਥਰ ਦੀ ਬਣੀ ਹੈ, ਉਹਨੂੰ ਤਾਂ ਸ਼ਰਾਬ ਨਹੀਂ ਚਾਹੀਦੀ, ਪਰ ਪੁਜਾਰੀਆਂ ਦੀ ਭੇਟਾ ਚਾਹੀਦੀ ਹੈ ਪੁਜਾਰੀਆਂ ਨੂੰ, ਤੇ ਠੇਕੇ ਵਾਲਿਆਂ ਸ਼ਰਾਬਾਂ ਵਾਲਿਆਂ ਨੂੰ ਸ਼ਰਾਬ ਦੀ ਵਿਕਰੀ ਚਾਹੀਦੀ ਹੈ, ਪੀਣ ਵਾਲਿਆਂ ਨੂੰ ਪੀਣ ਨੂੰ ਚਾਹੀਦੀ ਹੈ, ਤੇ ਵਿਚਾਲੇ ਝੰਡਾ ਗੱਡਤਾ ਦੇਵੀ ਮਾਈ ਦਾ ਕਿ ਜੇ ਦੇਵੀ ਨੂੰ ਭੇਟਾ ਕਰੋਗੇ ਤਾਂ ਸਾਰਾ ਕੁਝ ਠੀਕ ਹੋ ਜਾਊਗਾ ਜੀ। ਇਸੇ ਤਰ੍ਹਾਂ ਪੁਜਾਰੀਆਂ ਨੇ ਬਹੁਤ ਕੁਝ ਪ੍ਰਚਾਰ ਦਿੱਤਾ। ਹੁਣ ਗੁਰਬਾਣੀ 'ਚ ਤਾਂ ਇਹ ਵੀ ਲਿਖਿਆ, ਨਾਮਦੇਵ ਜੀ ਕਹਿੰਦੇ ਨੇ ਕਿ ਰੱਬ ਨੇ ਮੈਨੂੰ ਪੁੱਛਿਆ ਕਿ ਨਾਮਦੇਵ ਦੱਸ, ਕਹੈ ਤਾਂ ਧਰਤ ਕੋਡੀ ਕਰੋ, ਕਹੈ ਤਾਂ ਲੇਕਰ ਉੱਪਰ ਧਰੋ, ਕਿ ਜੇ ਤੂੰ ਆਖੇ ਮੈਂ ਧਰਤੀ ਨੂੰ ਪੁੱਠੀ ਕਰ ਦਿਆਂ। ਹੁਣ ਧਰਤੀ ਦਾ ਪੁੱਠਾ ਸਿੱਧਾ ਪਾਸਾ ਹੈ ਕੋਈ? ਪੁੱਠੇ ਪਾਸੇ ਜਿੱਧਰ ਆਪਾਂ ਅਮਰੀਕਾ 'ਚ ਜਾਂਦੇ ਆ ਉਹ ਧਰਤੀ ਦੇ ਦੂਜੇ ਪਾਸੇ ਹੈ ਜੀ, ਪਰ ਜਦੋਂ ਉੱਥੇ ਜਾਂਦੇ ਆ ਆਪਾਂ ਅਮਰੀਕਾ 'ਚ, ਉਹ ਪਾਸਾ ਸਾਨੂੰ ਉੱਪਰ ਲੱਗਦਾ ਕਿਉਂਕਿ ਅਸੀਂ ਉੱਤੇ ਤੁਰੇ ਫਿਰਦੇ ਆ ਉਹਦੇ ਜੀ। ਹੁਣ ਧਰਤੀ ਦਾ ਗੋਲ ਦਾਇਰਾ ਇਹੋ ਜਿਹਾ ਕਿ ਇਹਦੀ ਚੁੰਬਕੀ ਸ਼ਕਤੀ ਇਹੋ ਜਿਹੀ ਹੈ, ਅਸੀਂ ਜਿੱਧਰ ਵੀ ਜਾਈਏ ਸਾਨੂੰ ਆਪਣਾ ਆਪਾ ਉੱਪਰ ਲੱਗਦਾ, ਇਹਦਾ ਕੋਈ ਪੁੱਠਾ ਸਿੱਧਾ ਨਹੀਂ ਹੈ। ਇਸੇ ਤਰ੍ਹਾਂ ਇਹ ਜਿਹੜਾ ਪ੍ਰਮਾਤਮਾ ਦੀ ਗੱਲ ਬਣਾਈ ਗਈ ਹੈ ਕਿ ਉਹ ਇਉਂ ਉਲਟੇ ਪੁਲਟੇ ਕੰਮ ਕਰਨ ਦਾ, ਉਹਦੇ ਨਿਯਮ ਪੱਕੇ ਬੱਝੇ ਹੋਏ ਨੇ, ਉਹਨੇ ਪੁੱਠਾ ਕੰਮ ਕਦੀ ਨਹੀਂ ਕਰਨਾ। ਜਿਹੜੀ ਗੱਲ ਪੁਜਾਰੀ ਦੇ ਸਮਝ 'ਚ ਨਹੀਂ ਆਉਂਦੀ ਉਹ ਫਿਰ ਰੱਬ ਨਾਲ ਜੋੜ ਦਿੰਦਾ ਕਿ ਰੱਬ ਜਿਵੇਂ ਜੀ ਚਾਹੇ ਉਸ ਤਰ੍ਹਾਂ ਹੀ ਕਰ ਦਿੰਦਾ ਜੀ, ਇਹ ਤਾਂ ਮੁਰਦਿਆਂ ਦੇ ਵਿੱਚ ਵੀ ਸਾਹ ਪਾ ਦਿੰਦਾ ਤੇ ਮੁਰਦਿਆਂ ਨੂੰ ਮੁੜ ਕੇ ਜਿਉਂਦੇ ਕਰ ਦਿੰਦਾ। ਹੁਣ ਜੇ ਪੁੱਛਣ ਵਾਲਾ ਹੋਵੇ ਭਾਈ ਜੇ ਰੱਬ ਨੇ ਜਿਉਂਦੇ ਰੱਖਣਾ ਸੀ ਤੇ ਪਹਿਲਾਂ ਮਾਰਨ ਦੀ ਕੀ ਲੋੜ ਪਈ ਸੀ, ਉਹਨੂੰ ਪਹਿਲਾਂ ਹੀ ਜਿਉਂਦਾ ਰੱਖੀ ਜਾਂਦਾ ਜੀ। ਪਹਿਲਾਂ ਤਾਂ ਮਾਰ ਦਿੰਦਾ ਤੇ ਫਿਰ ਉਹਨੂੰ ਜਿਉਂਦਾ ਕਰਨ ਦਾ ਤਮਾਸ਼ਾ ਬਣਾਇਆ ਪਿਆ। ਅਸਲ ਦੇ ਵਿੱਚ ਤਮਾਸ਼ਾ ਰੱਬ ਦਾ ਨਹੀਂ ਹੈ, ਇਹ ਤਮਾਸ਼ਾ ਪੁਜਾਰੀ ਦਾ ਹੈ। ਪੁਜਾਰੀ ਨੇ ਲੋਕਾਂ ਨੂੰ ਕਰਾਮਾਤੀ ਕਹਾਣੀਆਂ 'ਚ ਉਲਝਾ ਦਿੱਤਾ। ਆਪਣੇ ਹੱਕ ਸੱਚ ਦੀ ਜ਼ਿੰਦਗੀ, ਆਪਣੀ ਵਿੱਦਿਆ ਲੈਣ ਦਾ ਢੰਗ ਤਰੀਕਾ, ਸਰਕਾਰਾਂ ਤੋਂ ਆਪਣੇ ਅਧਿਕਾਰ ਲੈਣ ਦੇ ਤੌਰ ਤਰੀਕੇ, ਜ਼ਿੰਦਗੀ ਜਿਉਣ ਦੇ ਢੰਗ, ਇਹ ਸਾਰੇ ਪੁਜਾਰੀ ਨੇ ਭੁਲਾ ਦਿੱਤੇ। ਇਸ ਕਰਾਮਾਤੀ ਗੱਲਾਂ ਦੇ ਵਿੱਚ ਸਾਰੇ ਪਾਸੇ ਉਲਝਾ ਕੇ ਕਮਲੇ ਬਣਾ ਦਿੱਤਾ, ਸੋਚਣ ਸ਼ਕਤੀ ਖਤਮ ਕਰ ਦਿੱਤੀ। ਬਿਲਕੁਲ ਜੀ। ਬਾਪੂ ਜੀ ਅਗਲੇ ਸਵਾਲ ਵੱਲ ਵਧਦੇ ਹਾਂ ਆਪਾਂ। ਅੱਗੇ ਜਿਹੜੀ ਗੱਲ ਇਹਦੇ ਸਾਖੀਕਾਰ ਨੇ ਲਿਖੀ ਹੈ, ਉਹ ਕਹਿੰਦੇ ਆਸਾ ਦੇਸ਼ ਦੇ ਵਿੱਚ ਜਦੋਂ ਗੁਰੂ ਪਾਤਸ਼ਾਹ ਪਹੁੰਚਦੇ ਆ ਤੇ ਸ਼ੇਖ ਫਰੀਦ ਦੇ ਨਾਲ ਉਹਨਾਂ ਦੀ ਗੋਸ਼ਟੀ ਹੈ ਜਿਹਦੇ ਵਿੱਚ ਬਹੁਤ ਸਾਰਾ ਊਟ ਪਟਾਂਗ ਲਿਖਿਆ ਹੋਇਆ। ਇਸ ਗੋਸ਼ਟ ਬਾਰੇ ਵੈਸੇ ਤਾਂ ਆਪਾਂ ਜਦੋਂ ਜਾਣਦੇ ਹਾਂ ਕਿ ਸ਼ੇਖ ਫਰੀਦ ਦੇ ਨਾਲ ਤਾਂ ਸਿੱਧੀ ਵਾਰਤਾਲਾਪ ਹੋਈ ਨਹੀਂ ਕਿਉਂਕਿ ਗੁਰੂ ਪਾਤਸ਼ਾਹ ਬਹੁਤ ਬਾਅਦ ਵਿੱਚ ਹੋਏ ਆ ਤੇ ਬਾਬਾ ਫਰੀਦ ਜੀ ਜਿਹੜੇ ਨੇ ਉਹ 1173 ਈਸਵੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ ਲਗਭਗ ਕਾਫੀ ਫਾਸਲਾ ਬਣ ਜਾਂਦਾ। ਔਰ ਆਪ ਜੀ ਇਸ ਗੋਸ਼ਟ ਬਾਰੇ ਜਿਹੜਾ ਹੈ ਜੀ ਉਹ ਸਰੋਤਿਆਂ ਨੂੰ ਜ਼ਰੂਰ ਦੱਸੋ। ਇਹ ਤਾਂ ਜੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਾਖੀਕਾਰ ਨੇ ਵੀ ਲਿਖਿਆ ਇਹ ਜਿਹੜੀਆਂ ਗੱਲਾਂ ਮੈਂ ਹੁਣ ਦੱਸਣ ਲੱਗਿਆ, ਤੇ ਜਿਹੜੀ ਕਿ ਗੁਰੂ ਗੋਬਿੰਦ ਸਿੰਘ ਤੋਂ, ਬਾਬਾ ਦੀਪ ਸਿੰਘ ਤੋਂ, ਭਾਈ ਮਨੀ ਸਿੰਘ ਤੋਂ ਚੱਲੀ ਟਕਸਾਲ ਹੈ, ਉਹਨੇ ਵੀ ਇਹਨਾਂ ਸਾਖੀਆਂ ਨੂੰ ਇਸੇ ਤਰ੍ਹਾਂ ਆਪਣੀਆਂ ਕਿਤਾਬਾਂ 'ਚ ਲਿਖਿਆ ਹੋਇਆ ਤੇ ਮੈਂ ਉਹਦੇ ਹਵਾਲੇ ਦਿੱਤੇ ਨੇ। ਜਿਹੜੀ ਇਹਨਾਂ ਨੇ ਮੇਰੇ ਨਾਲ ਦੁਸ਼ਮਣੀ ਪਾਈ ਹੈ ਉਹਦਾ ਕਾਰਨ ਇਹੀ ਹੈ ਕਿ ਇਹਨਾਂ ਦੇ ਵੱਡੇ ਵੱਡੇ ਬ੍ਰਹਮ ਗਿਆਨੀਆਂ ਨੂੰ ਮੈਂ ਹੱਥ ਪਾ ਲਿਆ ਸੀ ਬਹੁਤ ਪਹਿਲਾਂ ਤੋਂ ਹੀ ਜੀ। ਤੇ ਇਹਨਾਂ ਨੇ ਆਸਾ ਦੇਸ਼ ਵਿੱਚ ਬਾਬਾ ਫਰੀਦ ਜੀ ਗਏ ਤੇ ਬਾਬਾ ਫਰੀਦ ਜੀ ਕੋਲੇ ਗੁਰੂ ਨਾਨਕ ਸਾਹਿਬ ਜੀ ਗਏ
ਤੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਇੰਨਾ ਸਮਾਂ ਪਹਿਲਾਂ ਬਾਬਾ ਫਰੀਦ ਜੀ ਹੋ ਚੁੱਕੇ ਨੇ, ਗੁਰੂ ਨਾਨਕ ਸਾਹਿਬ ਬਾਅਦ ਚ ਉੱਥੇ ਗਏ ਨੇ। ਅਸਲ ਦੇ ਵਿੱਚ ਉੱਥੇ ਉਹਨਾਂ ਦਾ ਅੱਗੋਂ ਤੋਂ ਅੱਗੋਂ ਪੀੜ੍ਹੀ ਦਰ ਪੀੜ੍ਹੀ ਜਿਹੜੀ ਚੱਲ ਰਹੀ ਪਰੰਪਰਾ ਸੀ, ਉਹਦੇ ਵਿੱਚ ਸ਼ੇਖ ਬਰਮ ਬੈਠੇ ਹੋਏ ਸੀ ਜੀ। ਸ਼ੇਖ ਬਰਮ ਨਾਲ ਵਿਚਾਰ ਹੋਈ ਹੈ, ਪਰ ਇਹਨਾਂ ਨੇ ਬਾਬਾ ਫਰੀਦ ਦੇ ਲੱਕ ਨਾਲ ਟਕਸਾਲੀਆਂ ਨੇ ਅਤੇ ਸਾਖੀਕਾਰ ਨੇ ਲੱਕੜ ਦੀ ਰੋਟੀ ਵੀ ਬਣਵਾ ਦਿੱਤੀ, ਕਿਉਂਕਿ ਗੁਰਬਾਣੀ 'ਚ ਸ਼ਲੋਕ ਆਉਂਦਾ, ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ ਘਣੇ ਖਾਣਗੇ ਦੁੱਖ। ਹੁਣ ਇਹ ਜਿਹੜਾ ਸ਼ਲੋਕ ਲੈ ਕੇ ਇਹਦੀ ਸਾਖੀ ਬਣਾ ਲਈ। ਹੁਣ ਇੱਥੇ ਪ੍ਰੋਫੈਸਰ ਸਾਹਿਬ ਸਿੰਘ ਨੇ ਬੜਾ ਵਧੀਆ ਇਹਦੇ ਅਰਥ ਕੀਤੇ ਨੇ। ਅਸਲ ਦੇ ਵਿੱਚ ਸ਼ਬਦ ਕਾਠ ਨਹੀਂ ਸੀ, ਘਾਟ ਸੀ ਜੀ। ਘਾਟ ਤੋਂ ਭਾਵ ਹੁੰਦਾ ਹੈ ਜੌਆਂ ਦੀ ਰੋਟੀ। ਉਹਨਾਂ ਜ਼ਮਾਨੇ 'ਚ ਕਣਕ ਤਾਂ ਕਿਤੇ ਕਿਤੇ ਹੁੰਦੀ ਸੀ, ਜੌਂ ਆਮ ਤੌਰ ਤੇ ਘੱਟ ਪਾਣੀ ਨਾਲ ਵੀ ਪੈਦਾ ਹੋ ਜਾਂਦੇ ਸੀ ਤੇ ਜੌਆਂ ਦੀ ਰੋਟੀ ਵੀ ਕਣਕ ਵਰਗੀ ਬੜੀ ਸਵਾਦ ਹੁੰਦੀ ਹੈ ਜੀ। ਇਹ ਘਾਟ ਸ਼ਬਦ ਜੌਆਂ ਵਾਸਤੇ ਵਰਤਿਆ ਹੋਇਆ ਸੀ ਤੇ ਉਹ ਕਬੀਰ ਜੀ ਬਾਬਾ ਫਰੀਦ ਜੀ ਕਹਿ ਰਹੇ ਨੇ ਕਿ ਮੈਂ ਤਾਂ ਸਾਦੀ ਰੋਟੀ, ਚਾਹੇ ਜੌਆਂ ਦੀ ਹੋਵੇ ਚਾਹੇ ਹੋਰ ਕੋਈ ਹੋਵੇ, ਸਾਦੇ ਢੰਗ ਨਾਲ ਜ਼ਿੰਦਗੀ ਜਿਉ ਰਿਹਾ, ਸਾਦਾ ਖਾ ਪੀ ਰਿਹਾ। ਇਹਨਾਂ ਨੇ ਕੀ ਕੀਤਾ ਸਮਝ ਤਾਂ ਆਈ ਨਹੀਂ ਤੇ ਇਹਨਾਂ ਨੇ ਲੱਕੜ ਦੀ ਰੋਟੀ ਕਢਾ ਕੇ ਬਾਬਾ ਫਰੀਦ ਜੀ ਦੇ ਢਿੱਡ ਨਾਲ ਬੰਨ੍ਹ ਦਿੱਤੀ। ਜਿੱਥੇ ਕੋਈ ਉਹਨਾਂ ਨੂੰ ਖਾਣਾ ਖਾਣ ਵਾਸਤੇ ਕਹਿੰਦਾ ਤੇ ਬਾਬਾ ਫਰੀਦ ਜੀ ਆਪਣੀ ਰੋਟੀ ਦੇ ਦੰਦੀਆਂ ਵੱਢਣ ਲੱਗ ਪੈਂਦੇ ਨੇ ਤੇ ਫੋਟੋਆਂ ਵੀ ਬਣੀਆਂ ਹੋਈਆਂ ਨੇ। ਕੁਝ ਕਿਨਾਰੇ ਬਾਬਾ ਫਰੀਦ ਜੀ ਨੇ ਚੱਬ ਚੱਬ ਕੇ ਉਹ ਲੱਕੜ ਦੀ ਰੋਟੀ ਦੇ ਭੋਰ ਵੀ ਦਿੱਤੇ ਨੇ ਤੇ 12 ਸਾਲ ਲਗਾਤਾਰ ਬਾਬਾ ਫਰੀਦ ਜੀ ਲੱਕੜ ਦੀ ਰੋਟੀ ਨਾਲ ਗੁਜ਼ਾਰਾ ਕਰਦੇ ਰਹੇ ਤੇ ਫਿਰ ਇਸੇ ਤਰ੍ਹਾਂ 12 ਸਾਲ ਬਾਬਾ ਫਰੀਦ ਜੀ ਨੂੰ ਖੂਹ ਦੇ ਵਿੱਚ ਲਟਕਾ ਦਿੱਤਾ ਤੇ ਉੱਥੇ ਤਪੱਸਿਆ ਕਰਦੇ ਰਹੇ। ਇਹ ਵੀ ਇਹਨਾਂ ਦੀਆਂ ਸਾਖੀਆਂ 'ਚ ਅਤੇ ਗੁਰਬਚਨ ਸਿੰਘ ਭਿੰਡਰਾਂ ਵਾਲੇ ਦੀ ਕਿਤਾਬ ਦੇ ਵਿੱਚ ਵੀ ਜਿਹੜੀ ਗੁਰਬਾਣੀ ਪਾਠ ਦਰਸ਼ਨ ਹੈ ਉਹਦੇ ਵਿੱਚ ਇਹ ਸਾਰਾ ਕੁਝ ਇਹਨਾਂ ਨੇ ਲਿਖਿਆ ਪਿਆ। ਇਹਨਾਂ ਦੀਆਂ ਸਟੇਜਾਂ ਤੇ ਰੋਜ਼ ਬੋਲਿਆ ਜਾਂਦਾ ਤੇ ਲੋਕਾਂ ਦੇ ਮਨਾਂ 'ਚ ਇਹ ਗੱਲਾਂ ਫਿਰ ਬਹਿ ਜਾਂਦੀਆਂ ਨੇ। ਇਹ ਤਾਂ ਭਲਾ ਹੋਵੇ ਇੱਕ ਵਿਚਾਰੇ ਸਿੱਧੇ ਸਾਦੇ ਬੰਦੇ ਦਾ। ਉਹਨੇ ਜਦੋਂ ਬਾਬਾ ਫਰੀਦ ਨੂੰ ਪੁੱਛਿਆ ਕਿ ਬਾਬਾ ਜੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ ਖੂਹ 'ਚ ਲਟਕਦਿਆਂ ਨੂੰ? ਕਹਿੰਦਾ ਭਾਈ ਮੈਨੂੰ ਤਾਂ 12-13 ਸਾਲ ਹੋ ਗਏ। ਕਹਿੰਦਾ ਸੰਗੁਲ ਪਾ ਕੇ ਲਟਕ ਰਹੇ ਹੋ? ਕਹਿੰਦਾ ਹਾਂ। ਕਾਹਦੇ ਵਾਸਤੇ? ਕਹਿੰਦਾ ਰੱਬ ਮਿਲੂਗਾ। ਉਹ ਕਹਿੰਦਾ ਫਿਰ ਐ ਰੱਬ ਮਿਲਦਾ ਹੁੰਦਾ? ਕਹਿੰਦਾ ਹਾਂ। ਤੇ ਉਹ ਜਿਹੜਾ ਅਣਜਾਣ ਸੇਵਕ ਸੀ ਉਹਨੇ ਦੱਬ ਦਾ ਇੱਕ ਤੋਲਾ ਜਿਹਾ ਵੱਟਿਆ, ਰੱਸਾ ਵੱਟਿਆ ਦੱਬ ਦਾ ਪੋਲਾ ਜਿਹਾ, ਉਹ ਬਾਬਾ ਫਰੀਦ ਦੀ ਰੀਸ ਕਰਕੇ ਉਹਨੇ ਦੱਬ ਦੇ ਰੱਸੇ ਨਾਲ ਉਹ ਵੀ ਲਟਕਣ ਲੱਗ ਪਿਆ ਖੂਹ ਦੇ ਵਿੱਚ। ਤੇ ਕਹਿੰਦੇ ਰੱਬ ਨੂੰ ਆ ਗਿਆ ਤਰਸ, ਕਿਉਂਕਿ ਇਹ ਰੱਸਾ ਦੱਬ ਵਾਲਾ ਇਹ ਕਮਜ਼ੋਰ ਸੀ ਤੇ ਉਹ ਦੂਜੇ ਤੀਜੇ ਦਿਨ ਟੁੱਟਣ ਨੂੰ ਹੋ ਗਿਆ ਤੇ ਰੱਬ ਭੱਜ ਕੇ ਆਇਆ ਤੇ ਉਹਨੂੰ ਬਾਹਰ ਕੱਢ ਲਿਆ ਦੱਬ ਵਾਲੇ ਨੂੰ। ਉਹਨੂੰ ਕਹਿਣ ਲੱਗਿਆ ਉਹ ਤੂੰ ਤਾਂ ਭਾਈ ਡੁੱਬ ਜਾਣਾ ਸੀ, ਤੇਰਾ ਮੇਰੇ ਤੇ ਭਰੋਸਾ ਬਹੁਤ ਹੈ ਇਸ ਕਰਕੇ ਮੈਂ ਤੈਨੂੰ ਛੇਤੀ ਕੱਢ ਲਿਆ। ਉਹ ਬੰਦਾ ਕਹਿਣ ਲੱਗਿਆ, ਕਹਿੰਦਾ ਜੀ ਮੈਨੂੰ ਇਹ ਮੱਤ ਤਾਂ ਦਿੱਤੀ ਸੀ ਇਸੇ ਬੰਦੇ ਨੇ ਜਿਹੜਾ ਲਟਕ ਰਿਹਾ ਵਿੱਚ ਬਾਬਾ ਫਰੀਦ, ਚਲੋ ਇਹਦੇ ਤੇ ਵੀ ਕਿਰਪਾ ਕਰੋ, ਇਹਨੂੰ ਵੀ ਬਾਹਰ ਕੱਢ ਲਓ। ਕਹਿੰਦੇ ਰੱਬ ਨੇ ਫਿਰ ਤਰਸ ਕਰਕੇ ਉਹਨੂੰ ਵੀ ਕੱਢ ਲਿਆ। ਦੋਵਾਂ ਨੂੰ ਫਿਰ ਨਾਮਦਾਨ ਦੀ ਬਖਸ਼ਿਸ਼ ਕੀਤੀ, ਦੋਵਾਂ ਦੀ ਭਗਤੀ ਤਪੱਸਿਆ ਸੰਪੂਰਨ ਹੋਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕਹਾਣੀਆਂ ਵੀ ਜੋੜੀਆਂ ਹੋਈਆਂ ਨੇ। ਉੱਥੇ ਅੱਗੇ ਫਿਰ ਇੱਕ ਸਮੁੰਦਰ ਰਾਜਾ ਸੀ, ਉੱਥੇ ਉਹਦਾ ਫੁੱਟਬਾਲ ਵਾਂਗੂ ਇੱਕ ਸਿਰ ਉੱਡਦਾ ਫਿਰਦਾ ਸੀ। ਉਹ ਬੜਾ ਪਾਪੀ ਸੀ ਸਮੁੰਦਰ ਰਾਜਾ ਤੇ ਉਹਦਾ ਸਿਰ ਹੈ ਜਿਹੜਾ ਉਹ ਜਲਦਾ ਨਹੀਂ ਸੀ ਅੱਗ ਦੇ ਵਿੱਚ। ਗੁਰੂ ਨਾਨਕ ਸਾਹਿਬ ਨੇ ਵੀ ਜਾ ਕੇ ਇੱਕ ਆਪਣੇ ਪੈਰ ਦਾ ਠੱਡਾ ਮਾਰਿਆ ਉਹਦੇ ਸਿਰ ਦੇ, ਉਹ ਸਿਰ ਉਹਦੀ ਝਟਪਟ ਫਟ ਗਿਆ ਤੇ ਉਹਦਾ ਮੁਕਤੀ ਹੋ ਗਈ ਤੇ ਸਿੱਧਾ ਸੱਚਖੰਡ ਨੂੰ ਚਲਾ ਗਿਆ। ਤੇ ਇਹ ਜਿਹੜਾ ਸਾਰਾ ਕੁਝ ਕਹਾਣੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਨਾਲ ਜੋੜਿਆ ਪਿਆ, ਜਿਹੜਾ ਅੱਜ ਸਾਡੇ ਕਿਸੇ ਵੀ ਕੰਮ ਨਹੀਂ ਆਉਂਦਾ। ਸਗੋਂ ਜੇ ਇਹਨਾਂ ਨੂੰ ਸਟੇਜਾਂ ਤੇ ਸੁਣਾਵਾਂਗੇ ਤਾਂ ਹਾਸੋਹੀਣੀਆਂ ਗੱਲਾਂ ਨੇ। ਸਾਡੇ ਆਪਣੇ ਧਰਮ ਵਾਲੇ ਤਾਂ ਭਾਵੇਂ ਨਾ ਹੱਸਣ ਤੇ ਘੱਟੋ ਘੱਟ ਬਗਾਨਾ ਬੰਦਾ ਤਾਂ ਜ਼ਰੂਰ ਹੱਸੇਗਾ ਵੀ ਇਹ ਕੀ ਕਮਲ ਘੋਟੀ ਜਾਂਦੇ ਨੇ, ਇਹਨਾਂ ਲੋਕਾਂ ਨੂੰ ਅਕਲ ਹੀ ਨਹੀਂ ਆਈ ਅੱਜ ਤੱਕ। ਬਿਲਕੁਲ ਜੀ ਬਿਲਕੁਲ। ਕਿਉਂਕਿ ਇਸਲਾਮ ਦੇ ਬਾਪੂ ਜੀ ਇੱਕ ਗੱਲ ਹੋਰ ਸਰੋਤਿਆਂ ਨੂੰ ਦੱਸਿਓ ਵੀ ਜਦੋਂ ਸ਼ੇਖ ਫਰੀਦ ਜੀ ਦੀ ਬਾਣੀ ਪੜ੍ਹਦੇ ਆ ਉਹ ਮਤਲਬ ਠੇਠ ਪੰਜਾਬੀ ਦੇ ਵਿੱਚ ਆ। ਜੇ ਮੈਂ ਖੁਦ ਫਰੀਦਕੋਟ ਨੂੰ ਬਿਲੋਂਗ ਕਰਦਾ ਤਾਂ ਮੈਨੂੰ ਵੀ ਇਹਦੇ ਬਾਰੇ ਮੈਂ ਪ੍ਰੋਫੈਸਰ ਪੂਰਨ ਸਿੰਘ ਨੂੰ ਵੀ ਪੜ੍ਹਿਆ, ਹੋਰ SS ਅਮੋਲ ਦੀ ਕਿਤਾਬ ਹੈ ਇਹਨਾਂ ਦੇ ਬਾਰੇ, ਉਹਦੇ ਵਿੱਚ ਵੀ ਬਹੁਤ ਸਾਰੀਆਂ ਫਰੀਦ ਜੀ ਦੇ ਬਾਰੇ ਏਦਾਂ ਦੀਆਂ ਸਾਖੀਆਂ ਲਿਖੀਆਂ ਗਈਆਂ। ਕਹਿੰਦੇ ਵੀ ਇੱਕ ਅਨਾਰ ਦਾ ਦਾਣਾ ਡਿੱਗ ਪਿਆ ਸੀ ਤੇ ਉਹਨੇ ਫਰੀਦ ਜੀ ਨੇ ਖਾ ਲਿਆ ਤੇ ਕਹਿੰਦੇ ਹਲੇ ਤਾਂ ਉਹਨੇ ਅਨਾਰ ਦਾ ਦਾਣਾ ਹੀ ਖਾਧਾ ਸੀ ਤੇ ਉਹਦੇ ਕਪਾਟ ਖੁੱਲ ਗਏ ਤੇ ਇਹ ਜੇ ਕਿਤੇ ਪੂਰਾ ਅਨਾਰ ਖਾ ਲੈਂਦਾ ਤਾਂ ਪਤਾ ਨਹੀਂ ਕੀ ਬਣਨਾ ਸੀ। ਮਤਲਬ ਅਜਿਹੀਆਂ ਇਹ SS ਅਮੋਲ ਜੀ ਨੇ ਵੇਖੋ ਯੂਨੀਵਰਸਿਟੀ ਲੈਵਲ ਦਾ ਇਹ ਹਾਲ ਆ, ਜਿਵੇਂ ਆਪਾਂ ਗੱਲ ਵੀ ਕਰਦੇ ਰਹਿੰਦੇ ਆ। ਤੇ ਜਦੋਂ ਉਹ ਲੋਕ ਇਹਨੂੰ ਸਿੱਧੇ ਪਾਸੇ ਲੈ ਕੇ ਜਾਣਾ ਚਾਹੀਦਾ। ਬਖਸ਼ਿਸ਼ਾਂ ਤਾਂ ਕਿਸੇ ਰੂਪ ਵਿੱਚ ਵੀ ਹੋ ਜਾਂਦੀਆਂ, ਤਾਈਆਂ ਤਾਂ ਲੋਕ ਕਿਤੇ ਵੀ ਹੱਥ ਕਰ ਦਿੰਦੇ ਆਪਦਾ ਵੀ ਪਤਾ ਨਹੀਂ ਕਿਹੜੀ ਸ਼ਕਤੀ ਵਰਤ ਜਾਣੀ ਆ ਜਦੋਂ ਪ੍ਰਸ਼ਾਦ ਕਹਿ ਕੇ ਦਿੱਤਾ ਜਾਂਦਾ। ਇਹ ਕਿਸ ਤਰੀਕੇ ਦੀ ਇੱਕ ਮਤਲਬ ਫਾਹਾ ਵੱਢਣ ਵਾਲੀ ਸਮਾਜ ਦੀ ਗੱਲ ਹੁੰਦੀ ਆ। ਜਦੋਂ ਕੁਛ ਸਾਡੀ ਮੈਂਟੈਲਿਟੀ ਉਦੋਂ ਚੈੱਕ ਕਰਕੇ ਦੇਖੋ ਜਦੋਂ ਅਸੀਂ ਕਿਤੋਂ ਵੀ ਕੁਛ ਖਾਣ ਲਈ ਹੱਥ ਕੱਢਦੇ ਹਾਂ ਤੇ ਹੱਥ ਜੋੜ ਲੈਣੇ, ਨਾਲੇ ਬੁੱਕ ਬਣਾ ਕੇ ਆਪਣਾ ਉਹ ਅੰਜਲੀ ਬਣਾ ਕੇ ਉਹਨੂੰ ਮੱਥੇ ਨਾਲ ਲਾ ਕੇ ਅਸੀਂ ਫਿਰ ਖਾਂਦੇ ਹਾਂ।
ਮਤਲਬ ਇਹ ਕਿੱਦਾਂ ਦੀ ਮੈਂਟੈਲਿਟੀ ਹੈ ਕਿ ਸ਼ਾਇਦ ਇਹਦੇ ਵਿੱਚ ਕੁਛ ਨਾ ਕੁਛ ਵਰਤ ਜਾਏਗਾ। ਇਹਨਾਂ ਅਸਲ ਦੇ ਵਿੱਚ ਅੱਗੇ ਮਾਫ ਕਰਨਾ ਜੀ, 1 ਮਿੰਟ ਮੈਂ ਇੱਕ ਗੱਲ ਪੂਰੀ ਕਰ ਦਿਆਂ। ਜੇ ਕਈ ਵਾਰੀ ਤਾਂ ਮੈਨੂੰ ਇਦਾਂ ਦਾ ਵੀ ਸੁਣਨ ਨੂੰ ਮਿਲਿਆ, ਜਿਵੇਂ ਆ ਪਿੱਛੇ ਜੇ ਇੱਕ ਲਹਿਰ ਚੱਲੀ ਸੀ ਸਹਿਜ ਪਾਠ ਦੀ ਲਹਿਰ, ਬੱਚਿਆਂ ਨੇ ਉਹਦੇ ਵਿੱਚ ਜਦੋਂ ਆਪਣੇ ਉਹ ਡਿਸਕ੍ਰਿਪਸ਼ਨ ਦੇ ਰਹੇ ਸੀ ਨਾ ਵੀ ਮੈਂ ਕੀ ਫੀਲ ਕੀਤਾ, ਤੇ ਉਹਨਾਂ ਨੇ ਆਖਿਆ ਕਿ ਮੈਂ ਉੱਥੇ ਪਹੁੰਚੀ, ਇੱਕ ਲੜਕੀ ਦਾ ਮੈਂ ਸੁਣ ਰਿਹਾ ਸੀ, ਉੱਥੇ ਮੈਨੂੰ ਬਰਫੀ ਵੰਡੀ ਜਾ ਰਹੀ ਸੀ, ਪ੍ਰਸ਼ਾਦ ਨਹੀਂ ਸੀ ਮਿਲਿਆ, ਬਾਅਦ ਵਿੱਚ ਕੋਈ ਆਇਆ ਤੇ ਉਹਨੇ ਕਿਣਕਾ ਮੇਰੇ ਹੱਥ ਤੇ ਰੱਖ ਦਿੱਤਾ। ਬਾਪੂ ਜੀ ਸੁਣਨ ਨੂੰ ਗੱਲਾਂ ਬਹੁਤ ਮਿੱਠੀਆਂ ਔਰ ਮਤਲਬ ਸ਼ੱਕਰ ਵਰਗੀਆਂ ਲੱਗਦੀਆਂ, ਪਰ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਉਹ ਜ਼ਹਿਰ ਘੁਲਿਆ ਹੁੰਦਾ ਜਿਹੜਾ ਲੋਕਾਂ ਦੇ ਬਿਲੀਵ, ਜਿਹੜੇ ਥੋਥੇ ਵਿਸ਼ਵਾਸ ਨੇ ਉਹਨਾਂ ਨੂੰ ਬੁਲੰਦੀ ਤੇ ਸਿਖਰ ਤੇ ਲੈ ਜਾਂਦਾ ਹੈ, ਔਰ ਜਿਹੜਾ ਆਤਮ ਵਿਸ਼ਵਾਸ ਹੁੰਦਾ ਉਹਦੀ ਘਾਟ ਇੱਥੇ ਕਿਤੇ ਨਾ ਕਿਤੇ ਦੇਖਣ ਨੂੰ ਮਿਲਦੀ ਹੈ ਉਹਨਾਂ ਦੀ। ਜਿਵੇਂ ਉਹ ਕਹਿੰਦੇ ਆ ਨਾ ਕਿ ਡੌਲੇ ਨਾਲ ਬੰਨਿਆ ਤਾਬੀਜ਼ ਤਾਂ ਜ਼ਿਆਦਾ ਕੰਮ ਦਾ ਲੱਗਦਾ ਹੈ, ਤੇ ਆਪਦੀ ਕੀਤੀ ਗਈ ਘਾਲਣਾ ਜਿਵੇਂ ਇੱਕ ਪਹਿਲਵਾਨ ਨੂੰ ਉਹ ਤੇ ਵਿਸ਼ਵਾਸ ਨਾ ਹੋਵੇ। ਇਹ ਇਸ ਤਰੀਕੇ ਦੀਆਂ ਗੱਲਾਂ ਨੇ, ਇਹਦੇ ਬਾਰੇ ਆਪ ਜੀ ਕੀ ਕਹੋਗੇ ਜੀ? ਇਹ ਤਾਂ ਨਾ ਜਿਹੜੇ ਮੈਂ ਤਾਂ ਖੁਦ ਹੀ ਸ਼ਾਇਦ ਪਹਿਲਾਂ ਕਿਤੇ ਆਪਣੀ ਗੱਲ ਹੋਈ ਹੋਵੇ, ਇੱਕ ਸੁਨਿਆਰੇ ਕੋਲੇ ਮੈਂ ਬੈਠ ਕੇ ਖੁਦ ਦੇਖਿਆ, ਉਹ ਤਬੀਤ ਬਣਾ ਰਿਹਾ ਸੀ ਤੇ ਉਹਨੇ ਕੋਲੇ ਪਰਚੀਆਂ ਰੱਖੀਆਂ ਹੋਈਆਂ ਸੀ ਤੇ ਮੈਂ ਇੱਕ ਛੋਟਾ ਮੋਟਾ ਕੰਮ ਕਰਾਉਣਾ ਸੀ, ਮੈਨੂੰ ਉਹਨੇ ਬਿਠਾ ਲਿਆ ਤੇ ਮੈਂ ਉਹਨੂੰ ਪੁੱਛਿਆ ਵੀ ਆ ਪਰਚੀਆਂ ਦੇ ਕੀ ਲਿਖਿਆ? ਕਹਿੰਦਾ ਤੁਸੀਂ ਪੜ੍ਹ ਲਓ ਆਪ ਹੀ। ਮੈਂ ਵੇਖਿਆ ਕਿ ਮੇਰੇ ਵੀ ਕੋਈ ਬਹੁਤਾ ਸਮਝ ਨਹੀਂ ਆਇਆ। ਉਹ ਆਪਣੇ ਸਾਥੀਆਂ ਨੂੰ ਕਹਿ ਕੇ ਆਪ ਤਬੀਤ ਬਣਾਈ ਜਾ ਰਿਹਾ ਤਾਂਬੇ ਦੇ, ਤੇ ਸਾਥੀਆਂ ਨੂੰ ਕਹਿ ਰਿਹਾ ਪਰਚੀ ਬੰਦ ਕਰਕੇ ਇਹਨੂੰ ਤਬੀਤ ਨੂੰ ਚੰਗੀ ਤਰ੍ਹਾਂ ਸੈੱਟ ਕਰ ਦੋ। ਉਹ ਰੱਖੀ ਗਏ ਪਾਸੇ ਪਰਚੀਆਂ ਪਾ ਕੇ, ਮੈਂ ਪਰਚੀ ਪੜ੍ਹ ਕੇ ਵੇਖੀ, ਕੁਛ ਵੀ ਨਹੀਂ। ਮੈਂ ਕਿਹਾ ਗੱਲ ਕੀ ਹੈ? 500-700 ਤਬੀਤ ਬਣਾ ਰਿਹਾ। ਕਹਿੰਦਾ ਫਲਾਣੇ ਬਾਬੇ ਵੱਲੋਂ ਆਏ ਨੇ, ਉਹਨੇ ਕਿਹਾ ਵੀ ਲੋਕਾਂ ਨੂੰ ਤਬੀਤ ਦਈਦੇ ਨੇ, ਉਹਨਾਂ ਦੇ ਰੋਗ ਦੂਰ ਹੋ ਜਾਂਦੇ ਨੇ। ਕਹਿੰਦਾ ਮੇਰੇ ਕੋਲੇ ਆ ਢੇਰ ਲੱਗਿਆ ਪਿਆ ਸੌਰੀ ਦਾ ਨੂੰ, ਕਹਿੰਦਾ ਆਪਾਂ ਨੇ ਤਾਂ ਪੈਸੇ ਕਮਾਉਣੇ ਨੇ, ਤੇ ਪਰਚੀ ਪਾਵਾਂ ਚਾਹੇ ਨਾ ਪਾਵਾਂ ਕੀ ਫਰਕ ਪੈਣ ਲੱਗੇ। ਬਿਲਕੁਲ ਜੀ ਬਿਲਕੁਲ। ਮੈਂ ਵੀ ਇਹ ਸਾਰਾ ਕੁਛ ਇਹ ਸਾਡੇ ਲੋਕਾਂ ਦਾ ਨਾ ਅੰਨੀ ਸ਼ਰਦਾ ਇਹ। ਮਾਫ ਕਰਨਾ ਜੀ, ਮੈਂ ਨਾ ਬਹੁਤ ਸਾਰੇ ਤਬੀਜ਼ ਖੋਲ ਕੇ ਵੀ ਵੇਖਿਆ, ਜਿਹੜੇ ਉਹਨਾਂ ਦੇ ਵਿੱਚੋਂ ਉੱਠ ਘੋੜੇ ਵਾਏ ਮਿਲਦੇ ਆ, ਉਹਨਾਂ ਦੇ ਵਿੱਚੋਂ ਊਟ ਪਟਾਂਗ ਸਿੱਧੇ ਟੇਡੇ, ਕਿਤੇ ਟ੍ਰਾਇੰਗਲ, ਕਿਤੇ ਨਾ ਕਿਤੇ ਸਿਕਿਉਰ, ਏਦਾਂ ਦੇ ਜਿਹੜੇ ਉਹ ਚੱਕਰ ਜੇ ਵਾਹ ਕੇ ਨਾ, ਜਿਹਨੂੰ ਕਿ ਵਾਸਤੂ ਸ਼ਾਸਤਰ ਨਾਲ ਮੇਲ ਮਿਲਾਪ ਕਰਦਿਆਂ ਮਤਲਬ ਦੱਸਿਆ ਜਾਂਦਾ। ਇਹ ਇੱਕ ਤਰੀਕੇ ਦੀ ਮੈਂ ਜ਼ਰੂਰ ਕਵਾਂਗਾ ਸਰੋਤਿਆਂ ਨੂੰ ਕਿ ਪਿਆਰਿਓ, ਇਹ ਸਾਡੀ ਸਾਈਕੀ ਹੈਗੀ ਆ, ਸਾਡਾ ਦਿਮਾਗ ਵਿਕਸਿਤ ਨਾ ਹੋਣ ਕਰਕੇ, ਸਾਡਾ ਸਮਾਜ ਨਿਗਰਿਆ ਹੋਇਆ ਹੋਣ ਕਰਕੇ ਧਾਗਿਆਂ ਤਬੀਜ਼ਾਂ ਤੇ ਅੱਜ ਵੀ ਬਿਲੀਵ ਕਰਦਾ ਹੈ। ਔਰ ਝਾੜਿਆਂ ਵਾਲਿਆਂ ਦਾ ਕਿਤੇ ਫਲਾਣੇ ਬਾਬਾ ਜੀ ਇੱਥੇ ਬੈਠੇ ਆ, ਉੱਥੇ ਬੈਠੇ ਆ, ਦੁਰ ਫਿੱਟੇ ਲਾਹਨਤ ਉਹਨਾਂ ਚੈਨਲਾਂ ਵਾਲਿਆਂ ਦੇ ਜਿਹੜੇ ਇਹਨਾਂ ਨੂੰ ਵਾਰ-ਵਾਰ ਪ੍ਰਮੋਸ਼ਨ ਦੇ ਕੇ ਖਬਰ ਤਾਂ ਕਿਤੇ ਹੋਰ ਦੀ ਆ ਰਹੀ ਹੁੰਦੀ ਹੈ ਵੀ ਅਸੀਂ ਸਮਾਜ ਕਦੋਂ ਜਾਗਰੂਕ ਹੋਏਗਾ, ਸਮਾਜ ਕਦੋਂ ਜਾਗੇਗਾ, ਸਾਰਾ ਜ਼ੋਰ ਇਸ ਚੀਜ਼ ਤੇ ਲੱਗਾ ਹੁੰਦਾ ਤੇ ਨਾਲ ਹੀ ਕਾਲਾ ਜਾਦੂਗਰ ਦੀ ਐਡ ਆ ਰਹੀ ਹੁੰਦੀ ਹੈ ਨੀਚੇ। ਇਹ ਸ਼ਰਮਸਾਰ ਕਰਦੇ ਆ ਜੇ ਚੈਨਲ ਵੀ ਸਾਨੂੰ ਜੋ ਏਦਾਂ ਦੀਆਂ ਚੀਜ਼ਾਂ ਨੂੰ ਪ੍ਰਮੋਟ ਕਰਦੇ ਆ। ਮੈਂ ਵਿਸ਼ੇ ਵੱਲੀ ਆਉਣਾ ਜੀ ਅੱਗੇ। ਗੁਰੂ ਪਾਤਸ਼ਾਹ ਇੱਥੇ ਇੱਕ ਸੈਕਿੰਡ ਰੁਕਿਓ ਜਰਾ, ਕੋ ਮੈਂ ਮੈਨੂੰ ਹਾਸੇ ਦੀ ਗੱਲ ਯਾਦ ਆ ਗਈ ਜਿਹੜੀ ਹੈ ਨਾ ਵਹਿਮਾਂ ਭਰਮਾਂ ਦੇ ਨਾਲ ਜੁੜੀ ਹੋਈ ਹੈ। ਕਹਿੰਦੇ ਇੱਕ ਮੁੰਡੇ ਦਾ ਹੋਇਆ ਵਿਆਹ ਤਾਜ਼ਾ, ਉਹਨੇ ਗੱਲ ਸੁਣੀ ਹੋਈ ਸੀ ਕਿ ਜਦੋਂ ਬੰਦੇ ਨੂੰ ਛਿੱਕਾਂ ਆਉਣ ਨਾ ਤਾਂ ਉਦੋਂ ਉਹਦਾ ਕੋਈ ਪਿਆਰਾ ਉਹਨੂੰ ਯਾਦ ਕਰਦਾ ਹੈ ਜੀ। ਤੇ ਉਹ ਬੰਦਾ ਕਿਤੇ ਬਾਹਰ ਗਿਆ ਸੀ ਤੇ ਠੰਡ ਪੈ ਰਹੀ ਸੀ, ਬੱਸ ਦੇ ਵਿੱਚ ਬੈਠੇ ਨੂੰ ਹਵਾ ਲੱਗ ਗਈ ਤੇ ਉਹਨੂੰ ਛਿੱਕ ਆ ਗਈ ਜੀ। ਤੇ ਉਹਦਾ ਵਿਆਹ ਹੋਇਆ ਸੀ, ਆਪਣੇ ਘਰ ਵਾਲੀ ਬਾਰੇ ਸੋਚ ਕੇ ਕਹਿਣ ਲੱਗਿਆ ਭਗਵਾਨ ਨੇ ਹੁਣ ਮੈਨੂੰ ਯਾਦ ਨਾ ਕਰ ਜੀ। ਤੇ ਉਹ ਛਿੱਕ ਫੇਰ ਆ ਗਈ ਕਿਉਂਕਿ ਉਹਨੂੰ ਠੰਡ ਲੱਗੀ ਸੀ। ਉਹ ਛਿੱਕਾਂ ਆਉਂਦੀਆਂ ਗਈਆਂ, ਉਹ ਕਹਿੰਦਾ ਭਲੀਏ ਮਾਨਸੇ ਮੈਨੂੰ ਮਾਰ ਕੇ ਛੱਡੇਗੀ, ਹੁਣ ਖਾ ਕੇ ਛੱਡੇਗੀ, ਹੁਣ ਮੈਨੂੰ ਯਾਦ ਕਰਨਾ ਬੰਦ ਵੀ ਕਰ ਦੇ, ਮੇਰਾ ਤਾਂ ਮਰਨ ਹੋ ਗਿਆ ਹੁਣ। ਠੀਕ ਹੈ, ਉਹ ਗੱਲ ਹੈ ਕਿਉਂਕਿ ਜਿਹੜੀ ਚੀਜ਼ ਸੁਣੀ ਹੁੰਦੀ ਹੈ ਉਹ ਮਨ 'ਚ ਬਹਿ ਜਾਂਦੀ ਹੈ ਪੂਰੀ ਤਰ੍ਹਾਂ। ਬਿਲਕੁਲ ਜੀ ਬਿਲਕੁਲ। ਹਾਂਜੀ ਅਗਲੇ ਇਹ ਕੋਡ ਸਾਡੇ ਮਤਲਬ ਉਹ ਕਹਿੰਦੇ ਆ ਨਾ ਗੁਰੂ ਪਾਤਸ਼ਾਹ ਵੀ ਜਿਹੜੀ ਵਿਵੇਕ ਦੀਪ ਮਲੀਨ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਜਦੋਂ ਸਾਡੇ ਵਿਵੇਕ ਵਾਲਾ ਦੀਵਾ ਹੀ ਮਲੀਨ ਹੋਇਆ ਵਾ, ਗੁੱਲ ਹੋਇਆ ਵਾ, ਤਾਂ ਅਸੀਂ ਕੀ ਕਵਾਂਗੇ ਵੀ ਪਿਆਰਿਓ ਚੰਗਾ ਰਾਹ ਤੁਹਾਡੀ ਅਕਲ ਹੁੰਦੀ ਆ, ਚੰਗਾ ਡਿਸੀਜ਼ਨ ਲੈ ਲਿਆ ਕਰੋ, ਚੰਗੇ ਪਾਸੇ ਤੁਰਿਆ ਕਰੋ। ਅਗਲੀ ਗੱਲ ਜਿਹੜੀ ਆਪਾਂ ਕਹਿਣੀ ਚਾਹੁੰਦੇ ਜੀ, ਬਿਸੀਅਰ ਦੇਸ਼ ਦੇ ਵਿੱਚ ਗੁਰੂ ਪਾਤਸ਼ਾਹ ਦਾ ਜਾਣਾ ਤੇ ਮਰਦਾਨਾ ਜੀ ਨੂੰ ਭੁੱਖ ਲੱਗਣੀ ਤੇ ਰੀਠੇ ਮਿੱਠੇ ਕਰਾ ਕੇ ਬਾਬੇ ਨਾਨਕ ਨੇ ਖਵਾ ਦੇਣੇ। ਇਹ ਬਿਸੀਅਰ ਦੇਸ਼ ਕਿਹਨੂੰ ਕਿਹਾ ਜਾ ਰਿਹਾ ਜੀ? ਤੇ ਮਰਦਾਨਾ ਜੀ ਨੂੰ ਇੱਕ ਵਾਰੀ ਆਪਾਂ ਗੱਲ ਤਾਂ ਕਰ ਚੁੱਕੇ ਹਾਂ ਵੀ ਫੇਰ ਭੁੱਖ ਲੱਗਿਆ ਹੀ ਆ, ਰੀਠੇ ਮਿੱਠੇ ਵੀ ਕਰਾਤੇ ਤੇ ਨਾਲ ਕਹਿੰਦੇ ਜਿਹੜੇ ਪੱਲੇ ਬੰਨ ਲਏ ਉਹ ਰੀਠੇ ਕੌੜੇ ਵੀ ਹੋ ਗਏ। ਤੇ ਬਾਬਾ ਨਾਨਕ ਜੀ ਨੇ ਫੇਰ ਉਪਦੇਸ਼ ਦਿੱਤਾ ਵੀ ਭਾਈ ਪੱਲੇ ਬੰਨਣ ਵਾਲਾ ਜਿਹੜਾ ਲਾਲਚ ਕਰਦਾ ਬੰਦਾ ਉਹ ਤਾਂ ਏਦਾਂ ਹੋ ਜਾਂਦਾ। ਇੱਥੇ ਸਾਖੀ ਦੇ ਕਾਰ ਨੇ ਬੜੀਆਂ ਮਿੱਠੀਆਂ ਜਿਹੀਆਂ ਗੋਲੀਆਂ ਦੇਣ ਦੀ ਕੋਸ਼ਿਸ਼ ਕੀਤੀ ਆ, ਸਾਰਾ ਕੁਛ ਮੱਥੇ ਵੀ ਮਾਰ ਦਿੱਤਾ, ਰੀਟੇ ਮਿੱਠੇ ਕਰਕੇ ਚਮਤਕਾਰੀ ਬਾਬੇ ਨੂੰ ਦਿਖਾ ਦਿੱਤਾ। ਆਪ ਜੀ ਇਹਦੇ ਬਾਰੇ ਬਾਪੂ ਜੀ ਕੀ ਟਿੱਪਣੀ ਕਰੋ? ਪਹਿਲਾਂ ਤਾਂ ਕੀਟ ਦੇਸ਼ ਦੇ ਵਿੱਚ ਤਾਂ ਗੁਰੂ ਨਾਨਕ ਜਾ ਹੀ ਆਏ ਨੇ, ਆਪਾਂ ਕੀੜਿਆਂ ਵਾਲੀ ਤੇ ਅੱਗੇ ਕਲਯੁਗ ਵਾਲੀ ਗੱਲ ਕਰ ਚੁੱਕੇ ਹਾਂ। ਇਹੋ ਜਿਹੀਆਂ ਅਣਹੋਣੀਆਂ ਚੀਜ਼ਾਂ 'ਚ ਬਿਸੀਅਰ ਦੇਸ਼ ਜਿਹੜਾ ਕਿਤੇ ਵੀ ਨਹੀਂ ਹੈ
ਉੱਥੇ ਵੀ ਗੁਰੂ ਨਾਨਕ ਸਾਹਿਬ ਨੂੰ ਭੇਜ ਦਿੱਤਾ ਤੇ ਮੈਨੂੰ ਵੀ ਉੱਥੇ ਫਿਰ ਜਾਣ ਦਾ ਚਾਅ ਉੱਠਿਆ ਮਨ ਦੇ ਵਿੱਚ ਕਿ ਮੈਂ ਵੀ ਇਸ ਬਸੀਰ ਦੇ ਜਾਵਾਂ। ਉੱਤਰਾਖੰਡ ਦੇ ਵਿੱਚ ਹੈ ਇਹ, ਜਿੱਥੇ ਕਿ ਗੁਰਦੁਆਰਾ ਰੀਠਾ ਸਾਹਿਬ ਅੱਜਕੱਲ ਬਣਿਆ ਹੋਇਆ ਹੈ। ਅੱਛਾ ਜੀ। ਤੇ ਉਸ ਰੀਠਾ ਸਾਹਿਬ ਗੁਰਦੁਆਰੇ ਦੇ ਅਸੀਂ 2-3 ਜਣੇ ਗਏ ਸੀ ਇਕੱਠੇ ਹੋ ਕੇ। ਫਿਰ ਕਿਉਂਕਿ ਅਸੀਂ ਤਾਂ ਖੋਜ ਪੜਤਾਲ ਵਾਸਤੇ ਗਏ ਸੀ ਰੀਠੇ ਮਿੱਠੇ ਕਿਵੇਂ ਹੁੰਦੇ ਨੇ ਜੀ। ਉੱਥੇ ਪਹਿਲਾਂ ਪ੍ਰਸ਼ਾਦ ਦੇ ਰੂਪ 'ਚ ਅਸੀਂ ਰੀਠੇ ਉੱਥੋਂ ਲਏ ਜਿੱਥੇ ਕਿ ਇਹ ਬਣ ਰਹੇ ਸੀ। ਮੱਥਾ ਟੇਕ ਕੇ ਅਸੀਂ ਰੀਠਿਆਂ ਨੂੰ ਹੱਥ ਕੀਤਾ, ਉਹਨਾਂ ਨੇ 2-2 4-4 ਰੀਠੇ ਸਾਡੇ ਹੱਥਾਂ ਤੇ ਰੱਖ ਦਿੱਤੇ। ਜਦੋਂ ਅਸੀਂ ਕਿਹਾ ਅਸੀਂ ਘਰ ਵੀ ਲੈ ਕੇ ਜਾਣਾ ਚਾਹੁੰਦੇ ਆ ਤੇ ਉਹਨਾਂ ਨੇ ਸਾਨੂੰ ਵੀ ਇੰਨੇ ਪੈਸਿਆਂ ਦੇ ਇੰਨੇ ਕੁ ਮਿਲਦੇ ਨੇ, ਇੰਨੇ ਕੁ ਮਿਲਦੇ, ਘੱਟੋ ਘੱਟ 100 ਰੁਪਈਆ ਤਾਂ ਦਿਓ ਤਾਂ ਤੁਹਾਨੂੰ ਥੋੜਾ ਜਿਹਾ ਪ੍ਰਸ਼ਾਦ ਰੂਪ 'ਚ ਘਰ ਲਿਜਾਣ ਨੂੰ ਮਿਲਦੇ ਨੇ। ਪਰ ਇਹ ਨਹੀਂ ਕਹਿੰਦੇ ਹਨ ਵੀ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿ ਜੇ ਪੱਲੇ ਬੰਨੋਗੇ ਤਾਂ ਕੌੜੇ ਹੋ ਜਾਣਗੇ, ਕਹਿੰਦੇ ਨਹੀਂ ਹਨ ਉਹ ਵੀ ਹੁਣ ਤੁਸੀਂ ਨਾਲ ਲੈ ਕੇ ਚੱਲਿਓ ਤਾਂ ਕੌੜੇ ਹੋ ਜਾਣਗੇ, ਕਿਉਂਕਿ ਪੈਸੇ ਵੱਟ ਰਹੇ ਨੇ ਉਹਨਾਂ ਦੇ। ਠੀਕ ਹੈ। ਅੱਛਾ, ਫਿਰ ਅਸੀਂ ਉੱਥੇ ਘੁੰਮ ਘਮਾ ਕੇ ਰਾਤ ਠਹਿਰੇ ਸੀ। ਅਸੀਂ ਉੱਥੇ ਘੁੰਮ ਕੇ ਅਸੀਂ ਵੇਖਿਆ ਕਿ ਆਲੇ ਦੁਆਲੇ ਹੋਰ ਖੇਤਾਂ ਦੇ ਵਿੱਚ ਬਹੁਤ ਰੀਠਿਆਂ ਦੇ ਰੁੱਖ ਲੱਗੇ ਹੋਏ ਨੇ। ਉਹਨਾਂ ਰੁੱਖਾਂ ਤੋਂ ਅਸੀਂ ਰੀਠੇ ਤੋੜ ਕੇ ਆਪ ਖਾ ਕੇ ਦੇਖੇ, ਉਹ ਬੜੇ ਕੌੜੇ ਸੀ, ਪਰ ਜਿਹੜੇ ਗੁਰਦੁਆਰੇ ਚੋਂ ਲਏ ਸੀ ਉਹ ਕਾਫੀ ਹੱਦ ਤੱਕ ਮਿੱਠੇ ਸੀ। ਫਿਰ ਅਸੀਂ ਹੋਰ ਦੂਰ ਨਿਕਲੇ, ਅਸੀਂ ਫਿਰ ਪਿੰਡਾਂ ਦੇ ਵਿੱਚ ਜਾ ਕੇ ਵੇਖਿਆ, ਹੋਰ ਵੀ ਰੀਠਿਆਂ ਦੇ ਰੁੱਖ ਲੱਭੇ ਤੇ ਕਈਆਂ ਪਿੰਡਾਂ ਦੇ ਵਿੱਚ ਇਸ ਗੁਰਦੁਆਰੇ ਵਾਲਿਆਂ ਨੇ ਠੇਕਾ ਕੀਤਾ ਹੁੰਦਾ ਹੈ, ਗਰੀਬ ਪਰਿਵਾਰ ਨੇ ਉਧਰ, ਉਸ ਆਪਣੇ ਖੇਤਾਂ 'ਚ ਰੀਠਿਆਂ ਦੇ ਰੁੱਖ ਉਗਾਉਂਦੇ ਨੇ। ਉਹਨਾਂ ਰੀਠਿਆਂ ਨੂੰ ਟਾਈਮ ਸਿਰ ਜਦੋਂ ਪੱਕ ਜਾਂਦੇ ਨੇ ਤੋੜ ਕੇ ਉਹਨਾਂ ਨੂੰ ਗੁੜ ਦੀ ਚਾਹਣੀ ਦੇ ਵਿੱਚ ਦੀ ਲੰਘਾਉਂਦੇ ਨੇ ਤੇ ਉਹ ਕੁਝ ਨਾ ਕੁਝ ਗੁੜ ਦੀ ਚਾਹਣੀ ਨਾਲ ਉਬਾਲਾ ਮਾਰ ਕੇ ਜਿਵੇਂ ਜਲੇਬੀਆਂ ਬਣਾਈਆਂ ਜਾਂਦੀਆਂ ਨੇ, ਉਹਨਾਂ ਰੀਠਿਆਂ ਨੂੰ ਗੁੜ ਦੇ ਨਾਲ ਮਿੱਠੇ ਕਰ ਲਿਆ ਜਾਂਦਾ। ਕੁੜਤਣ ਉਹਨਾਂ ਦੀ ਕਾਫੀ ਹੱਦ ਤੱਕ ਖਤਮ ਹੋ ਜਾਂਦੀ ਹੈ। ਫਿਰ ਉਹਨਾਂ ਨੂੰ ਸਸਤੇ ਭਾਅ ਤੇ ਗੁਰਦੁਆਰੇ ਵਾਲੇ ਖਰੀਦ ਲੈਂਦੇ ਨੇ ਤੇ ਉਹਨਾਂ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਉਹ ਰੀਠੇ ਫਿਰ ਕਿਹਾ ਜਾਂਦਾ ਹੈ ਕਿ ਮਿੱਠੇ ਹੋ ਗਏ ਨੇ। ਆਹ ਦੇਖ ਲਓ ਜੀ, ਉਹ ਅਸਲ ਦੇ ਵਿੱਚ ਗੁਰੂ ਨਾਨਕ ਦੀ ਕਿਰਪਾ ਨਾਲ ਨਹੀਂ, ਉਹ ਗੁੜ ਨਾਲ ਮਿੱਠੇ ਹੁੰਦੇ ਨੇ ਤੇ ਅਸੀਂ ਆਪ ਚੈੱਕ ਕਰਕੇ ਵੇਖ ਕੇ ਆਏ ਆ। ਤੇ ਜਿਹੜੇ ਲੋਕ ਉਥੋਂ ਰੀਠੇ ਲੈ ਕੇ ਆ ਕੇ ਵਰਤਾਉਂਦੇ ਨੇ ਉਹਨਾਂ ਦੇ ਨਾਲ ਵੀ ਮੈਂ ਕਈ ਵਾਰੀ ਲਾਪਾ ਕੀਤੀ ਆ ਕਿ ਸ਼ਰਮ ਕਰੋ, ਮੈਂ ਵੇਖਿਆ ਹੋਇਆ ਉੱਥੇ ਆਹ ਕੁਝ ਹੁੰਦਾ। ਉਹ ਅਸਲ 'ਚ ਕਮਾਈ ਦਾ ਇੱਕ ਉਹਨਾਂ ਦਾ ਬਹੁਤ ਵੱਡਾ ਸਾਧਨ ਹੈ। ਬਹੁਤ ਵੱਡੇ ਗੁੰਡਿਆਂ ਦੇ ਗਰੋਹ ਉੱਥੇ ਜਿਹੜੇ ਕਾਬਜ਼ ਹੋਏ ਨੇ, ਇਹਦੇ ਬਾਰੇ ਪ੍ਰਚਾਰ ਕੀਤਾ ਜਾਂਦਾ ਹੈ। ਅਸੀਂ ਉੱਥੇ ਰਾਤ ਰਹੇ ਸੀ। ਹੌਲੀ ਹੌਲੀ ਉੱਥੋਂ ਦੇ ਜਿਹੜੇ ਸੇਵਕ ਸੀ, ਗ੍ਰੰਥੀ ਸਿੰਘ ਵਗੈਰਾ, ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ। ਉਧਰ ਦੇ ਭਈਏ ਹੀ ਉਹਨਾਂ ਨੇ ਸਸਤੇ ਭਾਅ ਦੇ ਵਿੱਚ ਗ੍ਰੰਥੀ ਅਤੇ ਸੇਵਾਦਾਰ ਰੱਖੇ ਹੋਏ ਨੇ। ਉਹ ਵਿਚਾਰਿਆਂ ਨੂੰ ਥੋੜੀ ਥੋੜੀ ਤਨਖਾਹ ਦਿੱਤੀ ਜਾਂਦੀ ਹੈ ਤੇ ਬਾਕੀ ਰੋਟੀ ਵੀ ਤੁਸੀਂ ਇੱਥੋਂ ਖਾ ਲਿਆ ਕਰੋ। ਮੁਫਤ ਦੇ ਵਿੱਚ ਰਿਹਾਇਸ਼ ਤੁਹਾਨੂੰ ਮੁਫਤ ਦੀ ਆ, ਬੱਚੇ ਤੁਹਾਡੇ ਇੱਥੇ ਪਲ ਜਾਣਗੇ। ਪਰ ਉੱਪਰ ਜਿਹੜੇ ਗੁੰਡਿਆਂ ਦੇ ਗਰੋਹ ਨੇ ਉਹ ਸਾਰੀ ਜਿਹੜੀ ਗੋਲਕ ਹੈ ਖੋਲ ਕੇ ਮਾਇਆ ਲੁੱਟ ਕੇ ਲੈ ਜਾਂਦੇ ਨੇ। ਇਸ ਤਰ੍ਹਾਂ ਉਹ ਸ਼੍ਰੋਮਣੀ ਕਮੇਟੀ ਦੇ ਅਧੀਨ ਵੀ ਨਹੀਂ ਹੈ ਗੁਰਦੁਆਰਾ, ਉੱਥੇ ਦੇ ਲੋਕਲ ਨੇ ਜਿਹੜੇ ਬੜੇ ਬੜੇ ਗੈਂਗ, ਉਹ ਉਹਨਾਂ ਦੇ ਕਬਜ਼ੇ ਨੇ। ਇਸ ਤਰ੍ਹਾਂ ਗੁਰੂ ਨਾਨਕ ਦੇ ਨਾਮ ਨਾਲ ਇਹ ਜੋੜੀ ਗਈ ਕਹਾਣੀ ਹੈ। ਕਿਤੋਂ ਰੀਠੇ ਮਿੱਠੇ ਨਹੀਂ ਹੁੰਦੇ, ਨਾ ਮਰਦਾਨਾ ਭੁੱਖਾ ਮਰਿਆ ਤੇ ਨਾ ਪਹਿਲਾਂ ਉਹ ਮਿੱਠੇ ਸੀ ਤੇ ਫਿਰ ਕੌੜੇ ਹੋ ਗਏ। ਇਹ ਕਹਾਣੀਆਂ ਅਜੀਬੋ ਗਰੀਬ ਜੋੜ ਦਿੱਤੀਆਂ। ਅਸੀਂ ਉਹਨਾਂ ਨੂੰ ਸੱਚ ਮੰਨ ਲਿਆ, ਯਾਤਰਾ ਤੇ ਵੀ ਜਾਂਦੇ ਆ, ਭੇਟਾ ਵੀ ਦਿੰਦੇ ਆ, ਰੀਠਿਆਂ ਦਾ ਪ੍ਰਸ਼ਾਦ ਵੀ ਲਿਆਉਂਦੇ ਆ ਤੇ ਆਪਣੇ ਅੰਦਰ ਕਮਲ ਘੋਟ ਕੇ ਆਪਣੇ ਆਪ ਨੂੰ ਧਰਮੀ ਵੀ ਆਪਾਂ ਮੰਨੀ ਜਾ ਰਹੇ ਆ। ਬਿਲਕੁਲ ਜੀ, ਉਹ ਕਹਿੰਦੇ ਨਾ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਅਸਲ ਦੇ ਵਿੱਚ ਜਦੋਂ ਅਸੀਂ ਇਹੋ ਜਿਹਾ ਝੂਠ, ਇਹੋ ਜਿਹਾ ਫਰੇਬ, ਧੋਖਾ ਜਿਹੜਾ ਕਿ ਸਾਡੇ ਨਾਲ, ਸਾਡੇ ਗੁਰੂ ਪਾਤਸ਼ਾਹ ਜੀ ਦੀ ਸ਼ਖਸੀਅਤ ਦੇ ਨਾਲ ਜੋੜਿਆ ਹੋਵੇ, ਉਹ ਸਮਾਂ ਦੀ ਸਾਨੂੰ ਭਾਵੇਂ ਮਿੱਠੀਆਂ ਗੱਲਾਂ ਲੱਗਦੀਆਂ, ਸੁਣਨ ਨੂੰ ਚਮਤਕਾਰੀ ਜੀਆਂ ਚੰਗੀਆਂ ਲੱਗਦੀਆਂ, ਇੱਕ ਤਰ੍ਹਾਂ ਦੀਆਂ ਉਹ ਜੀਆਂ ਜਿਹੀਆਂ ਕਹਾਣੀਆਂ ਸੀ ਟੀਵੀ ਤੇ ਸ਼ਕਤੀਮਾਨ ਵਗੈਰਾ, ਇਹ ਨਾਟਕ ਚੇਟਕ ਬੱਚੇ ਦੇਖਦੇ ਰਹਿੰਦੇ ਆ, ਉਸ ਤਰੀਕੇ ਦੀਆਂ ਕਹਾਣੀਆਂ ਦੇਖ ਦੇਖ ਕੇ ਸਾਡਾ ਸਮਾਜ ਜਿਹੜਾ ਹੈ ਉਹ ਹਲੇ ਤੱਕ ਡਿਵੈਲਪ ਨਹੀਂ ਹੋ ਸਕਿਆ। ਔਰ ਅੱਜ ਵੀ ਕਿਸੇ ਨੂੰ ਕਹਿ ਦਈਏ ਵੀ ਰੀਠੇ ਮਿੱਠੇ ਨਹੀਂ ਹੋਏ ਜਾਂ ਇਹ ਇੱਕ ਪ੍ਰਕਿਰਤਿਕ ਨਿਯਮ ਹੈ, ਕਿਤੇ ਕੁਛ ਜੇ ਮਿੱਠਾ ਹੋ ਵੀ ਜਾਵੇ, ਜਿਵੇਂ ਕਿਤੇ ਮਣੀਕਰਨ ਵੱਲ ਲੋਕ ਜਾਂਦੇ ਆ, ਇੱਕ ਚੰਗੀ ਸੈਰਗਾਹ ਹੈਗੀ ਆ ਵੀ ਪਾਣੀ ਉਬਲਦਾ ਉੱਥੇ, ਯੂਰੇਨੀਅਮ ਹੋਣ ਕਰਕੇ ਪਾਣੀ ਬੜੇ ਸਾਰੇ ਥਾਵਾਂ ਦੇ ਉੱਪਰ ਉਬਲਦਾ, ਜ਼ਰੂਰੀ ਨਹੀਂ ਉਸੇ ਏਰੀਏ 'ਚ। ਕਹਿੰਦੇ ਇੱਥੇ ਤਾਂ ਗੁਰੂ ਦੀ ਮਤਲਬ ਅਥਾਹ ਕਿਰਪਾ ਹੈਗੀ ਆ। ਬਹੁਤ ਸਾਰੀਆਂ ਗੱਲਾਂ ਅਜਿਹੀਆਂ ਸਮਾਜ ਵਿੱਚੋਂ ਸਾਨੂੰ ਦੇਖਣ ਨੂੰ ਮਿਲਦੀਆਂ। ਇਸ ਕਰਕੇ ਰੀਠਿਆਂ ਦੇ ਮਿੱਠੇ ਹੋਣ ਦੀ ਸੱਚਾਈ ਜਿਹੜੀ ਸਤਿਕਾਰਯੋਗ ਬਾਪੂ ਜੀ ਨੇ ਸਾਨੂੰ ਦੱਸੀ ਹੈ, ਇਹ ਅਸਲੀਅਤ ਇਹੋ ਹੀ ਹੈ। ਜੇ ਕਿਸੇ ਨੂੰ ਇਹ ਨਹੀਂ ਪੱਲੇ ਪੈਂਦੀ, ਅੱਜ ਬਿਠਾ ਲਓ ਜਾਂ ਕੱਲ ਬਿਠਾ ਲਓ, ਮੰਨਣਾ ਇਹ ਸਾਨੂੰ ਜਿਹੜਾ ਅਕਾਊਡਿੰਗ ਟੂ ਨੇਚਰ ਹੈਗਾ, ਸਾਨੂੰ ਉਹਦੇ ਅਕਾਊਡਿੰਗਲੀ ਜੀਵਨ ਜਿਉਣ ਦੀ ਲੋੜ ਹੈਗੀ ਆ। ਉਹਨੂੰ ਜਿਹੜਾ ਪ੍ਰਤੱਖ ਨੂੰ ਪ੍ਰਮਾਣ ਦੀ ਕੋਈ ਜ਼ਰੂਰਤ ਨਹੀਂ ਰਹਿੰਦੀ। ਜਦੋਂ ਤੁਸੀਂ ਵਿੱਚ ਵੜ ਕੇ ਦੇਖੋਗੇ, ਨੇੜੇ ਰਹਿ ਕੇ ਦੇਖੋਗੇ। ਇੱਕ ਗੱਲ ਜ਼ਰੂਰ ਨਾਲ ਜਿਹੜੀ ਬਾਪੂ ਜੀ ਨੇ ਬਹੁਤ ਕੰਮ ਦੀ ਕੀਤੀ ਆ, ਵੀ ਅੱਜ ਜਦੋਂ ਪੱਲੇ ਬੰਨ ਕੇ ਕੋਈ ਰੀਠੇ ਲਿਆਉਂਦਾ, ਕਿਉਂਕਿ ਉਹ 100-200 ਰੁਪਈਆ ਦੇ ਕੇ ਖਰੀਦੇ ਹੁੰਦੇ ਆ, ਉਹ ਕੌੜੇ ਕਿਉਂ ਨਹੀਂ ਹੁੰਦੇ? ਜੇ ਮਰਦਾਨੇ ਦੇ ਨਾਲ ਬੰਨੇ ਰੀਠੇ ਮਿੱਠੇ ਹੋ, ਮਤਲਬ ਕੌੜੇ ਹੋ ਸਕਦੇ ਆ, ਤਾਂ
ਅੱਜ ਦੇ ਨਾਲ ਲਿਆਂਦੇ ਰੀਠੇ ਜਿਹੜੇ ਆ ਘਰੇ ਤੱਕ ਲਿਆਂਦੇ ਜਾਂਦੇ ਆ, ਪਹੁੰਚਦੇ ਆ, ਉਹ ਕੌੜੇ ਕਿਉਂ ਨਹੀਂ ਹੁੰਦੇ? ਕਿਉਂਕਿ ਧੰਦਾ ਹੈ, ਬਿਜ਼ਨਸ ਹੈ। ਇਸ ਚੀਜ਼ ਨੂੰ ਆਪਣੇ ਪੱਲੇ ਬੰਨ੍ਹ ਲਓ। ਨਾ ਪੁਜਾਰੀਆਂ ਦੇ ਕਦਮਾਂ 'ਚ ਆਪਣੀ ਹੱਕ ਮਿਹਨਤ ਦੀ ਕਮਾਈ ਰੱਖ ਕੇ ਆਪਣਾ ਜਲੂਸ ਕਢਾਓ ਔਰ ਆਪਣੇ ਬੱਚਿਆਂ ਨੂੰ ਵਿਕਸਿਤ ਹੋਣ ਤੋਂ ਰੋਕੋ। ਅਗਲੀ ਗੱਲ ਵੱਲ ਚੱਲਦੇ ਹਾਂ ਜੀ। ਇਹ ਗੱਲ ਹੋਈ ਹੈ ਜੀ ਬਿਸੀਅਰ ਦੇਸ਼ ਦੀ, ਜਿਹੜਾ ਕਿ ਕਿਤੇ ਸੁਣਨ ਵਿੱਚ ਵੀ ਨਹੀਂ ਹੈਗਾ। ਤੇ ਅੱਗੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਦੋਂ ਕਹਿੰਦੇ ਜੀ ਗੁਰੂ ਪਾਤਸ਼ਾਹ ਨੇ ਇਹ ਯਾਤਰਾ ਪੂਰੀ ਕਰ ਲਈ ਸੀ। ਪਹਿਲੀ ਗੱਲ ਤਾਂ 1507 ਤੋਂ ਲੈ ਕੇ 7 ਤੋਂ 1515 ਤੱਕ ਦਾ ਏਰੀਆ ਉਹਨਾਂ ਨੇ ਪਹਿਲਾ ਸਫ਼ਰ ਤੈਅ ਕੀਤਾ ਸੀ। ਵੈਸੇ ਉਹ ਹਿੰਦੂ ਤੀਰਥਾਂ ਵੱਲੀ ਇੱਕ ਯਾਤਰਾ ਉਹਨਾਂ ਦੀ ਜਿਹੜੀ ਸੀ, ਉਹਨਾਂ ਦਾ ਮਿਸ਼ਨਰੀ ਟੂਰ ਜਿਹੜਾ ਸੀ ਉਹਨਾਂ ਨੇ ਕੱਢਿਆ ਮਿਸ਼ਨ ਲੈ ਕੇ, ਉਹਨੂੰ ਆਪਾਂ ਪੜ੍ਹਦੇ ਹਾਂ। ਤੇ ਕਹਿੰਦੇ ਉਸ ਤੋਂ ਬਾਅਦ ਉਹ ਥੱਕ ਗਏ ਸੀ, ਉਹਨਾਂ ਦਾ ਦਿਲ ਕੀਤਾ ਵੀ ਬਾਪੂ ਬੇਬੇ ਨੂੰ ਮਿਲਿਆ ਜਾਵੇ। ਤੇ ਉਹਨਾਂ ਨੂੰ ਜਦੋਂ ਮਿਲਣ ਲਈ ਇੱਧਰ ਪਹੁੰਚਦੇ ਆ ਤੇ ਕਹਿੰਦੇ ਤੁਰੇ ਤਾਂ ਇਹ ਲਿਖਿਆ ਜਾਂਦਾ ਵੀ ਮਿਲਣ ਲਈ ਸੀਗੇ, ਵੀ ਬੇਬੇ ਬਾਪੂ ਨੂੰ ਮਿਲਣ ਦਾ ਮਤਲਬ ਆ ਘਰ ਜਾਣਾ, ਮਾਤਾ ਪਿਤਾ ਨੂੰ ਮਿਲਣਾ। ਪਰ ਉਹਨਾਂ ਨੇ ਕੀਤਾ ਕਿ ਉਹ ਪਿੰਡ ਦੇ ਬਾਹਰ ਹੀ ਬੈਠ ਜਾਂਦੇ ਆ, ਘਰੇ ਜਾਂਦੇ ਹੀ ਨਹੀਂ। ਸਾਰੇ ਉਹਨਾਂ ਦੀਆਂ ਮਿੰਨਤਾਂ ਕੱਢਦੇ ਰਹਿੰਦੇ ਆ ਵੀ ਨਾਨਕ ਘਰੇ ਤਾਂ ਚੱਲ, ਤੂੰ ਘਰੇ ਤਾਂ ਚੱਲ। ਪਰ ਉੱਥੇ ਗੁਰੂ ਪਾਤਸ਼ਾਹ ਜੀ ਦੀ ਬਿਰਤੀ ਹੈ ਜਿਹੜੀ, ਉਹ ਇੱਕ ਉਦਾਸੀ ਹੋਣ ਦੇ ਵਾਂਗ ਉਹਨਾਂ ਨੂੰ ਕਮਲਾ ਰਮਲਾ ਕਰਕੇ ਫੇਰ ਪੇਸ਼ ਕੀਤਾ ਜਾਂਦਾ, ਇੱਕ ਜਿੱਦੀ ਸੁਭਾਅ ਦਾ ਪੇਸ਼ ਕੀਤਾ ਜਾਂਦਾ ਵੀ ਉਹ ਨਹੀਂ ਜਾਣਾ ਚਾਹੁੰਦੇ। ਕਿਸ ਢੰਗ ਦੇ ਨਾਲ ਬਾਪੂ ਜੀ ਇਸ ਤੇ ਆਪਾਂ ਜਿਹੜਾ ਹੈਗਾ ਆਪ ਜੀ ਚਾਨਣਾ ਪਾਇਓ ਜੀ। ਹਾਂ, ਸੰਖੇਪ ਤੌਰ ਤੇ ਤਾਂ ਗੱਲ ਇਹੀ ਹੈ ਕਿ ਪਰਿਵਾਰ ਨੂੰ ਮਿਲਣ ਦੀ ਇੱਛਾ ਤਾਂ ਸਾਰਿਆਂ ਦੇ ਮਨਾਂ 'ਚ ਹੁੰਦੀ ਹੈ, ਪਰ ਗੁਰੂ ਨਾਨਕ ਸਾਹਿਬ ਨੂੰ ਸਮਾਜ ਸੁਧਾਰਨ ਦੀ ਇੱਛਾ ਵੀ ਮਨ 'ਚ ਬਹੁਤ ਪ੍ਰਬਲ ਸੀ। ਤੇ ਲੰਮੇ ਸਮੇਂ ਤੋਂ ਬਾਅਦ ਜਦੋਂ ਘਰ ਆਏ ਨੇ ਤੇ ਪਰਿਵਾਰ ਨੂੰ ਇੰਨੀ ਦੇਰ ਤੋਂ ਬਾਅਦ ਮਿਲਣ ਵਾਸਤੇ ਆ ਰਹੇ ਨੇ, ਉਹਨਾਂ ਦੇ ਆਪਣੇ ਅੰਦਰ ਵੀ ਉਤਸ਼ਾਹ ਹੈ ਤੇ ਪਰਿਵਾਰ ਵੀ ਕਿੰਨਾ ਉਤਸ਼ਾਹਤ ਹੈ ਕਿ ਅਸੀਂ ਮਿਲੀਏ। ਤਾਂ ਉਦੋਂ ਆਪ ਬਾਹਰ ਬਹਿ ਗਏ ਤੇ ਮਰਦਾਨਾ ਜੀ ਨੂੰ ਸੁਨੇਹਾ ਦੇਣ ਵਾਸਤੇ ਭੇਜ ਦਿੱਤਾ ਤੇ ਆਪ ਉਹਨਾਂ ਨਾਲ ਗੱਲ ਵੀ ਨਹੀਂ ਕਰਦੇ। ਤੇ ਉਹ ਸਿਰਫ ਮਰਦਾਨੇ ਨੂੰ ਕਹਿੰਦੇ ਨੇ ਰਬਾਬ ਵਜਾ, ਜਾਂ ਆਪਣਾ ਬਾਣੀ ਪੜ੍ਹਦੇ ਨੇ, ਮੰਤਰ ਜਾਪ ਕਰਦੇ ਨੇ। ਇਹ ਸਾਰੀਆਂ ਕਹਾਣੀਆਂ ਇੰਨੀਆਂ ਅਜੀਬੋ ਗਰੀਬ ਬਣਾ ਦਿੱਤੀਆਂ ਨੇ। ਤੇ ਮਾਤਾ ਪਿਤਾ ਆਪ ਚੱਲ ਕੇ ਆ ਗਏ ਤੇ ਸਾਰੇ ਹੋਰ ਆਲੇ ਦੁਆਲੇ ਇਕੱਠ ਹੋ ਗਿਆ, ਪਰ ਗੁਰੂ ਨਾਨਕ ਸਾਹਿਬ ਕੋਈ ਹਾਲ ਚਾਲ ਹੀ ਨਹੀਂ ਦੱਸਦੇ, ਕਿਸੇ ਨਾਲ ਬੋਲਦੇ ਨਹੀਂ ਹਨ। ਜਾਣੀ ਕਿ ਇੱਥੇ ਵੀ ਆਪਣੇ ਘਰ ਜਦੋਂ ਵਾਪਸ ਆ ਰਹੇ ਨੇ, ਕਮਲਾ ਬਣਾ ਕੇ ਪੇਸ਼ ਕੀਤਾ। ਜਗਤ ਨੂੰ ਤਾਰਨ ਵਾਲਾ, ਜਗਤ ਨੂੰ ਮਤ ਦੇਣ ਵਾਲਾ ਮਹਾਨ ਰਹਿਬਰ ਉਹ ਪਰਿਵਾਰ ਦੇ ਨਾਲ ਵਧੀਆ ਸਲੂਕ ਨਹੀਂ ਕਰ ਰਿਹਾ। ਤੇ ਕਿੰਨੀ ਹਾਸੋਹੀਣੀ ਗੱਲ ਹੈ ਕਿ ਅਸੀਂ ਗੁਰੂ ਸਾਹਿਬ ਦਾ ਅਪਮਾਨ ਇਹੋ ਜਿਹੀਆਂ ਗੱਲਾਂ ਦੇ ਰਾਹੀਂ ਸੁਣੀ ਜਾਂਦੇ ਆ। ਇੱਥੇ ਨਾ ਇੱਕ ਗੱਲ ਮੈਂ ਤੁਹਾਨੂੰ, ਜਿਹੜੀ ਇੱਕ ਡਾਕਟਰ ਗੁਰਸ਼ਰਨਜੀਤ ਸਿੰਘ ਅੰਮ੍ਰਿਤਸਰ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਗੁਰੂ ਨਾਨਕ ਚੇਅਰ ਦੇ ਹੈੱਡ ਸਨ। ਇਹ ਅੱਜ ਕੱਲ ਇੱਥੋਂ ਰਿਟਾਇਰਮੈਂਟ ਲੈ ਕੇ ਕੈਨੇਡਾ ਚਲੇ ਗਏ ਨੇ। ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਸੰਜੀਵਨੀ ਸਦਾ ਵਾਸਤੇ। ਇਹ ਕਿਤਾਬ ਇਹਨਾਂ ਨੇ ਮੈਨੂੰ ਭੇਜ ਦਿੱਤੀ ਤੇ ਮੈਨੂੰ ਇਹ ਕਿਹਾ ਕਿ ਇਹਦੇ ਵਿੱਚੋਂ ਗਲਤੀਆਂ ਕੱਢ ਕੇ ਮੈਨੂੰ ਸੁਝਾਅ ਦਿਓ। ਇਹਨੇ ਇਹੋ ਜਿਹੀਆਂ ਗੱਲਾਂ ਵਿੱਚ ਲਿਖ ਦਿੱਤੀਆਂ ਹਾਸੋਹੀਣੀਆਂ ਤੇ ਸ਼ਰਮਨਾਕ। ਤੇ ਮੈਂ ਇਹਨੂੰ ਜਦੋਂ ਫੋਨ ਕੀਤਾ, ਗੱਲਬਾਤ ਕੀਤੀ, ਇਹ ਮੇਰੇ ਨਾਲ ਬਹੁਤ ਲੜਿਆ। ਇੱਥੋਂ ਤੱਕ ਇਹਨੇ ਲਿਖਿਆ ਸੀ ਵਿੱਚ, ਕਹਿਣ ਲੱਗਿਆ ਗੁਰੂ ਨਾਨਕ ਸਾਹਿਬ ਆਪਣੀ ਪਤਨੀ ਨੂੰ ਜਾ ਕੇ ਜੱਫੀਆਂ ਪਾ ਕੇ ਮਿਲੇ। ਮੈਂ ਤੇਰਾ ਭਲਾ ਹੋ ਜੇ। ਇਹ ਗੱਲ ਲਿਖਣ ਵਾਲੀ ਗੱਲ ਹੈ। ਜਿਹੜੇ ਪਤੀ ਪਤਨੀ ਦੇ ਸੰਬੰਧ ਨੇ ਉਹ ਸਭ ਨੂੰ ਪਤਾ ਆਪਾਂ ਨੂੰ। ਇਹ ਸਟੇਜਾਂ ਤੇ ਲਿਆਉਣਾ, ਤੂੰ ਫਿਲਮ ਬਣਾਉਣ ਲੱਗਿਆ, ਕੋਈ ਰੌਚਕਤਾ ਪੈਦਾ ਕਰਨ ਨੂੰ ਇਹ ਕਹਾਣੀ ਲਿਖਣ ਲੱਗਿਆ ਹੋਇਆ ਨਹੀਂ। ਇਹ ਤਾਂ ਹੁੰਦਾ ਹੀ ਹੁੰਦਾ, ਇਹ ਤਾਂ ਹੁੰਦਾ ਹੀ ਹੁੰਦਾ। ਬਹੁਤ ਕੋਈ ਇਹੋ ਜਿਹਾ ਕੂੜ ਕਬਾੜ ਜਿਹੜੇ ਧਾਰਮਿਕ ਚੇਅਰ ਦੇ ਹੈੱਡ ਆਫ ਦੀ ਡਿਪਾਰਟਮੈਂਟ ਨੇ ਉਹਨਾਂ ਨੇ ਵੀ ਲਿਖਿਆ ਤੇ ਇਹਦਾ ਨਾਮ ਧਰਿਆ ਸੰਜੀਵਨੀ ਸਦਾ ਵਾਸਤੇ। ਤੇ ਨਾਲੇ ਇਹਨੇ ਇਹ ਆਖਿਆ ਕਿ ਮੈਂ ਸਾਰੀ ਦੁਨੀਆ ਦੀਆਂ ਵੱਡੀਆਂ ਬੋਲੀਆਂ ਦੇ ਵਿੱਚ ਇਹਨੂੰ ਅਨੁਵਾਦ ਕਰਾਵਾਂਗਾ। ਤੇ ਇਹੋ ਜਿਹੇ ਹੋਰ ਲੋਕਾਂ ਨੇ ਵੀ ਆਪਣੀਆਂ ਕੂੜ ਕਬਾੜ ਕਹਾਣੀਆਂ ਅਨੁਵਾਦ ਕਰਕੇ ਲੋਕਾਂ ਦੇ ਮਨਾਂ 'ਚ ਸਿੱਖ ਧਰਮ ਦਾ ਆ ਅਕਸ਼ ਬਣਾਇਆ ਹੋਇਆ ਤੇ ਇਹੋ ਜਿਹਾ ਕੁਝ ਕਰ ਰਹੇ ਨੇ ਸਾਡੇ ਹੈੱਡ ਆਫ ਦੀ ਡਿਪਾਰਟਮੈਂਟ। ਉਦੋਂ ਮੁੜ ਕੇ ਇਹਨੂੰ 6-7 ਸਾਲ ਹੋ ਗਏ ਗੱਲ ਨੂੰ, ਉਦੋਂ ਮੁੜ ਕੇ ਇਹਨੇ ਮੇਰੇ ਨਾਲ ਬੋਲਚਾਲ ਬੰਦ ਕਰਤੀ। ਮੈਨੂੰ ਇਹ ਤਾਨਾ ਤਾਂ ਇਹਨੇ ਜ਼ਰੂਰ ਮਾਰਿਆ। ਕਹਿਣ ਲੱਗਾ ਫਿਰ ਤੈਨੂੰ ਬਹੁਤੀ ਅਕਲ ਨਹੀਂ ਨਾ ਹੈ, ਤੂੰ ਤਾਂ ਡਰਾਈਵਰ ਹੀ ਸੀ ਨਾ, ਮਹਿਕਮੇ 'ਚ ਉੱਧਰ ਲੱਗਿਆ ਹੋਇਆ। ਮੈਂ ਕਿਹਾ ਭਰਾਵਾ ਮੈਂ ਤਾਂ ਡਰਾਈਵਰ ਤੋਂ ਤਰੱਕੀ ਕਰਕੇ ਪ੍ਰੋਫੈਸਰ ਬਣ ਗਿਆ, ਪਰ ਤੂੰ ਉਧਰ ਕੈਨੇਡਾ 'ਚ ਟਰੱਕ ਚਲਾ ਰਿਹਾ, ਤੂੰ ਪ੍ਰੋਫੈਸਰ ਤੋਂ ਡਿੱਗਦਾ ਡਿੱਗਦਾ ਟਰੱਕ ਡਰਾਈਵਰ ਬਣ ਗਿਆ। ਸੋਚ ਕੇ ਦੇਖ ਆਪਣੀ ਜ਼ਿੰਦਗੀ ਵੱਲ। ਫਿਰ ਬਿਲਕੁਲ ਠੀਕ ਹੈ ਜੀ। ਬਹੁਤ ਇਹ ਸਾਡੀ ਹਾਲਤ ਹੈ ਕਿ ਇਹੋ ਜਿਹੀਆਂ ਕਹਾਣੀਆਂ ਸਾਡੇ ਅੰਦਰ ਹੈ, ਜਿਹੜੇ PhD ਨੇ ਉਹ ਪਾ ਰਹੇ ਨੇ ਤੇ ਬਾਕੀਆਂ ਵਿਚਾਰਿਆਂ ਦੀ ਤਾਂ ਗੱਲ ਹੀ ਕੀ ਕਰੀਏ ਆਪਾਂ। ਅੱਗੇ ਜਿਵੇਂ ਤੁਸੀਂ ਹੁਣ ਇਹਨੂੰ ਦੇਖ ਲਓ, ਮੇਰਾ ਖਿਆਲ ਹੈ ਕਾਫੀ ਹੋ ਗਿਆ। ਜੇ ਤੁਸੀਂ ਇਹਨੂੰ ਸਮਾਪਤ ਕਰਨਾ ਚਾਹੋ ਤਾਂ ਜਿਵੇਂ ਠੀਕ ਸਮਝੋ ਕਰ ਲਓ। ਹਾਂਜੀ, ਨਹੀਂ ਬਹੁਤ ਵਧੀਆ ਜੀ। ਆਪਣਾ ਸਮੇਂ ਦੀ ਲਗਭਗ ਸਮਾਪਤੀ ਹੋ ਗਈ ਹੈ। ਬਹੁਤ ਆਪਣਾ ਲੰਬਾ ਹੀ ਹੋ ਜਾਂਦਾ ਆਪਾਂ ਵਿਚਾਰ 'ਚ। ਐਕਚੁਅਲੀ ਮੈਂ ਸਰੋਤਿਆਂ ਨੂੰ ਇਹ ਗੱਲ ਕਹਿ ਦੇਣੀ ਚਾਹੁੰਦਾ, ਦਿਸ ਇਜ਼ ਅ ਡਿਸਕਸ਼ਨ। ਕਈ ਵਾਰੀ 5 ਮਿੰਟ ਜ਼ਿਆਦਾ ਵੀ ਲੱਗ ਜਾਂਦੇ। ਅਸੀਂ ਕੋਈ ਕਥਾ ਕਰਾਂਗੇ ਮਿੱਥੇ ਸਰੋਪੇ ਨਹੀਂ ਰੱਖੇ ਹੁੰਦੇ ਵੀ ਅਸੀਂ ਬਾਪੂ ਜੀ ਨੂੰ ਬੰਦ ਕਰਾ ਦਈਏ ਜਾਂ ਖੁਦ ਮੈਂ ਸਵਾਲ ਕਰਨੇ ਬੰਦ ਕਰ ਦਿਆਂ। ਰੌਲਾ ਇਹ ਹੁੰਦਾ ਸਾਡਾ ਗੱਲਬਾਤ ਦਾ ਕਿ ਅਸੀਂ ਕਿਤੇ ਨਾ ਕਿਤੇ ਪਹੁੰਚੀਏ। ਅਸੀਂ ਇਹ ਜਿਹੜੀਆਂ ਲਿਖੀਆਂ ਹੋਈਆਂ ਕੂੜ ਸਾਖੀਆਂ ਨੇ
ਇਹਨਾਂ ਚੋਂ ਪਹਿਲੀ ਗੱਲ ਤਾਂ ਸਾਨੂੰ ਏਦਾਂ ਲੱਗਦਾ ਹੁੰਦਾ ਜਿਵੇਂ ਚੱਕੜ ਚੋਂ ਅਸੀਂ ਸੋਨਾ ਭਾਲਦੇ ਹੋਈਏ, ਕਿਉਂਕਿ ਸਾਡਾ ਕੋਈ ਮਤਲਬ ਇਹਨਾਂ ਨਾਲ ਸੰਬੰਧ ਨਹੀਂ ਹੈਗਾ। ਅਸੀਂ ਤਾਂ ਕਹਿੰਦੇ ਆ ਬਾਬੇ ਦੀ ਬਾਣੀ ਜਿਹੜੀ ਹੈਗੀ ਆ ਉਹ ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਾਰਾ। ਜਦੋਂ ਗਿਆਨ, ਜਦੋਂ ਚੰਗੇ ਪਾਸੇ ਤੁਸੀਂ ਕਿਤੋਂ ਵੀ ਡਿਵੈਲਪ ਹੋਣ ਲੱਗੋਗੇ, ਤੁਹਾਡਾ ਮਾਈਂਡ ਜਿਹੜਾ ਅੱਗੇ ਹੋ ਕੇ ਚੰਗੇ ਫੈਸਲੇ ਲੈਣ ਲੱਗੇਗਾ, ਤੁਸੀਂ ਆਪਣੇ ਆਪ ਦੇ ਵਿੱਚ ਅੰਧਿਆਰ ਨੂੰ ਮਿਟਾ ਕੇ ਤੇ ਸੁਜਾਖੇ ਹੋ ਕੇ ਚੰਗੇ ਰਾਹ ਤੇ ਤੁਰ ਪਾਓਗੇ। ਸਾਡਾ ਜਿਹੜਾ ਹੈਗਾ ਉਹੀ ਮਤਲਬ ਮੇਨ ਇੱਛਾ ਰਹਿੰਦੀ ਹੈ ਕਿ ਤੁਹਾਡਾ ਮਨੋਬਲ ਉੱਚਾ ਹੋਵੇ, ਨਾ ਕਿ ਅਸੀਂ ਕਿਸੇ ਦੇ ਆਸਰੇ। ਮੈਂ ਤਾਂ ਇਹ ਵੀ ਇੱਥੋਂ ਤੱਕ ਇਹ ਬੇਨਤੀ ਕਰਦਾ ਹੁੰਨਾ ਕਿ ਜਦੋਂ ਅਸੀਂ ਕਹਿੰਦੇ ਆ ਨਾ ਵੀ ਆ ਜਾ ਬਾਬਾ ਨਾਨਕਾ ਤੇ ਆ ਜਾ ਗੁਰੂ ਗੋਬਿੰਦ ਸਿੰਘ ਤੇ ਆ ਜਾ ਫਲਾਨਿਆ, ਆ ਜਾ ਤਿਮਕੜਿਆ, ਇਹ ਜਦੋਂ ਅਸੀਂ ਇਦਾਂ ਦੀਆਂ ਗੱਲਾਂ ਕਰਦੇ ਆ ਤਾਂ ਅਸੀਂ ਆਪਣੇ ਆਪ ਦੇ ਵਿੱਚ ਕਿੱਡੇ ਹਾਰੇ ਹੋਏ ਹੁੰਨੇ ਆ ਜਦੋਂ ਸਾਨੂੰ ਦੂਜਿਆਂ ਨੂੰ ਆਵਾਜ਼ਾਂ ਮਾਰਨੀਆਂ ਆਉਂਦੀਆਂ ਕਿ ਤੁਸੀਂ ਆ ਜਾਓ, ਬਸ ਇੱਥੇ ਕਿਤੋਂ ਮਤਲਬ ਬੌੜੋਂਗੇ ਤੁਸੀਂ ਤਾਂ ਕਿਤੇ ਇੱਥੇ ਉਧਾਰ ਹੋ ਸਕਦਾ, ਅਦਰਵਾਈਜ਼ ਅਸੀਂ ਤਾਂ ਮਤਲਬ ਨਿੰਮੋ ਝੂਣੇ ਹੋ ਕੇ ਆਪਣਾ ਸਮਾਂ ਬਰਬਾਦ ਕਰ ਰਹੇ ਹੈਗੇ ਆ। ਕਿਸੇ ਵੱਲ ਹੱਥ ਕੱਢਣ ਦਾ ਮਤਲਬ ਹੀ ਆਪਣੇ ਖਾਲੀ ਹੋਣ ਤੋਂ ਹੁੰਦਾ। ਤੇ ਬਾਪੂ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇਸ ਜਨਮ ਸਾਖੀਆਂ ਦੇ ਪੜਚੋਲ ਦੇ ਵਿੱਚ ਸਾਨੂੰ ਜਿਹੜਾ ਬਹੁਤ ਚੰਗੇ ਸੁਝਾਅ ਦੇ ਰਹੇ ਹੋ, ਆਪਾਂ ਚੰਗੀ ਪੜਚੋਲ ਕਰ ਪਾ ਰਹੇ ਹਾਂ। ਪੜਚੋਲ ਖੈਰ ਆਪਣੀ ਹੈਗੀ ਆ ਵੀ ਅਸੀਂ ਗੁਰੂ ਪਾਤਸ਼ਾਹ ਜੀ ਦੇ ਨਾਲ ਕੀ ਨਿਆਂ ਕਰ ਰਹੇ ਹਾਂ ਕਿ ਅਨਿਆਂ ਕਰ ਰਹੇ ਹਾਂ। ਆਓ ਨਿਆਂ ਦੇ ਰਾਹ ਤੁਰੀਏ, ਜਸਟਿਸ ਦੇ ਰਾਹ ਤੁਰੀਏ। ਅਕਾਊਂਟੇਬਿਲਟੀ, ਜਵਾਬਦੇਹੀ ਸਾਡੀ ਹੈ। ਔਰ ਜਿਨ੍ਹਾਂ ਦੇ ਲਈ ਜਦੋਂ ਵੀ ਅਸੀਂ ਕਿਸੇ ਬਾਰੇ, ਜੇ ਕਿਸੇ ਧਿਰ ਬਾਰੇ ਗੱਲ ਕਰਦੇ ਹਾਂ, ਸਾਡਾ ਮਤਲਬ ਇਹ ਨਹੀਂ ਹੈ ਕਿ ਸਾਡੀ ਕੋਈ ਉਹਨਾਂ ਨਾਲ ਨਿੱਜੀ ਰੰਜਿਸ਼ ਹੁੰਦੀ ਹੈ ਜਾਂ ਕਿਸੇ ਬੰਦੇ ਤੇ ਟਿੱਪਣੀ ਕਰਦੇ ਹਾਂ। ਸਿੱਧਾ ਸਾਦਾ ਭਾਵ ਹੁੰਦਾ ਹੈ ਬੰਦੇ ਬਣ ਕੇ ਠੀਕ ਰਾਹ ਦਿਓ, ਸਮਾਜ ਨੂੰ ਚੰਗੇ ਪਾਸੇ ਚਲਾਓ ਤੇ ਆਪ ਵੀ ਚੱਲੋ। ਧੰਨਵਾਦ ਹੈ ਬਾਪੂ ਜੀ ਤੁਹਾਡਾ ਜੀ, ਬਹੁਤ ਬਹੁਤ। ਮੈਂ ਸਰੋਤਿਓ ਤੁਹਾਡਾ ਹੋਸਟ ਸਤਬੀਰ ਸਿੰਘ ਡੋਡ। ਕਿਰਪਾ ਕਰੋ, ਬਾਪੂ ਜੀ ਦੀਆਂ ਕਿਤਾਬਾਂ ਦੇ ਵਿੱਚ ਵੀ ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਤੁਹਾਨੂੰ ਪੜ੍ਹਨ ਨੂੰ ਮਿਲਣਗੀਆਂ। ਮੈਂ ਵਾਰ-ਵਾਰ ਕਹਿੰਦਾ ਰਹਿਣਾ, ਕਿਤਾਬਾਂ ਪੜ੍ਹੋ, ਗਿਆਨ ਲਓ। ਗੁਰਬਾਣੀ ਜਿਹੜੀ ਆ ਉਹਨੂੰ ਆਪਣੇ ਢੰਗ ਦੇ ਨਾਲ, ਹੋਰ ਸੋਹਣੇ ਤਰੀਕੇ ਦੇ ਨਾਲ ਵਾਚਣ ਦੀ ਕੋਸ਼ਿਸ਼ ਕਰੋ ਕਿ ਉਹ ਕਿੰਨੀ ਸੋਹਣੀ ਰਾਏ ਬਣ ਕੇ ਸਾਡੇ ਲਈ ਉਪਜਦੀ ਹੈ, ਜਾਂ ਚੰਗੀਆਂ ਗੱਲਾਂ ਜਿਹੜੀਆਂ ਅੱਜ ਦੇ ਸਮਾਜ ਦੀਆਂ ਹੈਗੀਆਂ ਉਹ ਵੀ ਸਾਨੂੰ ਜ਼ਰੂਰ ਸਿੱਖਣ ਦੀ ਜ਼ਰੂਰਤ ਹੈਗੀ ਹੈ। ਨਾਲ ਸਾਨੂੰ ਸਮਾਜ ਦੇ ਚੱਲਣਾ ਪਏਗਾ। ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।